ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬਹੁਤ ਵਧਾਈ ਵਾਲੀ ਗੱਲ ਹੈ ਕਿ ਅਸੀਂ ਸਾਰੇ ਇਸ ਕੈਂਪ ਦੇ ਅੰਦਰ ਦੁਬਾਰਾ ਯੂਥ ਇਕੱਤਰਿਤ ਹੋਏ ਹਾਂ। ਕੋਵਿਡ ਟਾਈਮ ਦੇ ਅੰਦਰ ਅਸੀਂ ਨਹੀਂ ਜੁੜ ਪਾਏ ਇਨ ਪਰਸਨ, ਬਟ ਆਈ ਐਮ ਹੈਪੀ ਕਿ ਅਸੀਂ ਸਾਰੇ ਆਨਲਾਈਨ ਕਾਫੀ ਅੱਛਾ ਜੋੜ ਮੇਲਾ ਕਰ ਪਾ ਰਹੇ ਹਾਂ। ਮੈਂ ਤੁਹਾਡਾ ਸਾਰੇ ਸੰਗਤ ਦਾ ਜ਼ਿਆਦਾ ਟਾਈਮ ਨਹੀਂ ਲਾਂਗਾ। ਮੈਂ ਆਪਣੇ ਟੌਪਿਕ ਤੇ ਸਟਿਕ ਰਹਿਣ ਦੀ ਕੋਸ਼ਿਸ਼ ਕਰਾਂਗਾ ਤੇ ਇੱਕ ਮੈਂ ਉਸ ਗੱਲ ਤੇ ਬਹੁਤ ਐਪਰੀਸ਼ੀਏਟ ਕਰਾਂਗਾ ਜੇ ਤੁਸੀਂ ਸਾਰੇ ਵਿੱਚੋਂ ਕੋਈ ਵੀ ਆਪਣਾ ਕੁਐਸਚਨ ਹੈ ਉਹ ਕਰਨਾ ਚਾਹੋਗੇ। ਮੈਂ ਆਪਣੇ ਪੂਰੇ ਸੈਸ਼ਨ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਸ਼ਿਸ਼ ਕਰਾਂਗਾ ਕਿ ਉਹ ਇੰਟਰੈਕਟਿਵ ਸੈਸ਼ਨ ਰਹੇ, ਤੁਹਾਡੇ ਸਾਰਿਆਂ ਦੀ ਮੈਨੂੰ ਪਾਰਟਿਸਿਪੇਸ਼ਨ ਮਿਲੇ। ਤੁਸੀਂ ਕਦੇ ਵੀ ਕੋਈ ਕੁਐਸਚਨ ਆਪਣਾ ਹੈਂਡ ਰੇਜ਼ ਕਰਕੇ ਮਾਈਕ ਆਫ ਕਰਕੇ ਪੁੱਛ ਸਕਦੇ ਹੋ। ਤੇ ਅੱਜ ਦਾ ਟੌਪਿਕ ਜੋ ਹੁਣ ਮੈਂ ਸ਼ੁਰੂ ਕਰਨ ਜਾ ਰਿਹਾ ਐਕਸਪੀਰੀਅੰਸ ਸਿੱਖੀ ਯੂਨਾਈਟਿਡ ਸਿੱਖ ਮੂਵਮੈਂਟ ਵਰਚੁਅਲ ਕੈਂਪ ਦੇ ਅੰਦਰ, that is the title of my topic is the title of my PPT is Bhagti Marg and Bhagat in light of Gurmat. And I guess I am audible to all. Harsimran, I am audible? Yeah, okay. So ਜਿਹੜਾ ਅੱਜ ਦਾ ਟੌਪਿਕ ਹੈ ਇੱਕ ਬਹੁਤ ਵਾਈਡ ਟੌਪਿਕ ਹੈ। ਇਸ ਟੌਪਿਕ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋ ਸਕਦੀ ਹੈ ਔਰ ਇੱਕ ਸਭ ਤੋਂ ਅੱਛੀ ਗੱਲ ਇਸ ਟੌਪਿਕ ਦੇ ਅੰਦਰ ਹੈ, ਇਟ ਇਜ਼ ਨਾਟ ਕਨਫਾਈਨਡ ਟੂ ਸਿੱਖ ਧਰਮ। ਇਸ ਦੇ ਅੰਦਰ ਸਨਾਤਨ ਧਰਮ ਤੋਂ ਸਤਜੁਗ ਤੋਂ ਤ੍ਰੇਤਾ ਦੁਆਪਰ ਕਲਯੁਗ ਹਰ ਯੁੱਗ ਦੇ ਅੰਦਰ ਭਗਤ ਹੋਈ। ਅਸੀਂ ਹੁਣੇ ਰਹਿਰਾਸ ਸਾਹਿਬ ਸਰਵਣ ਕਰ ਰਹੇ ਸੀਗੇ, ਹਰ ਯੁੱਗ ਭਗਤ ਉਪਾਇਆ। ਹਰ ਯੁੱਗ ਦੇ ਅੰਦਰ ਭਗਤ ਧਰਤੀ ਦੇ ਉੱਤੇ ਹੋਏ ਨੇ ਤੇ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਬਾਣੀ ਦੀ ਤੇ ਇਤਿਹਾਸ ਦੀ ਰੋਸ਼ਨੀ ਦੇ ਅੰਦਰ ਅੱਜ ਇਸ 45 ਮਿੰਟਸ ਦੇ ਅੰਦਰ ਇੱਕ ਨਵੀਂ ਨਵੇਕਲੀ ਚੀਜ਼ ਲਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਭਗਤ ਨੇ ਕਿ ਉਹ ਖਾਲੀ ਜੋ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ ਉਹੀ ਭਗਤ ਹੁੰਦੇ ਨੇ, ਜਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਗੁਰੂ ਘਰ ਦੇ ਅੰਦਰ ਉਹੀ ਖਾਲੀ ਭਗਤ ਹੁੰਦੇ ਨੇ, ਜਾਂ ਕਿ ਅਸੀਂ ਜੋ ਸੁਣਦੇ ਆ ਰਹੇ ਹਾਂ ਕਿ ਜੋ ਭਗਤ ਅਸੀਂ ਭਗਤ ਪ੍ਰਹਿਲਾਦ ਦਾ ਨਾਮ ਸੁਣਦੇ ਆ ਰਹੇ ਹਾਂ, ਭਗਤ ਕਬੀਰ ਜੀ ਦਾ ਨਾਮ ਸੁਣਦੇ ਆ ਰਹੇ ਕਿ ਉਹ ਸਾਰੇ ਗੁਰਮੁਖ ਪਿਆਰੇ ਰੱਬ ਦੇ ਨਾਲ ਜੁੜੇ ਹੋਏ ਰੱਬ ਦੀ ਰੂਹਾਂ, ਕਿ ਖਾਲੀ ਉਹੀ ਲੋਕ ਭਗਤ ਸੀਗੇ, ਅਸੀਂ ਲੋਕ ਭਗਤ ਨਹੀਂ ਬਣ ਸਕਦੇ। ਸਾਡਾ ਇੱਕ ਆ ਕੁਐਸਚਨ ਹੈ ਆਪਣੇ ਮਨ ਦੇ ਨਾਲ ਕਿ ਅਸੀਂ ਵੀ ਭਗਤ ਬਣ ਸਕਦੇ ਹਾਂ, ਕਿ ਅਸੀਂ ਵੀ ਗੁਰੂ ਸਾਹਿਬ ਨੂੰ ਬੇਨਤੀ ਕਰ ਸਕਦੇ ਹਾਂ। ਆਓ ਅਸੀਂ ਸਟਾਰਟ ਕਰਦੇ ਹਾਂ। the element of my presentations will be ਭਗਤੀ ਮਾਰਗ ਹੈ ਕੀ, what is ਭਗਤੀ ਮਾਰਗ। ਸਾਰੀ ਦੁਨੀਆ ਕਹਿੰਦੀ ਹੈ ਵੀ ਭਗਤੀ ਕਰੋ, ਰੱਬ ਦੀ ਭਗਤੀ ਕਰੋ, ਗੁਰੂ ਦੀ ਭਗਤੀ ਕਰੋ, ਕੋਈ ਕਹਿੰਦਾ ਦੇਹਧਾਰੀ ਗੁਰੂ ਦੀ ਕਰੋ। ਉਹ ਹੈ ਕੀ ਚੀਜ਼ ਹੈ? ਉਹ ਭਗਤੀ ਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ? ਉਹ ਭਗਤੀ ਗੁਰਮਤ ਦੀ ਰੋਸ਼ਨੀ ਦੇ ਅੰਦਰ ਕੀ ਚੀਜ਼ ਹੈ? ਨੀਡ ਐਂਡ ਮੋਟੀਵੇਸ਼ਨ ਆਫ ਭਗਤੀ। ਗੁਰੂ ਸਾਹਿਬ ਦੀ ਜੋ ਗੁਰਬਾਣੀ ਹੈ ਉਹ ਸਾਨੂੰ ਕਿੱਦਾਂ ਮੋਟੀਵੇਟ ਕਰਦੀ ਹੈ ਵੀ ਤੂੰ ਭਗਤ। We all are educated, we all are studying in good institutions, we all are getting very good ਜਿਵੇਂ ਆਪਾਂ ਕਹਿ ਲਈ ਵੀ ਦੁਨਿਆਵੀ ਪੜ੍ਹਾਈ ਨੂੰ ਤਾਂ ਅਸੀਂ ਬਹੁਤ ਪਹਿਲ ਦਿੱਤੀ ਹੋਈ ਹੈ, ਪਰ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕੀ ਪਹਿਲ ਦੇਣ ਨੂੰ ਕਿਹਾ ਕਿ ਦੁਨਿਆਵੀ ਪੜ੍ਹਾਈ ਵੀ ਕਰ, ਪਰ ਉਸ ਦੇ ਨਾਲ ਹੋਰ ਕਿਹੜੀ ਚੀਜ਼ ਨੂੰ ਪਹਿਲ ਦੇਣ ਨੂੰ ਕਿਹਾ? ਸਾਖੀ ਆਫ ਭਗਤ ਇਨ ਗੁਰੂ ਇਤਿਹਾਸ, ਮੈਂ ਉਹ ਵੀ ਕੋਸ਼ਿਸ਼ ਕਰਾਂਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਡੇ ਨਾਲ ਡਿਸਕਸ ਕਰਨ ਦੀ। ਸਾਖੀਜ਼ ਆਫ ਭਗਤ ਇਨ ਗੁਰਬਾਣੀ, ਗੁਰਬਾਣੀ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ, ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ, ਭਾਈ ਗੁਰਦਾਸ ਜੀ ਦੀ ਵਾਰਾਂ ਦੇ ਅੰਦਰ, ਭਾਈ ਨੰਦ ਲਾਲ ਜੀ ਦੀ ਬਾਣੀ ਦੇ ਅੰਦਰ ਜਿਹੜੀਆਂ ਚਾਰ ਬਾਣੀਆਂ ਦਾ ਕੀਰਤਨ ਸ਼੍ਰੀ ਦਰਬਾਰ ਸਾਹਿਬ ਪਾਵਨ ਪਵਿੱਤਰ ਧਰਤੀ ਤੇ ਹੁੰਦਾ ਹੈ, ਉਹਨਾਂ ਦੀ ਰੋਸ਼ਨੀ ਦੇ ਅੰਦਰ ਅਸੀਂ ਕੁਝ ਲਰਨ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਦੇ ਬਾਅਦ ਮੈਂ ਟਰਾਈ ਕਰਾਂਗਾ ਕਿ ਕੁਝ ਕਨਕਲੂਜਨਸ ਦੇ ਸਕਾਂ ਤੁਹਾਨੂੰ, ਬਿਕੋਜ਼ ਇਹ ਟੌਪਿਕ ਬਹੁਤ ਵਾਈਡ ਹੈ। ਇੱਕ ਜੀਵ ਦੇ ਨਾਲ ਮੈਂ ਭਗਤੀ ਦੀ ਡੈਫੀਨੇਸ਼ਨ ਤਾਂ ਨਹੀਂ ਕਰ ਸਕਦਾ, ਸ਼ਾਇਦ ਮੇਰਾ ਪੂਰਾ ਜਨਮ ਵੀ ਲੱਗ ਜਾਏ ਤੇ ਮੈਂ ਭੱਬਾ ਗੱਗਾ ਦੇ ਤੱਤੇ ਦੇ ਅਰਥ ਵੀ ਨਹੀਂ ਕਰ ਸਕਦਾ। ਮੈਂ ਤੁਹਾਨੂੰ ਡਿਫਾਈਨ ਕਰਾਂ, ਪਹਿਲੀ ਸਟਾਰਟਿੰਗ ਵਿੱਚ ਹੀ ਕਲੀਅਰ ਕਰ ਦਵਾਂ, ਬਟ ਮੈਂ ਕੋਸ਼ਿਸ਼ ਕਰਾਂਗਾ ਕਿ ਮੈਨੂੰ 40 ਮਿੰਟ ਮਿਲੇ ਨੇ, 45 ਮਿੰਟ ਮੈਂ ਤੁਹਾਡੀ ਸੇਵਾ ਜ਼ਰੂਰ ਕਰ ਸਕਾਂ ਕਿ ਤੁਹਾਨੂੰ ਕੁਝ ਨਵਾਂ ਨਵੇਕਲਾ ਸਿੱਖਣ ਨੂੰ ਮਿਲ ਸਕੇ। ਡਿਸਕਸ਼ਨ ਉਹਦੇ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ, ਤੁਸੀਂ ਵਿੱਚ ਵੀ ਕੋਈ ਕੁਐਸਚਨ ਪੁੱਛ ਸਕਦੇ ਹੋ, ਇਫ ਯੂ ਵਾਂਟ ਟੂ ask something related to the topic or even out of the topic which you have the query in your mind, I will try to clear that. ਉਹਦੇ ਬਾਅਦ ਮੈਂ ਕੁਝ ਰੈਫਰੈਂਸਸ ਦੇਣਾ ਚਾਹਾਂਗਾ ਜਿਸ ਤੋਂ ਮੈਂ ਆਪਣੀ ਸਾਰੀ ਪੀਪੀਟੀ ਤਿਆਰ ਕੀਤੀ ਹੈ। ਫਸਟ ਆਫ ਆਲ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਜਿਹੜੀ ਭਗਤੀ ਹੈ ਉਹ ਭਗਤੀ ਦਾ ਮੂਲ ਕੀ ਹੁੰਦਾ ਹੈ? ਭਗਤੀ ਦਾ ਮੂਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦਾ ਹੈ ਭੱਬਾ ਗੱਗਾ ਤੇ ਤੱਤਾ ਸ਼ਬਦ। ਵੈਸੇ ਸਾਡਾ ਜੋ ਅੱਜ ਦਾ 40 ਮਿੰਟ ਆ ਉਹ ਸਾਖੀ ਨੂੰ ਰਿਲੇਟਡ ਨੇ,
मैं उस साखी ते जाण तो पहला एक ग्राउंड प्रिपेयर कर रहा कि तुहानू पता होवे भी असी साखी सुननी की है। जिवें फॉर एग्जाम्पल मैं हरसिमरन जी नू पुछया कि असी लास्ट टाइम किहड़ी साखी करी सी, तो कहंदी भी साखी बहुत वधिया करी सी, पर मैनू पूरा ध्यान नहीं आ रहा भी आपां किहड़ी साखी करी सी। ते इस तरह हो जाता कई बारी भी सानू 1 साल बाद वो चीज याद नहीं रहिंदी। पर मेरी एक कोशिश रहिंदी है भी चाहे मैं 1 साखी करावां, 2 करावां या 5 करावां, वो पंजे मैं तुहानू याद करा के जानी है। ते गुरु साहब दी बाणी है कहंदी है, भब्बा गग्गा ते तत्ता शब्द। भब्बा शब्द का अर्थ हुंदा है भावना होना, गग्गे शब्द का अर्थ हुंदा है ज्ञान होना, तत्ते शब्द का अर्थ हुंदा है त्याग होना। जिस व्यक्ति दे अंदर भावना, ज्ञान ते त्याग है, वो गुरु साहब महाराज जी का भगत अखवाण का ਅਸੀਂ ਇਹ ਕਹਿ ਲਈਏ ਵੀ ਉਹਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਕਲੀਅਰ ਹੈ। ਹੁਣ ਭਗਤ ਅਖਵਾਣਾ ਤੇ ਭਗਤ ਬਣਨਾ ਉਹ ਗੁਰੂ ਦੇ ਹੱਥ ਹੈ ਵੀ ਗੁਰੂ ਨੇ ਕਿਹਨਾਂ ਨੂੰ ਬਣਾਉਣਾ ਹੈ। ਤੇ ਗੁਰੂ ਸਾਹਿਬ ਮਹਾਰਾਜ ਸੋਰਠ ਮਹੱਲੇ 9ਵੇਂ ਦੇ ਅੰਦਰ ਕਹਿੰਦੇ ਨੇ, ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ ਔਰ ਧਰਮ ਤਾਂ ਕੈ ਸਮ ਨਾਹਿਨ ਇਹ ਬਿਦ ਵੇਦ ਬਤਾਵੈ। ਵੇਦਾਂ ਦੇ ਅੰਦਰ ਵੀ ਇਹ ਗੱਲ ਪੁਕਾਰ ਕੇ ਕਹਿ ਦਿੱਤੀ ਵੀ ਜਿਹੜਾ ਨਾਮ ਨਾਲ ਜੁੜਦਾ ਹੈ, वेद 4 ने साडे कोल सनातन धर्म दे अंदर, वो चारां वेदां दा तत्त श्री गुरु तेग बहादुर साहब सच्चे पातशाह ने कहा भी भगती है। हुण असी अगे आने थोड़ा जा, भाए भगती भाए विहूणिया मूह काला पत खोए। जिहड़े भगती नहीं करते उन्हां दा की हाल हुंदा है, गुरु साहब कहंदे उन्हां दी इज्जत घट जांदी है संसार ते। मूह काले तिना निंदकां, उन्हां दे मूह काले हुंदे। महाराज जी कहंदे ने ਬਈ ਜਿਹੜੇ ਵਿਅਕਤੀ ਭਗਤੀ ਦੇ ਅੰਦਰ ਆਪਣਾ ਮਨ ਦ੍ਰਿੜ ਕਰ ਲੈਂਦੇ, ਭਗਤੀ ਦੇ ਅੰਦਰ ਆਪਣੀ ਜੋਤ ਨੂੰ ਜਗਾ ਲੈਂਦੇ ਤੇ ਮਨ ਨਿਰਮਲ ਅੰਦਿਨ ਭਗਤੀ ਰਾਤਾ ਭਗਤ ਘਰੇ ਹਰ ਪਾਵਣਿਆ। ਜਿਹੜੇ ਭਗਤੀ ਕਰਦੇ ਨੇ ਉਹਨਾਂ ਦਾ ਮਨ ਰੱਤ ਜਾਂਦਾ ਭਗਤੀ ਦੇ ਅੰਦਰ। ਹੁਣ ਆਓ ਅਸੀਂ ਸਾਖੀ ਸਟਾਰਟ ਕਰਨ ਤੋਂ ਪਹਿਲਾਂ ਇੱਕ ਇੰਪੋਰਟੈਂਟ ਕੁਐਸਚਨ ਜ਼ਰੂਰ ਡਿਸਕਸ ਕਰੀਏ ਕਿ ਭਗਤ ਇੰਨੇ ਇੰਪੋਰਟੈਂਟ ਕਿਉਂ ਨੇ ਰੱਬ ਨੂੰ। ਵਾਈ ਭਗਤ ਆਰ ਵੈਰੀ ਇੰਪੋਰਟੈਂਟ। ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜੀ ਭਗਤੀ ਹੈ ਉਹ ਸਰਵ ਸ੍ਰੇਸ਼ਟ ਹੈ, ਉਸ ਤੋਂ ਉੱਤੇ ਕੁਝ ਵੀ ਨਹੀਂ ਹੈ। ਮਹਾਰਾਜ ਆਪਣੀ ਬਾਣੀ ਦੇ ਅੰਦਰ ਕਹਿੰਦੇ ਨੇ ਵੀ ਜਿਹੜੇ ਭਗਤ ਨੇ ਨਾ ਉਹ ਸਭ ਤੋਂ ਸਿਰਮੌਰ ਨੇ, ਦੇ ਆਰ ਸੁਪੀਰੀਅਰ, ਦੇ ਆਰ ਔਨ ਦਾ ਟੌਪ ਆਫ ਦਾ ਵਰਲਡ। ਉਹ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਨੇ। ਕਈ ਵਾਰ ਅੱਗੇ ਹੁਣ ਅਸੀਂ ਡਿਸਕਸ ਕਰਨਾ ਜਦੋਂ ਪੀਪੀਟੀ ਚੱਲੇਗੀ ਵੀ ਗੁਰੂ ਸਾਹਿਬ ਮਹਾਰਾਜ ਭਗਤ ਨੂੰ ਕੀ ਕੀ ਵਡਿਆਈ ਦੇ ਦਿੰਦੇ, ਕਿੱਥੇ ਆ ਕੇ ਗੁਰੂ ਸਾਹਿਬ ਆਪਣੀ ਗੁਰਤਾ ਗੱਦੀ ਤੱਕ ਦੇਣ ਨੂੰ ਤਿਆਰ ਹੋ ਗਏ। ਇਤਿਹਾਸ ਦੇ ਅੰਦਰ ਆਪਾਂ ਰੋਸ਼ਨੀ ਚ ਸੁਣਨਾ ਹੈ। महाराज कहते ना तू आवे बहुत घिनावणे, बहुत कोई ज्यादा गुरु साहब महाराज अगे घिगड़ियां कड्डे, लीकां कड्डे, तू वस आ जाओगे परमात्मा जी, नहीं आओगे। महाराज कहते वेद पढ़ाउण नाल भी परमात्मा वस नहीं आना, तीरथ नहाउण नाल भी नहीं आना, धरती दे उत्ते रमण करन नाल। असी कुंभ दे मेलिਆਂ ते चले गए, बहुत ज्यादा तीर्थां दे उत्ते रमण कीता, 68 तीर्थां दे घुम लए, की परमात्मा वस आ जाएगा? कि वो सियाणपा नाल मिल जाएगा? आई एम वेरी इंटेलिजेंट, आई एम वेरी इंटेलेक्चुअल, कैन आई गेट द गॉड? नो, इट्स नॉट पॉसिबल। महाराज कहते भी दान देण नाल, कहते दान देण नाल भी वो वस नहीं आना। फिर वस आना किस तरह? महाराज जी ने कहा बई वो परमात्मा जो वस आना है ना, सबको तेरा वस अगम अगोचरा। अगम दा अर्थ हुंदा जिथे किसी इंद्रियां दी गमता ना होवे। साडी 5 ज्ञान इंद्रियां, 5 कर्म इंद्रियां, 5 प्राण ने ते एक मन ते बुद्धि, 17 तत्तां दा सूक्ष्म शरीर है। ਉਹ 17 ਤੱਤ ਵੀ ਮਹਾਰਾਜ ਕਹਿੰਦੇ ਸਭ ਕੋ ਤੇਰਾ ਵਸ ਅਗਮ ਗੋਚਰਾ। ਸਾਰੀ ਸ੍ਰਿਸ਼ਟੀ ਪ੍ਰਮਾਤਮਾ ਤੁਹਾਡੇ ਵਸ ਵਿੱਚ ਹੈ, ਪਰ ਤੂੰ ਭਗਤਾਂ ਕੈ ਵਸ ਅਗਮ ਅਗੋਚਰਾ। ਹੇ ਵਾਹਿਗੁਰੂ ਜੀ, ਤੁਸੀਂ ਭਗਤਾਂ ਦੇ ਵਸ ਹੋ, ਤੁਸੀਂ ਭਗਤਾਂ ਦੇ ਅਧੀਨ ਹੋ। ਇੱਕ ਖਾਲਸਾ ਜੀ ਗੱਲ ਤੁਸੀਂ ਸਾਰੇ ਸੰਗਤ ਰੂਪ ਚੋ ਮੇਰੇ ਵੱਡੇ ਭਰਾ ਭੈਣ, ਛੋਟੀਆਂ ਭੈਣਾਂ, ਮਾਤਾਵਾਂ ਵੀ ਵਿੱਚ ਬੈਠੀਆਂ ਨੇ, ਤੁਸੀਂ ਸਾਰੇ ਇੱਕ ਗੱਲ ਜਾਣਦੇ ਹੋ, ਸਾਡੇ ਘਰ ਦਾ ਵੱਡਾ ਜੀ ਹੁੰਦਾ ਵੀ ਉਹ ਅਸੀਂ ਉਹਦੀ ਕਿੰਨੀ ਰਿਸਪੈਕਟ ਕਰਦੇ ਹਾਂ, ਅਸੀਂ ਉਹਨੂੰ ਕਿੰਨਾ ਪਿਆਰ ਦਿੰਦੇ ਹਾਂ, ਅਸੀਂ ਉਹਦੀ ਹਰ ਗੱਲ ਮੰਨਣਾ ਚਾਹੁੰਦੇ ਹਾਂ, ਅਸੀਂ ਉਹਦੇ ਹਰ ਇੱਕ ਉਹਦੇ ਆਗਿਆ 'ਚ ਚੱਲਦੇ ਹਾਂ। ਪਰ ਉਹ ਜਿਸ ਦੀ ਆਗਿਆ 'ਚ ਚੱਲਦਾ ਹੋਵੇ ਅਸੀਂ ਉਹਦੀ ਬਹੁਤ ਰਿਸਪੈਕਟ ਕਰਦੇ ਹਾਂ। ਹੁਣ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਕਹਿ ਰਹੇ ਨੇ ਕਿ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਵੀ ਤੂੰ ਭਗਤਾਂ ਦੇ ਵਸ ਹੈ। ਹੁਣ ਆਓ ਜੋ ਮੈਨੂੰ ਭਾਈ ਦਿਲਰਾਜ ਸਿੰਘ ਜੀ ਹੋਰਾਂ ਨੇ, ਹਰਸਿਮਰਨ ਕੌਰ ਹੋਰਾਂ ਨੇ ਜੋ ਟੌਪਿਕ ਅਲਾਟ ਕੀਤਾ, ਹੁਣ ਮੈਂ ਉਸ ਤੇ ਆਉਣਾ। ਇਹ ਆਪਾਂ ਗਰਾਊਂਡ ਬਣਾਇਆ ਵੀ ਭਗਤੀ ਕਰਨ ਵਾਲੇ ਭਗਤ ਸਭ ਤੋਂ ਵੱਡੇ ਨੇ ਧਰਤੀ ਤੇ। परमात्मा ने अपनी बाणी दे अंदर, तुर्की बाणी दे अंदर सतयुग का जो जहाज है, चारों युगों का जहाज श्री गुरु ग्रंथ साहिब महाराज है,
ਉਸ ਦੇ ਅੰਦਰ ਵੀ ਇਹ ਗੱਲ ਲਿਖਤੀ ਵੀ ਭਗਤਾਂ ਤਾਣ ਤੇਰਾ, ਵੀ ਉਹ ਭਗਤੀ ਦਾ ਤਾਣ ਹੈ ਉਹ ਵਾਹਿਗੁਰੂ ਅਕਾਲ ਪੁਰਖ ਤੂੰ ਹੈ। ਆਓ ਹੁਣ ਉਹ ਦੇਖਦੇ ਹਾਂ ਕਿ ਉਹ ਭਗਤਾਂ ਨੂੰ ਪਰਮਾਤਮਾ ਕਿਸ ਤਰ੍ਹਾਂ ਵਡਿਆਈ ਦਿੰਦੇ। ਲੈਟ ਅਸ ਸਟਾਰਟ ਵਿਦ ਦ ਟੌਪਿਕ। ਮੈਂ ਆਪ ਜੀ ਦੇ ਨਾਲ ਇੱਕ ਬਹੁਤ ਸੁੰਦਰ ਸਾਖੀ, ਹੁਣ ਜੋ ਮੈਨੂੰ ਟੌਪਿਕ ਮਿਲਿਆ ਸੀ ਸਾਖੀ ਦਾ, ਉਹ ਡਿਸਕਸ ਕਰਨਾ ਚਾਹ ਰਹੇ ਹਾਂ। ਉਸ ਤੋਂ ਪਹਿਲਾਂ ਮੈਂ ਤੁਹਾਡੇ ਚੋਂ ਕਿਸੇ ਕੋਈ ਵੀ ਸੱਜਣ ਗੁਰਮੁਖ ਪਿਆਰਾ ਜੋ ਸੰਗਤ ਹੀ ਬੈਠਾ ਹੋਵੇ, ਉਹ ਭਗਤ ਸੁਦਾਮਾ ਜੀ ਦੇ ਬਾਰੇ ਮੈਨੂੰ ਕੋਈ ਦੱਸ ਸਕਦਾ ਹੈ ਤੇ ਮੈਂ ਉਹਨਾਂ ਦੇ ਜ਼ਰੂਰ ਸੁਣਨਾ ਚਾਹਾਂਗਾ ਵਿਚਾਰ। ਕੋਈ ਵੀ ਮਤਲਬ ਜੋ ਵੀ ਤੁਹਾਨੂੰ ਪਤਾ ਹੋਏ, ਕੋਈ 1 ਸੈਕਿੰਡ 2 ਸੈਕਿੰਡ ਨਾਮ ਹੀ ਪਤਾ ਹੋਵੇ, ਦੈਟਸ ਇਟ। ਬੜੀ ਤੁਸੀਂ ਕੁਝ ਸਿੱਖਣ ਨੂੰ ਮਿਲਣ ਵਾਲੀ ਚੀਜ਼ ਹੈ ਆਪਾਂ ਸਾਰਿਆਂ ਵਾਸਤੇ। ਯੈਸ ਪਲੀਜ਼ ਟਰਾਈ ਇਟ ਵਾਂਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮਨਸ਼ਾਨ ਸਿੰਘ ਜੀ। ਹਾਂਜੀ, ਮੇਰੇ ਖਿਆਲ ਭਗਤ ਸੁਦਾਮਾ ਜੀ ਇੱਕ ਬਚਪਨ ਦਾ ਦੋਸਤ ਸੀਗਾ ਕ੍ਰਿਸ਼ਨ ਜੀ ਦਾ। ਵੈਰੀ ਗੁੱਡ, ਬਿਲਕੁਲ ਸਹੀ ਹੈ ਜੀ। ਹਾਂਜੀ ਬਿਲਕੁਲ ਸਹੀ ਹੈ ਜੀ। ਹਾਂਜੀ ਬਹੁਤ ਸੁੰਦਰ ਉੱਤਰ ਦਿੱਤਾ ਹੈ, ਬਿਲਕੁਲ ਦਰੁਸਤ ਉੱਤਰ ਦਿੱਤਾ ਹੈ ਕਿ ਭਗਤ ਸੁਦਾਮਾ ਜੀ ਜਿਹੜੇ ਹੋਏ ਨੇ ਉਹ ਭਗਵਾਨ ਕ੍ਰਿਸ਼ਨ ਜੀ ਦੇ ਬਾਲ ਸਖਾਈ ਮਿੱਤਰ ਹੋਏ। ਹੁਣ ਮੈਂ ਆਪ ਜੀ ਨੂੰ ਬੜੀ ਪ੍ਰੇਮ ਵਾਲੀ ਗੱਲ ਦੱਸਣ ਲੱਗਿਆ, ਕਿਉਂਕਿ ਟੌਪਿਕ ਲੋਟ ਹੋਇਆ ਸਾਖੀ। ਸਾਖੀ ਦਾ ਅਰਥ ਹੁੰਦਾ ਹੈ ਵੈਸੇ ਬਈ ਜਿਹੜਾ ਦ੍ਰਿਸ਼ਟਾ, ਮੈਂ ਦ੍ਰਿਸ਼ਟਾ, ਤੁਸੀਂ ਸਾਰੇ ਮੈਨੂੰ ਦੇਖ ਰਹੇ ਹੋ, ਤੁਸੀਂ ਸਾਖੀ ਹੋ, ਕਿਉਂਕਿ ਮੈਂ ਤੁਹਾਨੂੰ ਦੇਖ ਰਿਹਾ, ਅਸੀਂ ਸਾਰੇ ਇੱਕ ਦੂਸਰੇ ਦੇ ਸਾਖੀ ਸਨਮੁਖ ਬੈਠੇ ਆ। ਸਾਖੀ ਦਾ ਅਰਥ ਉਹ ਹੁੰਦਾ ਵੀ ਇਹ ਸਾਹਮਣੇ ਸਾਡੀ ਦ੍ਰਿਸ਼ਟੀ ਪੈ ਰਹੀ ਹੈ, ਇੱਕ ਦੂਜੇ ਦੇ ਦਰਸ਼ਨ ਹੋ ਰਹੇ। ਭਗਤ ਸੁਦਾਮਾ ਜੀ ਤੇ ਭਗਵਾਨ ਕ੍ਰਿਸ਼ਨ ਬਾਲ ਸਖਾਈ ਮਿੱਤਰ ਹੁੰਦੇ। ਭਾਈ ਗੁਰਦਾਸ ਜੀ ਆਪਣੀ ਬਾਣੀ 'ਚ ਲਿਖਦੇ ਨੇ, ਬਿਪ ਸੁਦਾਮਾ ਦਲ ਦੀ ਬਾਲ ਸਖਾਈ ਮਿੱਤਰ ਸਖਾਏ ਸਦਾਏ। ਬਈ ਬਿਪ ਮਤਲਬ ਹੁੰਦਾ ਹੈ ਪੰਡਤ, ਬਿਪ ਦਾ ਅਰਥ ਬਿਪਰ ਅਸੀਂ ਸ਼ਬਦ ਸੁਣਿਆ ਹੋਏਗਾ ਤੁਸੀਂ ਸਾਰਿਆਂ ਨੇ। ਉਹ ਸੁਦਾਮਾ ਜੀ ਉਹਨਾਂ ਦੇ ਮਿੱਤਰ ਸੀਗੇ। ਤੇ ਹੁਣ ਮੈਂ ਪਹਿਲਾਂ ਆਪ ਜੀ ਨੂੰ ਸਾਖੀ ਸੁਣਾਉਣਾ, ਫਿਰ ਭਾਈ ਗੁਰਦਾਸ ਜੀ ਦੀ ਵਾਰ 'ਚ ਜਾਂਦੇ ਆ, ਫਿਰ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ 'ਚ ਦੇਖਦੇ ਆ ਬਈ ਗੱਲ ਗੁਰੂ ਸਾਹਿਬ ਕਹਿਣਾ ਕੀ ਚਾਹ ਰਹੇ ਨੇ। ਗੱਲ ਇੰਨੀ ਹੈ ਕਿ ਸਟੋਰੀ ਤਾਂ ਤੁਹਾਨੂੰ ਕੋਈ ਵੀ ਸੁਣਾ ਦੇਗਾ, ਵੀ ਆਪਾਂ ਸਿੱਖਿਆ ਕੀ ਲੈਣੀ ਹੈ ਸਤਿਗੁਰਾਂ ਦੀ ਬਾਣੀ ਤੋਂ। ਜਦੋਂ ਛੋਟੇ ਹੁੰਦੇ ਹੋਏ ਸੁਦਾਮਾ ਜੀ ਤੇ ਸੰਦੀਪਨ ਜੀ ਕੋਲ ਪੜ੍ਹਦੇ ਸੀ ਭਗਵਾਨ ਕ੍ਰਿਸ਼ਨ, ਤੇ ਦੋਨੋਂ ਬੜੇ ਪੱਕੇ ਮਿੱਤਰ ਸੀਗੇ। ਪਰ ਸਮੇਂ ਦੀ ਐਸੀ ਵਿਡੰਬਨਾ ਹੋਈ, ਸੁਦਾਮਾ ਜੀ ਗਰੀਬ ਆਪਣੇ ਘਰ 'ਚ ਆ ਗਏ, ਪਰਿਵਾਰ ਹੋ ਗਿਆ, ਵੱਡੇ ਬੱਚੇ ਹੋਏ, ਤੇ ਭਗਵਾਨ ਕ੍ਰਿਸ਼ਨ ਜੀ ਦਵਾਰਕਾਧੀਸ਼ ਬਣ ਗਏ। ਤੇ ਸੁਦਾਮਾ ਜੀ ਦੀ ਘਰਵਾਲੀ ਕਹਿਣ ਲੱਗੀ ਵੀ ਪੰਡਤ ਜੀ, ਤੁਹਾਡਾ ਦੋਸਤ ਇੱਕ ਬਹੁਤ ਜ਼ਿਆਦਾ ਰਾਜਾ ਹੈ, ਦਵਾਰਕਾਧੀਸ਼ ਹੈ, ਤੁਸੀਂ ਉਹਨਾਂ ਤੋਂ ਜਾ ਕੇ ਨਾ ਧਨ ਦੀ ਮੰਗ ਕਰ ਲਓ। ਸੁਦਾਮਾ ਜੀ ਕਹਿੰਦੇ ਵੀ ਠੀਕ ਹੈ। ਪਹਿਲਾਂ ਤਾਂ ਮਨਾ ਕਰਦੇ ਰਹੇ ਪਰ ਜਾਣਾ ਪਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਬਿਪ ਸੁਦਾਮਾ ਦਲ ਦੀ ਬਾਲ ਸਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ। ਸੈਕਿੰਡ ਪੰਕਤੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਬਈ ਜਿਹੜੀ ਬਾਹਮਣੀ ਸੀਗੀ, ਘਰਵਾਲੀ ਸੀਗੀ, ਉਹ ਖਹਿੜੇ ਪੈ ਗਈ ਵੀ ਸੁਦਾਮਾ ਜੀ ਜਾਓ, ਜਾ ਕੇ ਕ੍ਰਿਸ਼ਨ ਜੀ ਕੋਲ ਆਪਣਾ ਦਲਿੱਦਰ ਦੂਰ ਕਰਾਓ। ਹੁਣ ਸੁਦਾਮਾ ਜੀ ਨੰਗੇ ਪੈਰ ਧੁੱਪ ਦੇ ਅੰਦਰ, ਜੇਠ ਹਾੜ ਦੇ ਮਹੀਨੇ ਦੇ ਅੰਦਰ ਦਵਾਰਕਾ ਪਹੁੰਚਦੇ ਨੇ। ਚੱਲਦਾ ਗਣਦਾ ਗੱਟੀਆਂ ਕਿਉਂ ਕਰ ਜਾਈਆ ਕੌਣ ਮਿਲਾਏ, ਪਹੁੰਚਾ ਨਗਰ ਦਵਾਰਕਾ ਸਿੰਘ ਦੁਆਰ ਖਲੋਤਾ ਜਾਏ। ਸੁਦਾਮਾ ਜੀ ਸਿੰਘ ਦੁਆਰ ਤੇ ਖਲੋਗੇ ਜਾ ਕੇ ਸੇਵਾਦਾਰ ਨੂੰ, ਜਿਹੜਾ ਸਿੰਘ ਪੌੜ ਤੇ ਖੜਾ ਸੀ, ਦਰਵਾਜ਼ੇ ਤੇ ਖੜਾ ਸੀ, ਕਿਹਾ ਜਸਟ ਕਾਲ ਭਗਵਾਨ ਕ੍ਰਿਸ਼ਨ। ਉਹਨੇ ਕਿਹਾ ਵੀ ਤੂੰ ਕੌਣ ਹੈ, ਗਰੀਬ ਜਿਹਾ ਬੰਦਾ, ਤੂੰ ਕੋਨੂੰ ਕਿੱਦਾਂ ਜਾਣਦਾ ਤੂੰ ਭਗਵਾਨ ਕ੍ਰਿਸ਼ਨ। ਉਹ ਕਹਿੰਦੇ ਵੀ ਉਹ ਮੇਰੇ ਮਿੱਤਰ ਨੇ। ਉਹਨਾਂ ਨੇ ਹੱਸ ਲਏ ਸਾਰੇ। ਫਿਰ ਜਦੋਂ ਬਹੁਤ ਦੇਰ ਨਹੀਂ ਗਏ, ਇੱਕ ਨੂੰ ਤਰਸ ਆ ਗਿਆ, ਭਗਵਾਨ ਕ੍ਰਿਸ਼ਨ ਨੂੰ ਬੁਲਾਉਣ ਚੱਲੇ। ਤੇ ਜਦੋਂ ਭਗਵਾਨ ਕ੍ਰਿਸ਼ਨ ਜੀ ਨੂੰ ਬੁਲਾਉਣ ਪਹੁੰਚੇ ਤੇ ਉਹ ਕਹਿੰਦੇ ਵੀ ਤੁਹਾਡਾ ਮਿੱਤਰ ਆਇਆ। ਭਗਵਾਨ ਕ੍ਰਿਸ਼ਨ ਤੇ ਰੁਕਮਣੀ ਅੰਤਰਯਾਮੀ ਸੀਗੇ, ਦਰਸ਼ਨ ਕਰ ਰਹੇ ਸੀ ਬੜੀ ਦੇਰ ਦੇ, ਪਰ ਆਪਣੀ ਮਰਿਆਦਾ ਤੋੜ ਕੇ ਜਾ ਨਹੀਂ ਸਕਦੇ ਸੀ ਜਦ ਤੱਕ ਕੋਈ ਬੁਲਾਉਣ ਨਾ ਆਏ। ਤੇ ਜਿਵੇਂ ਬੁਲਾਉਣ ਆਏ ਨਾ, ਬੇਬਲ ਹੋ ਕੇ ਨੰਗੇ ਪੈਰ ਤੁਰ ਪਏ। ਤੇ ਦੂਰੋਂ ਦੇਖ, ਅਗਲੀ ਪੰਕਤੀ ਧਿਆਨ ਦਿਓ, ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਨ ਅਰਜੀ ਆਏ, ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗਲ ਲਾਏ। ਸਭ ਤੋਂ ਪਹਿਲੇ ਦੂਰੋਂ ਹੀ ਦੇਖਿਆ ਤੇ ਨਮਸਕਾਰ ਕੀਤੀ, ਪੈਰਾਂ ਤੇ ਡੰਡੌਤ ਬੰਧਨ ਹੁੰਦਾ ਹੈ, ਜਿਵੇਂ ਡੰਡਾ ਲੇਟ ਜਾਂਦਾ ਨਾ ਧਰਤੀ ਤੇ, ਉਸ ਤਰ੍ਹਾਂ ਨਮਸਕਾਰ ਕਰਨਾ ਆਪਣੇ ਵੱਡਿਆਂ ਨੂੰ। ਤੇ ਭਗਵਾਨ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਮੱਥਾ ਟੇਕਿਆ ਤੇ ਸਾਰੇ ਕੱਪੜੇ ਮਿੱਟੀ ਮਿੱਟੀ ਘੱਟਾ ਹੋ ਗਿਆ, ਸਾਰਾ ਮੁੜਕ ਚੜ ਗਈ, ਪਸੀਨਾ ਆ ਗਿਆ ਬਹੁਤ। तो भगवान कृष्ण all were amazed to see that what's happening. He is the king of Dwarka and he is just a poor beggar seems to came at the door. कौन है भई है?
ਸਾਰਿਆਂ ਦੀ ਇੱਕਦਮ ਨਿਗਾਹ ਪੈ ਗਈ ਸੁਦਾਮਾ ਜੀ ਤੇ ਜਦੋਂ ਨਿਗਾਹ ਪਈ ਤੇ ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗੱਲ ਲਾਏ, ਮੱਥਾ ਟੇਕ ਕੇ ਘੱਟੇ ਵਾਲੇ ਪੈਰਾਂ ਨਾਲ ਆਪਣੇ ਦੋਸਤ ਨੂੰ ਗੱਲ ਨਾ ਲਾਇਆ। ਸਾਰੇ ਹੈਰਾਨ। ਤੇ ਹੁਣ ਤੁਸੀਂ ਉਹ ਪਿਕਚਰ ਵੱਲ ਦੇਖੋ ਜਿਹੜੀ ਦਾਸ ਨੇ ਲਗਾਈ ਹੈ ਲੈਫਟ ਸਾਈਡ ਸਲਾਈਡ ਤੇ ਉਹਦੇ ਬਾਅਦ ਭਗਵਾਨ ਕ੍ਰਿਸ਼ਨ ਨੂੰ ਨਾ ਬਾਹਾਂ ਤੋਂ ਫੜ ਕੇ, ਦੋਨੇ ਬਾਹਾਂ ਤੋਂ ਫੜ ਕੇ, ਚਰਨੋਂ ਦਿਕਲੇ ਚਰਨ ਧੋਏ, ਥੱਲੇ ਦੇਖੋ ਇੱਕ ਗੜਵੀ ਪਈ ਆ ਛੋਟੀ ਜੀ, ਉਹ ਭਗਵਾਨ ਕ੍ਰਿਸ਼ਨ ਉਹਦੇ ਪੈਰਾਂ ਨੂੰ ਕੰਡੇ ਕੱਢਦੇ ਨੇ, ਧੋਂਦੇ ਨੇ, ਜੋ ਕਿ ਅਵਤਾਰ ਨੇ, 16 ਕਲਾ ਅਵਤਾਰ ਨੇ। ਇੱਕ ਭਗਤ ਗਰੀਬ ਹੈ ਪਰ ਚਰਨੋਂ ਦਿਕਲੇ ਪੈਰ ਧੋਏ, ਸਿੰਘਾਸਨ ਉੱਤੇ ਬਿਠਾਏ, ਆਪਣੇ ਸਿੰਘਾਸਨ ਤੇ ਬਾਤਾ, ਪੁੱਛੇ ਕੁਸ਼ਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ। ਹੁਣ ਗੁਰਸਿੱਖ ਦਾ ਕੰਮ ਹੈ, ਹੁਣੇ ਭਾਈ ਦਿਲਰਾਜ ਸਿੰਘ ਜੀ ਨੇ ਜਦੋਂ ਸਾਰਿਆਂ ਨੂੰ ਇੱਕ ਰੂਮ 'ਚ ਦਿੱਤਾ, ਵੀ ਅਸੀਂ ਸਾਰੇ ਇੱਕ ਰੂਮ 'ਚ ਦਿੱਤੇ ਤੇ ਅਸੀਂ ਸਾਰਿਆਂ ਨੇ ਇੱਕ ਦੂਸਰੇ ਨਾਲ ਬੜੇ ਪ੍ਰੇਮ ਨਾਲ ਫਤਿਹ ਬੁਲਾਈ, ਕਿਸੇ ਨੇ ਪੁੱਛਿਆ ਕਿੱਦਾਂ ਹੋ, ਗੁਰੂ ਦੀ ਗੱਲ ਕੀਤੀ। ਤੇ ਗੁਰੂ ਦੀ ਗੱਲ ਕਰਨ ਦਾ ਮਤਲਬ ਇਹ ਹੁੰਦਾ ਹੈ ਵੀ ਜਦੋਂ ਭਗਵਾਨ ਕ੍ਰਿਸ਼ਨ ਤੇ ਸੁਦਾਮਾ ਜੀ ਪਹੁੰਚੇ, ਪੁੱਛੇ ਕੁਸ਼ਲ ਪਿਆਰ ਕਰ, ਵੀ ਭਾਈ ਤੂੰ ਕਿੱਦਾਂ ਹੈ, ਤੇਰਾ ਪਰਿਵਾਰ ਕਿੱਦਾਂ ਹੈ। ਪਰ ਸੁਦਾਮਾ ਜੀ ਨੇ ਆਪਣੀ ਗਰੀਬੀ ਨਹੀਂ ਦੱਸੀ, ਕਿਹਾ ਵੀ ਮੈਂ ਕਿੱਦਾਂ ਮੰਗਾ, ਕਿਉਂਕਿ ਭਗਤ ਨੂੰ ਮੰਗਦੇ ਸੰਗ ਆਉਂਦੀ ਹੈ। 10ਵੇਂ ਪਾਤਸ਼ਾਹ ਦੀ ਬਾਣੀ ਦਾ ਇੱਕ ਸ਼ਬਦ ਹੈ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਾਵਤ ਲਾਜਾ, ਸ਼੍ਰੀ ਦਸਮ ਗ੍ਰੰਥ ਦੇ ਅੰਦਰ ਮਹਾਰਾਜ ਕਹਿੰਦੇ ਵੀ ਨਾਟਕ ਚੇਟਕ ਹੁੰਦੇ ਨੇ ਨਾ ਜਿਹੜੇ, ਉਹ ਭਗਤ ਲੋਕਾਂ ਨੂੰ ਕਰਦੇ ਸ਼ਰਮ ਆਉਂਦੀ ਹੈ, ਉਹ ਨਹੀਂ ਕਰਦੇ ਉਹ ਕੰਮ। ਪ੍ਰਭ ਲੋਗਨ ਕਹਾਵਤ ਲਾਜਾ, ਪ੍ਰਭੂ ਦੇ ਪਿਆਰਿਆਂ ਨੂੰ ਉਹ ਕਰਦੇ ਸ਼ਰਮ ਆਉਂਦੀ ਹੈ, ਚੰਗਾ ਨਹੀਂ ਲੱਗਦਾ ਉਹਨਾਂ ਨੂੰ। ਸੋ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਅੰਦਰ ਲਿਖਦੇ ਨੇ, ਕਹਿੰਦੇ ਜਦੋਂ ਗੁਰੂ ਸੇਵਾ ਦੀ ਕਥਾ ਸੁਣਾਈ ਨਾ, ਤੇ ਰਾਤ ਆਪਣੇ ਘਰ ਕਮਰੇ 'ਚ ਜਾ ਕੇ ਨਾ ਸੁਦਾਮਾ ਜੀ ਨੂੰ ਲਿਟਾ ਦਿੱਤਾ, ਤੇ ਰੁਕਮਣੀ ਭਗਵਾਨ ਕ੍ਰਿਸ਼ਨ ਦੀ ਘਰ ਲਈ ਤੇ ਭਗਵਾਨ ਕ੍ਰਿਸ਼ਨ ਕਮਰੇ ਤੱਕ ਛੱਡਣ ਗਏ, ਤੇ ਸੁਦਾਮਾ ਜੀ ਨੇ ਪੋਟਲੀ ਦੇ ਅੰਦਰ ਨਾ ਚਾਵਲ ਬੰਨੇ ਹੋਏ ਸੀਗੇ। ਜਨਾਨੀ ਨੇ ਕਿਹਾ ਸੀ ਖਾਲੀ ਥੋੜੀ ਜਾਓਗੇ, ਦੋਸਤ ਦੇ ਘਰ ਚਾਵਲ ਲੈ ਜਾਓ, ਸਾਡੇ ਘਰ ਦੇ ਗਰੀਬਾਂ ਦੇ 2 ਮੁੱਠੀ ਚਾਵਲ ਨੇ, ਇੱਕ ਤੁਸੀਂ ਲੈ ਲਓ, ਇੱਕ ਅਸੀਂ ਪਿੱਛੋਂ ਬੱਚਿਆਂ ਨਾਲ ਖਾ ਲਾਂਗੇ। ਤੇ ਨਾ ਉਹ ਚਾਵਲਾਂ ਦੀ ਜਿਹੜੀ ਪੋਟਲੀ ਸੀ, ਹੁਣ ਭਗਵਾਨ ਨੂੰ ਕਿੱਦਾਂ ਦੇ, ਕਿਉਂਕਿ ਭਗਵਾਨ ਦਵਾਰਕਾਧੀਸ਼ ਤੇ ਚਾਵਲਾਂ ਦੀ ਪੋਟਲੀ ਬੜੀ ਗਰੀਬ, ਉਹਨਾਂ ਨੇ ਥੱਲੇ ਸਰਾਣੇ ਥੱਲੇ ਛੁਪਾ ਲਈ, ਗੋਲ ਸਰਾਣਾ ਜਿੱਦਾਂ ਪਹਿਲਾਂ ਹੁੰਦਾ ਸੀ, ਤੁਸੀਂ ਦੇਖੋ ਪਿਕਚਰ 'ਚ ਪਿੱਛੇ ਲੱਗਿਆ ਵੀ ਹੋਇਆ, ਉਹ ਪੋਟਲੀ ਥੱਲੇ ਛੁਪਾ ਲਈ। ਤੇ ਜਦੋਂ ਪੋਟਲੀ ਛੁਪਾਈ, ਭਗਵਾਨ ਕ੍ਰਿਸ਼ਨ ਕਹਿੰਦੇ ਕੀ ਛੁਪਾਇਆ ਤੂੰ, ਤੇਰੀ ਸ਼ੁਰੂ 'ਚ ਆਦਤ ਸੀਗੀ ਬਚਪਨ ਦੇ ਅੰਦਰ ਜਦੋਂ ਅਸੀਂ ਪੜ੍ਹਦੇ ਸੀ ਸੰਦੀਪਨ ਜੀ ਕੋਲ, ਤੂੰ ਕਈ ਵਾਰੀ ਚੀਜ਼ਾਂ ਛੁਪਾ ਲੈਂਦਾ ਸੀਗਾ, ਛੋਲੇ ਖਾ ਲੈਂਦਾ ਸੀ, ਅੱਜ ਕੀ ਭੇਜਿਆ ਭਰਜਾਈ ਨੇ। ਤੇ ਉਹ ਭਗਵਾਨ ਕ੍ਰਿਸ਼ਨ ਜੀ ਨਾ ਉਹ ਮੁੱਠੀ ਚਾਵਲਾਂ ਦੀ ਕੱਢ ਲੈਂਦੇ, ਕਿਉਂਕਿ ਉਹ 10 ਨੋਹਾਂ ਦੀ ਕਿਰਤ ਤੋਂ ਕਮਾਈ ਕਰੀ ਹੋਈ ਮੁੱਠੀ ਚੌਲਾਂ ਦੀ ਸੀਗੀ। ਭਗਵਾਨ ਕ੍ਰਿਸ਼ਨ ਨੇ ਮੁੱਠੀ ਭਰੀ, ਅਗਲੀ ਪੰਕਤੀ ਪੜੋ ਤੁਸੀਂ 9 ਨੰਬਰ ਤੇ, ਲੈ ਕੇ ਤੰਦੁਲ ਚੱਬਿਓਨ, ਤੰਦੁਲ ਦਾ ਅਰਥ ਹੁੰਦਾ ਚਾਵਲ, ਰਾਈਸ, ਵਿਦਾ ਕਰੇ ਅੱਗੇ ਪਹੁੰਚਾਏ, ਪਹਿਲੀ ਮੁੱਠੀ ਭਗਵਾਨ ਨੇ ਮੂੰਹ 'ਚ ਪਾਈ ਤੇ ਕਿਹਾ ਇਹਨੂੰ ਧਰਤੀ ਦਾ ਰਾਜ ਦਿੱਤਾ। ਅੰਦਰ ਮਨ 'ਚ ਬੋਲ ਰਹੇ ਨੇ, ਰੁਕਮਣੀ ਸੁਣ ਰਹੀ ਹੈ ਕਿਉਂਕਿ ਉਹ ਭਗਵਾਨ ਦੀ ਘਰ ਲਈ ਹੈ, ਕਿਉਂਕਿ ਉਹ ਵੀ ਲక్ష్ਮੀ ਹੈ, ਦੇਵੀ ਹੈ, ਭਗਵਾਨ ਕ੍ਰਿਸ਼ਨ ਦੇਵਤੇ ਨੇ। ਤੇ ਦੂਜੀ ਮੁੱਠੀ ਭਰੀ, ਦੂਜੀ ਮੁੱਠੀ ਕਹਿੰਦੇ ਵੀ ਪੂਰਾ ਸਵਰਗ ਲੋਕ ਦਾ ਰਾਜ ਦੇ ਦਿੱਤਾ, ਲੈ ਕੇ ਤੰਦੁਲ ਚੱਬਿਓਨ, ਤੰਦੁਲ ਚੱਬ ਲੈ। ਤੇ ਦੂਜਾ ਤੀਜੀ ਮੁੱਠੀ ਭਰਨ ਲੱਗੇ, ਆਪਣਾ ਸਿੰਘਾਸਣ ਦੇਣ ਲੱਗੇ, ਵੀ ਭਗਵਾਨ ਕਹਿੰਦੇ ਮੇਰਾ ਸਿੰਘਾਸਣ ਵੀ ਮੇਰੇ ਭਗਤ ਦਾ। ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਗੋਪਾਲੇ ਤੋਂ ਜਪਜੀ ਸਾਹਿਬ ਸੁਣ ਕੇ ਉਹਨਾਂ ਨੂੰ ਆਪਣਾ ਤਖਤ ਦੇਣ ਲੱਗੇ ਸੀਗੇ, ਪਰ ਭਾਈ ਗੋਪਾਲੇ ਜੀ ਦੇ ਮਨ ਦੇ ਅੰਦਰ ਮੰਗ ਆ ਗਈ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਘੋੜਾ ਦੇ ਦੇਣ ਨਾ ਤੇ ਗੱਲ ਹੀ ਬਣ ਜਾਵੇ। ਤੇ ਮਹਾਰਾਜ ਜਿੱਥੇ ਤਖਤ ਤੇ ਗੋਡਾ ਵੀ ਲਾ ਲਿਆ ਸੀ, ਉੱਠਣ ਲੱਗੇ ਸੀ, 7ਵੀਂ ਪਾਤਸ਼ਾਹੀ ਭਾਈ ਗੋਪਾਲੇ ਨੂੰ ਬਖਸ਼ਿਸ਼ ਕਰਨ ਲੱਗੇ ਸੀ, ਪਰ ਇੱਕ ਮੰਗ ਕਰਕੇ ਨਹੀਂ ਦਿੱਤੀ, ਗੁਰੂ ਦਾ ਭਾਣਾ ਸੀ, ਉਹ ਕੋਈ ਸਿੱਖ ਦੀ ਗਲਤੀ ਨਹੀਂ, ਗੁਰੂ ਆਪੇ ਹੀ ਕਰਨ ਕਰਾਵਣ ਕਰਨੇ ਹਾਰਾ। ਤੇ ਗੁਰੂ ਸਾਹਿਬ ਮਹਾਰਾਜ ਉਹ ਜਦੋਂ ਤੀਸਰੀ ਮੁੱਠੀ ਦੇਣ ਲੱਗੇ, ਰੁਕਮਣੀ ਨੇ ਇੱਥੋਂ ਬਾਹ ਫੜ ਲਈ ਗੁੱਟ ਤੋਂ, ਕਿਹਾ ਭਗਵਾਨ ਕ੍ਰਿਸ਼ਨ ਸਾਰੇ ਚਾਵਲ ਇਕੱਲੇ ਹੀ ਖਾ ਜਾਓਗੇ ਕਿ ਕੋਈ ਸਾਡੇ ਲਈ ਵੀ ਛੱਡੋਗੇ। ਤੇ ਉਹ ਤੀਜੀ ਮੁੱਠੀ ਤਾਂ ਲਈ ਵੀ ਜੇ ਸਾਡਾ ਸਿੰਘਾਸਨ ਵੀ ਗਿਆ ਤੇ ਮੈਂ ਕਿਤੇ ਚਰਨਾਂ 'ਚ ਬੈਠਾਂ। ਸੋ ਲੈ ਕੇ ਤੰਦੁਲ ਚੱਬਿਓਨ, ਤੇ ਉਧਰੋਂ ਭਗਵਾਨ ਕ੍ਰਿਸ਼ਨ ਨੇ ਵਿਸ਼ਕਰਮਾ ਨੂੰ ਕਿਹਾ ਵੀ ਤੂੰ ਦਾ ਘਰ ਵੀ ਬਣਾਇਆ, ਸਾਰੇ ਪਦਾਰਥ ਉਹਦੇ ਘਰ 'ਚ ਪਾਇਆ, ਲੈ ਕੇ ਤੰਦੁਲ ਚੱਬਿਓਨ ਵਿਦਾ ਕਰਾਤਾ। ਅਗਲੇ ਦਿਨ ਫਿਰ ਵਿਦਾ ਕਰਤਾ, ਘਰ ਪਹੁੰਚਾਤਾ, ਪਰ ਨਾ ਸੁਦਾਮੇ ਨੇ ਮੰਗਿਆ ਨਾ ਭਗਵਾਨ ਕ੍ਰਿਸ਼ਨ ਨੇ ਕਿਹਾ ਵੀ ਤੈਨੂੰ ਕੁਝ ਦਿੱਤਾ ਸੀ, ਉਹ ਏਦਾਂ ਹੀ ਮੱਥਾ ਟੇਕ ਕੇ ਚਲੇ ਗਏ। ਤੇ ਜਦੋਂ ਘਰ ਪਹੁੰਚੇ ਤੇ ਦੇਖਿਆ ਮਹਿਲ ਅਟਾਰੀਆਂ, ਬੱਚੇ ਖੇਡ ਰਹੇ, ਸੋਹਣੇ ਵਸਤਰ ਪਾਏ, ਖਾਣ ਨੂੰ ਸਾਰੇ ਪਦਾਰਥ ਘਰ ਵਿੱਚ। ਤੇ ਅਖੀਰਲੀ ਪੰਕਤੀ ਪਰੋ, 4 ਪਦਾਰਥ ਸकुछ ਪਠਾਏ। 4 ਪਦਾਰਥ ਨੇ ਧਰਮ, ਅਰਥ, ਕਾਮ, ਮੋਕਸ਼, ਉਹ ਸकुछ ਮਤਲਬ ਈਜ਼ੀਲੀ ਦੇ ਦਿੱਤੇ, ਕੋਈ ਉਹਦੇ ਅੰਦਰ ਐਫਰਟ ਨਹੀਂ ਕਰਨਾ ਪਿਆ ਭਗਤ ਨੂੰ ਜੀ। ਕੀ ਭਗਤ ਨੇ ਮੰਗਿਆ
नहीं मंगिया। की भगत ने जाके भगवान दे अगे दस्या भी मैं गरीब हाँ? नहीं दस्या। पर अंतरयामी कलगीधर पातशाह महाराज भी कहंदे ने, कहंदे वो परमात्मा अंतरयामी है, तुहानू मंगण दी लोड़ नहीं, पर हर दी अवस्था है। ਅੱਜ ਸਾਨੂੰ ਮੰਗਣਾ ਵੀ ਪੈਂਦਾ ਕਈ ਵਾਰੀ, ਹਰ ਦੀ ਅਵਸਥਾ ਹੈ। ਸੁਦਾਮਾ ਜੀ ਦੀ ਅਵਸਥਾ ਤੇ ਨਹੀਂ ਅਸੀਂ ਪਹੁੰਚ ਸਕਦੇ। ਆ ਗੁਰੂ ਤੇ ਭਗਤ ਨੇ। ਐ ਮੈਂ ਤੁਹਾਨੂੰ ਇੱਕ, ਆਪਾਂ ਹੁਣ ਇੰਟੈਲੈਕਚੁਅਲ ਟਾਕ ਚੱਲ ਰਹੀ ਹੈ ਸਾਡੀ, ਇਹਨੂੰ ਆਪਾਂ ਕਥਾ ਨਹੀਂ ਕਹਿ ਸਕਦੇ, ਇਸ ਕਰਕੇ ਮੈਂ ਕਥਾ ਦੀ ਵਿਚਾਰ ਵੱਲ ਨਹੀਂ ਜਾਵਾਂਗਾ, ਅਸੀਂ ਇਹਦੇ ਸਿਧਾਂਤ ਵੱਲ ਜਾਂਦੇ ਹਾਂ। ਸਾਨੂੰ ਇਹ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ? ਬਈ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਬਈ ਕੀ ਪਤਾ ਸੁਦਾਮਾ ਜੀ ਕਹਿ ਦਿੰਦੇ ਬਈ ਭਗਵਾਨ ਕ੍ਰਿਸ਼ਨ ਮੈਨੂੰ 10,000 ਦਮੜੇ ਦੇ ਦੇ। ਭਗਵਾਨ ਕ੍ਰਿਸ਼ਨ ਨੇ ਪੂਰੀ ਮਹਿਲ ਅਟਾਰੀਆਂ ਤਿਆਰ ਕਰਾਤੀਆਂ, 4 ਪਦਾਰਥ ਦੇ ਦਿੱਤੇ। ਅਸੀਂ ਇੱਕ ਮੰਗਣਾ ਸੀ, ਧਨ ਮੰਗਣਾ ਸੀ, ਅਸੀਂ ਤੇ ਭਗਵਾਨ ਨੇ 3 ਹੋਰ ਦੇ ਦਿੱਤੇ। ਸੋ ਖਾਲਸਾ ਜੀ, ਇਹ ਗੱਲ ਬੜੀ ਵਿਚਾਰਨ ਵਾਲੀ ਹੈ। ਭਾਈ ਅੱਜ ਸਾਡੇ ਅੰਦਰ ਕੱਟੜਵਾਦ ਵੱਧ ਰਿਹਾ ਹੈ ਵੀ ਭਗਵਾਨ ਕ੍ਰਿਸ਼ਨ ਦੀ ਸਾਖੀ ਤਾਂ ਹਿੰਦੂਆਂ ਦੇ ਮੱਤ ਚ ਹੁੰਦੀ ਹੈ। ਨਹੀਂ ਖਾਲਸਾ ਜੀ, ਜੇ ਕੋਈ ਮਾਂ ਹੋਵੇ ਨਾ, ਉਹਦੇ 2 ਬੱਚੇ ਨੇ, ਇੱਕ ਵੱਡਾ ਪੁੱਤਰ ਇੱਕ ਛੋਟਾ ਪੁੱਤਰ, ਵੱਡੇ ਪੁੱਤਰ ਦੀ ਬਹੁਤ ਗੁਣ ਨੇ, ਛੋਟੇ ਪੁੱਤਰ 'ਚ ਕੋਈ ਗੁਣ ਨਹੀਂ ਜਾਂ ਘੱਟ ਗੁਣ ਨੇ, ਤੇ ਪਰ ਮਾਂ ਉਹ ਛੋਟੇ ਦੀ ਨਿੰਦਾ ਸੁਣੇਗੀ? ਕਦੇ ਹੀ ਨਹੀਂ ਸੁਣੇਗੀ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਭਗਵਾਨ ਕ੍ਰਿਸ਼ਨ ਰਾਮ, ਇਹ ਪਰਮੇਸ਼ਵਰ ਦੇ ਬੱਚੇ ਨੇ। ਕੋਈ ਸਰਬ ਕਲਾ ਸਮਰੱਥ ਹੈ, ਕੋਈ 14 ਕਲਾ ਹੈ, ਕੋਈ 12 ਕਲਾ ਹੈ। ਸਾਨੂੰ ਕੋਈ ਹੱਕ ਨਹੀਂ ਕਿਸੇ ਦੀ ਨਿੰਦਾ ਕਰਨ ਦਾ। ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਨਮੁਖ ਲੋਕ ਨਿੰਦਾ ਕਰਦੇ ਨੇ। ਅਵਤਾਰਾਂ ਦੀ ਨਿੰਦਾ, ਅਸੀਂ ਕੌਣ ਹੁੰਨੇ ਆ ਅਵਤਾਰਾਂ ਦੀ ਨਿੰਦਾ ਕਰਨ ਵਾਲੇ? ਜਦੋਂ ਭਗਵਾਨ ਰਾਮ ਨਾ, ਖਾਲਸਾ ਜੀ, ਬੜੀ ਸੁਣਨ ਵਾਲੀ ਗੱਲ ਹੈ, ਸ਼੍ਰੀ ਦਸਮ ਗ੍ਰੰਥ ਦੇ ਅੰਦਰ ਪਿੱਛੇ ਦਾਸ ਨੇ ਪਾਠ ਕੀਤਾ ਸੀ ਰਾਮ ਨੌਮੀ ਦੇ ਉੱਤੇ, ਰਾਮਾ ਅਵਤਾਰ ਦਾ, ਸੰਗਤ ਦੇ ਨਾਲ ਰਲ ਕੇ ਕੀਤਾ ਸੀ। ਤੇ ਰਾਮਾ ਅਵਤਾਰ ਦੇ ਪਾਠ ਦੇ ਅੰਦਰ ਇੱਕ ਬੜੀ ਸੋਹਣੀ ਇੱਕ ਕਥਾ ਆਂਦੀ ਹੈ ਬਈ ਭਗਵਾਨ ਰਾਮ ਨਾ ਜਦੋਂ ਵਨਵਾਸ ਨੂੰ ਜਾ ਰਹੇ ਹੁੰਦੇ ਨੇ, ਇੱਕ ਟਿਊਕ ਮਾਤਰ ਉਦਾਹਰਣ ਦੇਣ ਲੱਗਿਆ, ਸਿਧਾਂਤ ਦੀ ਗੱਲ ਚੱਲ ਰਹੀ ਹੈ ਵੀ ਸਾਖੀ ਤੋਂ ਸਿਧਾਂਤ ਕੀ ਲੈਣਾ। ਤੇ ਭਗਵਾਨ ਰਾਮ ਸੀਤਾ ਨੂੰ ਕਹਿੰਦੇ, ਸੀਤਾ ਬਈ ਤੂੰ ਆਪਣੇ ਪਿਓ ਦੇ ਘਰ ਚਲੀ ਜਾ, ਤੂੰ ਰਾਜੇ ਦੀ ਕੁੜੀ ਹੈ, ਰਾਜਾ ਜਨਕ ਦੀ ਮਿਥਿਲਾ ਨਰੇਸ਼ ਦੀ ਲੜਕੀ ਹੈ, ਰਾਜਕੁਮਾਰੀ ਹੈ, ਤੂੰ ਘਰ ਚਲੀ ਜਾ, ਵੀ ਤੂੰ ਮੇਰੇ ਨਾਲ ਕਿਤੇ ਜੰਗਲਾਂ ਨੂੰ ਜਾਏਂਗੀ। ਉਹ ਕਹਿੰਦੀ ਨਾ ਪਿਆ, ਬਈ ਤੈਨੂੰ ਛੱਡ ਕੇ ਤੇਰੇ ਚਰਨ, ਹੁਣ ਤੇ ਮੇਰਾ ਸੁੱਖ ਤੇ ਦੁੱਖ ਤੇਰੇ ਚਰਨਾਂ ਦੀ ਮੈਂ ਦਾਸੀ ਆ, ਤੇਰੇ ਚਰਨਾਂ 'ਚ ਹੀ ਰਹਿਣਾ, ਤੇਰੇ ਚਰਨਾਂ 'ਚ ਜਿਉਣਾ, ਤੇਰੇ ਚਰਨਾਂ 'ਚ ਮਰਨਾ। ਅੱਜ ਖਾਲਸਾ ਜੀ, ਸਾਨੂੰ ਆਪਣੀ ਮਾਵਾਂ ਨੂੰ, ਆਪਣੀ ਧੀਆਂ ਨੂੰ ਆਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਅੱਜ ਕਹਿੰਦੇ ਦਸਮ ਗ੍ਰੰਥ ਨੂੰ ਕੱਢ ਦੋ ਪੰਥ ਚੋਂ। ਉਹ ਕਿਉਂ ਕਹਿੰਦੇ ਨੇ? ਕਿਉਂਕਿ ਉਹ ਜਿਹੜਾ ਸਿਧਾਂਤ ਅਸੀਂ ਲੈਣਾ ਸੀ, ਸੀਤਾ ਨੂੰ ਆਪਣੇ ਮਾਂ ਨੇ ਸਿੱਖਿਆ ਦਿੱਤੀ ਵੀ ਤੂੰ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਆਪਣੇ ਪਤੀ ਦਾ ਸਾਥ ਨਹੀਂ ਛੱਡ ਕੇ ਆਣਾ। This is the lesson her mother gave before she was allowed by her husband to go to the parental home। ਵੀ ਤੂੰ ਆਪਣੇ ਪੇਕੇ ਘਰ ਚਲੀ ਜਾ। ਉਹ ਕਹਿੰਦੀ ਮੈਂ ਨਹੀਂ ਜਾਣਾ, ਮੈਨੂੰ ਮੇਰੀ ਮਾਂ ਨੇ ਸਿੱਖਿਆ ਦਿੱਤੀ ਹੈ ਵੀ ਜੇ ਪ੍ਰਾਣ ਚਲੇ ਜਾਣ ਤਾਂ ਪਤੀ ਨੂੰ ਛੱਡੀ, ਵਰਨਾ ਪਤੀ ਨੂੰ ਛੱਡ ਕੇ ਨਾ ਆਈ। ਅੱਜ ਸਾਡੀ ਭੈਣਾਂ ਨੂੰ ਇਸ ਗੱਲ ਦੀ, ਇੱਥੇ ਸਾਡੇ ਵੈਸਟਰਨ ਕੰਟਰੀਜ਼ ਵਿੱਚ ਕਿਉਂ ਡਾਈਵੋਰਸ ਚੱਲਦਾ ਇੰਨਾ? ਕਿਉਂਕਿ ਉਹਨਾਂ ਦੇ ਕਲਚਰ 'ਚ ਸਿਖਾਇਆ ਨਹੀਂ ਜਾਂਦਾ। ਸਾਡੇ ਕਲਚਰ 'ਚ ਸਿਖਾਇਆ ਜਾਂਦਾ ਹੈ ਏਕਾ ਨਾਰੀ ਜਤੀ ਬਖਾਨਾ, ਵੀ ਆਪਣੀ ਨਾਰੀ ਦੇ ਨਾਲ ਜਤ ਪ੍ਰੇਮ ਕਰਨਾ, ਉਹ ਜਤ ਹੈ, ਉਹ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤਾ। ਸੋ ਸਾਡੀ ਸਾਖੀਆਂ ਤੋਂ ਸਿੱਖਿਆ ਮਿਲਦੀ ਹੈ। ਅੱਜ ਗੁਰੂ ਘਰਾਂ ਦੇ ਅੰਦਰ ਇਹ ਪ੍ਰਚਾਰ ਹੋ ਰਿਹਾ ਇਤਿਹਾਸ ਹਟਾ ਦਿਓ। ਖਾਲਸਾ ਜੀ ਕਹਿੰਦੇ ਨੇ 2 ਸਾਲ ਦਾ ਕੋਰਸ ਕਰ ਲਓ ਤੇ ਤੁਸੀਂ ਸਿੱਖ ਬਣ ਗਏ। ਉਹ ਨਹੀਂ ਖਾਲਸਾ ਜੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਰਾਜ ਨੇ 60 ਸਾਲ ਤੋਂ ਲੈ ਕੇ 72 ਸਾਲ ਤੱਕ ਸੇਵਾ ਕਰੀ ਹੈ, ਕੇਵਲ ਸੇਵਾ ਕਰੀ ਹੈ, ਨਿਰੋਲ ਸੇਵਾ। ਉੱਥੇ ਤਾਂ ਕੋਈ 2 ਸਾਲ ਦਾ ਕਨਸੈਪਟ ਨਹੀਂ ਆਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 5ਵੇਂ ਪਾਤਸ਼ਾਹ ਦੇ ਚਰਨਾਂ 'ਚ ਰਹੇ ਨੇ, ਬਾਬਾ ਬੁੱਢਾ ਜੀ ਕੋ ਸਿੱਖਿਆ ਲਈ ਹੈ। ਸੋ ਖਾਲਸਾ ਜੀ, ਗੁਰੂ ਘਰ ਦੇ ਅੰਦਰ ਸੇਵਾ ਪ੍ਰਧਾਨ ਹੈ। ਇਹ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ? ਵੀ ਜੋ ਸੇਵਾ ਹੈ ਉਹ ਭਗਵਾਨ ਕ੍ਰਿਸ਼ਨ, ਚਾਹੇ ਰੱਬ ਨੇ, ਜਿੱਥੇ ਮਰਜੀ ਕੋਈ ਪਹੁੰਚ ਜਾਵੇ, ਉਹ ਸੇਵਾ ਨਹੀਂ ਛੱਡ ਸਕਦਾ। ਚਰਨੋਂ ਦਿਕਲੇ ਚਰ ਪੈਰ ਧੋਏ, ਸਿੰਘਾਸਨ ਉੱਪਰ ਬਿਠਾਏ। ਤੇ ਭਗਤ ਜੇ ਤੁਹਾਡੇ ਘਰ ਕੋਈ ਆ ਜਾਂਦਾ ਹੈ ਤੇ ਭਗਤ ਨੂੰ ਤੁਸੀਂ ਕੁਝ ਗਲਤ ਨਹੀਂ ਕਹਿ ਸਕਦੇ ਕਦੇ ਵੀ। ਜੇ ਤੁਸੀਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਵੋ, ਪਰ ਕਿਸੇ ਵੀ ਭਗਤ ਦਾ ਨਿਰਾਦਰ ਕਰਨ ਦਾ ਤੁਹਾਨੂੰ ਹੱਕ ਨਹੀਂ। ਇਹ ਸਾਡੇ ਗੁਰੂ ਘਰ ਦੀ ਗੁਰਮਤ ਦੇ ਅੰਦਰ ਖਿਲਾਫ ਹੈ ਜੇ ਕਿਸੇ ਦਾ ਨਿਰਾਦਰ ਹੋ ਰਿਹਾ। ਤੇ ਇਸ ਸਿਧਾਂਤ ਤੋਂ ਸਿੱਖਿਆ ਕੀ ਮਿਲੀ ਕਿ ਇੱਕ ਤੇ ਭਗਤ ਨੂੰ ਕਦੇ ਵੀ ਗਰੀਬ ਦੇਖ ਕੇ ਉਹਦੀ ਕਦੇ ਵੀ ਅਸੀਂ ਨਿੰਦਾ ਨਹੀਂ ਕਰਨੀ। ਦੂਜਾ ਸਿਧਾਂਤ ਹੈ ਕਿ ਅਸੀਂ ਜਿੰਨੇ ਮਰਜ਼ੀ ਵੱਡੇ ਹੋ ਜਾਈਏ, ਭਗਤ ਨੂੰ ਹਮੇਸ਼ਾ ਆਪਣੇ ਤੋਂ ਉੱਪਰ ਬਿਠਾਉਣਾ। ਤੀਸਰੀ ਗੱਲ, ਜੋ ਆਪਣਾ ਗੁਰੂ ਸਿਖਾਈ
ਮਿੱਤਰ ਹੋ ਗਏ, ਮੰਨ ਲਓ ਵੀ ਸੰਥਿਆ ਲਈ ਭਾਈ ਰਾਜ ਸਿੰਘ ਜੀ ਨੇ ਇਕੱਠੇ ਗਿਆਨੀ ਸ਼ੇਰ ਸਿੰਘ ਜੀ ਕੋ ਸੰਥਿਆ ਲਈ, ਅਸੀਂ ਦੋਨੋਂ ਗੁਰਭਾਈ ਹੋ ਗਏ। ਉਹ ਗੁਰਭਾਈ ਹਮੇਸ਼ਾ ਇੱਕ ਦੂਜੇ ਦਾ ਸਤਿਕਾਰ ਕਰਨ, ਇਹ ਬਹੁਤ ਜ਼ਰੂਰੀ ਹੈ। ਇਹ ਸਾਡੇ ਬੱਚਿਆਂ ਨੂੰ ਪੜ੍ਹਨ ਦੀ ਲੋੜ ਹੈ। even if you are studying in the school, somebody was in your class and you met him after 15 years, try to give him respect, because this is taught in our religion to respect people। ਉਹ ਤੁਹਾਡੀ ਸਿੱਖੀ ਤੁਹਾਨੂੰ ਪਹਿਲਾਂ ਕਹਿੰਦੇ ਨਹੀਂ ਸੀ ਘਰ ਦਾ ਇੱਕ ਵੱਡਾ ਪੁੱਤ ਸਰਦਾਰ ਬਣਾਉਣਾ, ਉਹ ਕਿਉਂ ਕਹਿੰਦੇ ਸੀ? ਅੱਜ ਸਾਡੇ ਘਰ ਦੇ ਬੱਚੇ ਦਾੜੀ ਕਿਉਂ ਕਟਾ ਰਹੇ ਨੇ? ਉਹਦਾ ਰੀਜ਼ਨ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਗੱਲ ਨਹੀਂ ਦੱਸੀ ਵੀ ਤੇਰੇ ਦਰਸ਼ਨਾਂ ਨਾਲ ਸਿੱਖੀ ਪੈਦਾ ਹੋਣੀ ਚਾਹੀਦੀ ਸੀ, ਤੇਰੀ ਕਥਾ ਨਾਲ ਨਹੀਂ ਪੈਦਾ ਹੋਣੀ ਸੀ। ਤੇਰਾ ਆਚਰਣ, ਤੇਰੀ ਜਿਹੜੀ ਫਿਲਾਸਫੀ ਸੀ ਉਹ ਨਹੀਂ ਕੰਮ ਆਣੀ, ਤੇਰਾ ਆਚਰਣ ਕੰਮ ਆਉਣਾ। ਉਹ ਚੀਜ਼ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰੀਏ। ਹੁਣ ਏਦਾਂ ਹੀ ਧਰੂ ਭਗਤ ਦੀ ਸਾਖੀ ਹੈ ਖਾਲਸਾ ਜੀ। ਮੇਰੇ ਕੋਲ ਸਮਾਂ ਸ਼ਾਰਟ ਹੈ ਤੇ ਉਹ ਵੀ ਆਪਣੀ ਮਾਂ ਦੇ ਕੋਲ, ਮੈਂ ਤੁਹਾਨੂੰ ਬਿਲਕੁਲ ਬਰੀਫ ਦੇ ਅੰਦਰ ਲਾਂਗਾ, ਹੁਣ ਮੈਂ ਅਖਰੀ ਅਰਥ ਚ ਨਹੀਂ ਜਾਵਾਂਗਾ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲਿੱਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਧਰੂ ਭਗਤ ਜੀ ਸੀਗੇ। ਇਹ ਭਾਈ ਗੁਰਦਾਸ ਦੀ 10ਵੀਂ ਵਾਰ ਹੈ ਖਾਲਸਾ ਜੀ। ਜੇ ਤੁਸੀਂ ਚਾਹੁੰਦੇ ਹੋ ਨਾ ਅੱਜ ਦਾ ਟੌਪਿਕ ਤੁਹਾਨੂੰ ਕਲੀਅਰ ਹੋਵੇ, ਕਿਸ ਦਿਨ ਸਮਾਂ ਕੱਢੇ ਆਪਾਂ ਇਹਦੇ ਅਰਥ ਵਿਚਾਰਾਂਗੇ। ਇਹ ਇੱਕ ਸਾਖੀ ਨੂੰ 1 ਘੰਟਾ ਚਾਹੀਦਾ। ਭਾਈ ਗੁਰਜੋਤ ਸਿੰਘ ਐਲਸ ਬਰਾਂਟੇ ਵਾਲਿਆਂ ਨੇ ਸੰਥਿਆ ਲਈ ਸੀ ਦਾਸ ਤੋਂ ਇਹਦੇ ਅਰਥਾਂ ਦੀ, ਮੈਨੂੰ ਯਾਦ ਹੈ ਅੱਜ ਤੋਂ 2 ਸਾਲ ਪਹਿਲੇ ਦੀ ਗੱਲ ਹੈ। ਇਹ ਜਿਹੜੇ ਇਹਦੇ ਅਰਥ ਨੇ ਉਹ ਬਹੁਤ ਜ਼ਿਆਦਾ ਡੂੰਘਾਈ ਨਾਲ ਵਿਚਾਰਨ ਵਾਲਾ ਵਿਸ਼ਾ ਨੇ, ਕਿਉਂਕਿ ਦਸਮ ਗ੍ਰੰਥ ਦੇ ਅੰਦਰ ਜ਼ਿਕਰ ਆਣਾ ਭਗਤ ਪ੍ਰਹਿਲਾਦ ਜੀ ਧਰੂ ਜੀ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜ਼ਿਕਰ ਆਣਾ, ਹੋਰ ਧਾਰਮਿਕ ਸਨਾਤਨ ਗ੍ਰੰਥਾਂ ਦੇ ਅੰਦਰ ਜ਼ਿਕਰ ਆਣਾ। ਅਸੀਂ ਨਿਗਲੈਕਟ ਨਹੀਂ ਕਰ ਸਕਦੇ ਇਸ ਚੀਜ਼ ਨੂੰ ਕਿ ਭਗਤ ਧਰੂ ਜੀ ਸਭ ਤੋਂ ਉੱਤੇ ਨੇ ਬ੍ਰਹਿਮੰਡ ਦੇ ਅੰਦਰ। ਇੱਕ ਹੋਰ ਤੁਹਾਡੀ ਗਿਆਤ ਲਈ ਗੱਲ ਦੱਸ ਦਵਾਂ, ਸੰਗਤ ਗੁਰੂ ਰੂਪ ਹੈ, ਸਾਰੀ ਗੱਲ ਜਾਣਦੀ ਹੈ, ਪਰ ਸਾਡੀ ਡਿਊਟੀ ਲੱਗੀ ਹੈ ਵੀ ਤੁਹਾਨੂੰ 40 ਮਿੰਟ ਅਸੀਂ ਗੁਰੂ ਦੀ ਸੇਵਾ ਕਰਦੇ। ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਇੱਕ ਕਥਾ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਾ ਰਹੇ ਹੁੰਦੇ ਨੇ ਨਾ, ਜਿੱਥੇ ਪਾਠ ਉਚਾਰਨ ਹੋਇਆ ਰਹਿਰਾਸ ਸਾਹਿਬ ਦਾ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਉਹ ਸ਼ਬਦ ਜਿੱਥੇ ਉਸ ਤੋਂ ਪਹਿਲਾਂ ਧਰੂ ਭਗਤ ਨੂੰ ਮਿਲਦੇ ਨੇ। ਪਰਮੇਸ਼ਵਰ ਦੇ ਘਰ ਦੇ ਬਿਲਕੁਲ ਦੁਆਰੇ ਦੇ ਉੱਤੇ ਜਿੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ, ਭਾਈ ਤਾਰੂ ਸਿੰਘ, ਭਾਈ ਮਣੀ ਸਿੰਘ ਕਿਆਂ ਦਾ, ਉੱਥੇ ਪ੍ਰਭੂ ਦੇ ਪਿਆਰੇ ਭਗਤ ਵੀ ਸੌਂਦੇ ਨੇ। ਸਭ ਤੋਂ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਧਰੂ ਭਗਤ ਨੂੰ ਮਿਲੇ ਸੀ ਸੱਚਖੰਡ ਜਾਣ ਤੋਂ ਪਹਿਲਾਂ। ਸੋ ਖਾਲਸਾ ਜੀ, ਇੱਕ ਵਾਰੀ ਧਰੂ ਭਗਤ ਜੀ ਦੀ ਵੀ ਸਾਖੀ ਤੁਸੀਂ ਪੜ੍ਹੋਗੇ ਨਾ, ਤੁਹਾਡੇ ਅੰਦਰ ਸ਼ੁਭ ਗੁਣ ਪੈਦਾ ਹੋਣਗੇ। ਤੁਸੀਂ ਬੱਚਿਆਂ ਨੂੰ ਪੜ੍ਹਾਓ, ਜਿਹੜੇ ਬੱਚੇ ਯੂਥ ਹੈ ਸਾਡਾ, ਆਪਣੇ ਨਾਲ ਛੋਟੇ ਭੈਣ ਭਰਾਵਾਂ ਨੂੰ ਪੜ੍ਹਾਓ। ਦਾਸ ਦੇ ਕੋਲ 2 ਗੁੜੀਆਂ ਨੇ, ਇੱਕ ਬੇਟਾ ਹੈ, ਉਹ ਤਾਂ ਛੋਟਾ ਹੈ ਜੇ, ਤੇ ਮੈਂ ਆਪਣੀ ਗੁੜੀਆਂ ਨੂੰ ਆਹ ਸਿਰਫ ਸਾਖੀ ਦੀ ਫੋਟੋ ਦਿਖਾ ਕੇ ਸਾਖੀ ਸੁਣਾ ਦੂੰ। when she'll grow up, when she'll become 16, when with the grace of God, when she'll grow up, ਤੇ ਉਹ ਇਸ ਫੋਟੋ ਨੂੰ ਯਾਦ ਕਰਕੇ ਕਹੇਗੀ ਵੀ ਆ ਕਿੱਥੇ ਲਿਖਿਆ ਹੋਇਆ ਸੀ। ਆਪਾਂ ਇਹਨੂੰ ਪੜ੍ਹਨਾ ਚਾਹੀਦਾ। ਜੇ ਆਪਾਂ ਉਹਨੂੰ ਹੁਣੇ ਹੀ ਨਹੀਂ ਦੱਸ ਰਹੇ, ਅਸੀਂ ਉਹਦੇ ਮਨ 'ਚ ਕੱਟੜਵਾਦ ਪਾ ਰਹੇ ਹਾਂ। ਕੋਈ ਵੀ ਤੁਹਾਨੂੰ ਭਗਤ ਮਿਲਦਾ, ਮੁਸਲਮਾਨ ਧਰਮ ਦਾ, ਸਿੱਖ ਧਰਮ ਦਾ, ਕੋਈ ਕ੍ਰਿਸਚੀਅਨ, ਕੋਈ ਗੋਰਾ ਮਿਲਦਾ ਆਪਾਂ ਨੂੰ, ਜੇ ਸਾਨੂੰ ਚੰਗੀ ਸਿੱਖਿਆ ਮਿਲੇ ਗ੍ਰਹਿਣ ਕਰੋ, ਮਾੜੀ ਨੂੰ ਤਿਆਗ ਦਿਓ। ਸੋ ਗੁਰੂ ਸਾਹਿਬ ਮਹਾਰਾਜ ਦੇ ਭਗਤ ਪ੍ਰਹਿਲਾਦ ਜੀ ਆਪਣੇ ਪਿਓ ਦੀ ਗੋਦੀ 'ਚ ਬਹਿੰਦੇ ਨੇ। ਉਤਾਨਪਾਦ ਉਹਨਾਂ ਦੇ ਪਿਤਾ ਦਾ ਨਾਮ ਹੁੰਦਾ ਹੈ, ਤੇ ਆ ਕੇ ਮਤਰੇਈ ਮਾਂ ਉਠਾ ਦਿੰਦੀ ਹੈ, ਚੱਕ ਦਿੰਦੀ ਹੈ ਝੋਲੀ ਚੋਂ, ਗੋਦੀ ਚੋਂ ਚੱਕ ਦਿੰਦੀ ਹੈ। ਤੇ ਜਦੋਂ ਗੋਦੀ ਚੋਂ ਚੱਕ ਦਿੰਦੀ ਹੈ, ਰੋਂਦੇ ਰੋਂਦੇ ਆਪਣੀ ਮਾਂ ਕੋਲ ਜਾਂਦੇ ਨੇ ਤੇ ਕਹਿੰਦੇ, ਢੰਡੋਲਿਕਾ ਮਾਂ ਪੁੱਛੇ ਤੂੰ ਸਾਵਾਣੀ ਹੈ ਕਿ ਸੁਰੀਤਾ, ਕਹਿੰਦੇ ਤੂੰ ਰਾਣੀ ਹੈ ਕਿ ਗੋਲੀ ਹੈ, ਤੇਰੇ ਪੁੱਤਰ ਨੂੰ ਗੋਦੀ ਚੋਂ ਉਠਾਤਾ। there is no respect for your child in that kingdom। ਕੋਈ ਉੱਥੇ ਮੇਰੀ ਇੱਜ਼ਤ ਹੀ ਨਹੀਂ ਹੈ, ਮੈਨੂੰ ਰਾਜੇ ਦੀ ਗੋਦੀ ਤੋਂ ਉਠਾਤਾ। ਤੇ ਉਹ ਕਹਿੰਦੀ, ਮੈਂ ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦੜੇਤਾ। ਕਹਿੰਦੇ ਹਾਂ ਤਾਂ ਮੈਂ ਰਾਣੀ, ਪਰ ਭਗਤੀ ਨਹੀਂ ਕੀਤੀ। ਧਰੂ ਕਹਿੰਦਾ ਵੀ ਭਗਤੀ ਕੀ ਹੁੰਦੀ ਹੈ ਮਾਤਾ? ਉਹਨੇ ਕਿਹਾ ਬਈ ਭਗਤੀ ਬੇਟੇ ਉਹ ਚੀਜ਼ ਹੁੰਦੀ ਹੈ ਜਿਸ ਤੇ ਨਾ ਰਾਜ ਮਿਲਦਾ ਹੈ। ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਵਰ ਆਰਾਧਿਆ ਜੀਦੂ ਹੋਈਆ ਪਤਿਤ ਪੁਨੀਤਾ। ਕਹਿੰਦੇ ਪਰਮੇਸ਼ਵਰ ਦੀ ਆਰਾਧਨਾ ਕਰੋ ਜਿਸ ਦੇ ਨਾਲ ਪਤਿਤ ਤੋਂ, ਬਹੁਤ ਭੈੜੇ ਤੋਂ ਭੈੜਾ ਬੰਦਾ ਵੀ ਪਵਿੱਤਰ ਹੋ ਜਾਂਦਾ। ਪਰਮਾਤਮਾ ਦੀ ਭਗਤੀ ਪਾਰਸ ਹੈ ਜਿਹਨੂੰ ਛੋਲੇ ਸੁੰਨਾ ਕਰ ਦਿੰਦੀ ਹੈ। ਗੁਰੂ ਅਮਰਦਾਸ ਮਹਾਰਾਜ ਅੰਮ੍ਰਿਤ ਵੇਲੇ ਬੀਬੀ ਅਮਰੋ ਤੋਂ ਬਾਣੀ ਸੁਣ ਰਹੇ ਸੀ, ਤੇ ਬਾਣੀ ਸੁਣਦੇ ਸੁਣਦੇ ਐਸੀ ਚੋਟ ਲੱਗੀ, ਕਹਿੰਦੇ ਨੂੰਹ ਸੀਗੀ ਗੁਰੂ ਅਮਰਦਾਸ ਮਹਾਰਾਜ ਦੀ, ਜਿਹੜੀ ਨੂੰਹ ਸੀ ਉਹ ਗੁਰੂ ਅੰਗਦ ਦੇਵ ਜੀ ਦੀ ਬੇਟੀ ਸੀ, ਉਹਦਾ ਨਾਮ ਬੀਬੀ ਅਮਰੋ ਸੀ। ਕਹਿੰਦੇ ਬੇਟੀ ਮੈਨੂੰ ਲੈ ਕੇ ਚੱਲ। ਬਾਣੀ ਦੀ ਤੁਕ ਸੁਣੀ, ਮਨ ਨੂੰ ਛੂ ਗਈ, ਜੀਵਨ ਵਾਲੇ ਦੇ ਮੁਖ ਚੋਂ ਨਿਕਲੀ ਸੀ। ਜਦੋਂ ਕੋਈ ਜੀਵਨ ਵਾਲਾ ਗੁਰਸਿੱਖ ਕੋਈ ਗੱਲ ਸੁਣਾਏ ਤੇ ਉਹ ਜੀਵਨ ਪਲਟ ਹੋ ਜਾਂਦਾ। ਤੇ ਜਦੋਂ ਜੀਵਨ ਪਲਟ ਹੋ ਗਿਆ, ਗੁਰੂ ਅਮਰਦਾਸ ਮਹਾਰਾਜ ਪਹੁੰਚੇ, ਜਾ ਕੇ ਮੱਥਾ ਟੇਕਿਆ। ਗੁਰੂ ਅੰਗਦ ਨੇ ਕਿਹਾ ਤੂੰ ਤਾਂ ਸਾਡੇ ਸੰਬੰਧੀ ਹੋ,
ਕਹਿੰਦੇ ਮੈਂ ਸੰਬੰਧੀ ਬਣ ਕੇ ਨਹੀਂ ਸਿੱਖ ਬਣ ਕੇ ਆਇਆ। ਸੋ ਖਾਲਸਾ ਜੀ ਉसी ਪ੍ਰਕਾਰ ਮਾਂ ਨੇ ਕਿਹਾ ਕਿ ਤੂੰ ਭਗਤੀ ਕਰ। ਫਿਰ ਜੰਗਲ ਦੇ ਅੰਦਰ ਚਲਾ ਗਿਆ 5 ਸਾਲ ਦਾ ਬੱਚਾ ਧਰੂ। ਅੱਗੋਂ ਨਾਰਦ ਮੁਨੀ ਉਪਦੇਸ਼ਿਆ, ਨਾਰਦ ਮੁਨੀ ਮਿਲਿਆ, ਕਹਿੰਦਾ ਇੱਥੇ ਤਾਂ ਸੱਪ ਬੜੇ ਨੇ, ਸ਼ੇਰ ਬੜੇ ਨੇ, देयर आर lots of snakes, there are lions here, what are you doing over here, there are wild animals, they will eat you। ਉਹ ਕਹਿੰਦੇ ਨਹੀਂ, ਮੈਂ ਇੱਥੇ ਭਗਤੀ ਕਰਨ ਆਇਆ, ਮੇਰੀ ਮਾਂ ਨੇ ਕਿਹਾ। ਮੈਂ ਖਾਲਸਾ ਜੀ ਇੱਥੇ ਨੋਟ ਕਰਿਓ ਗੱਲ, ਮੇਰੀ ਮਾਂ ਨੇ ਕਿਹਾ। ਅਸੀਂ ਆਪਣੇ ਬੱਚੇ ਨੂੰ ਨਹੀਂ ਅੱਜ ਕਹਿ ਰਹੇ ਵੀ ਤੂੰ ਭਗਤੀ ਕਰ। ਸਾਡਾ ਵੀ ਬੱਚਾ 5 ਸਾਲ ਦਾ ਹੈ, ਅਸੀਂ ਨਹੀਂ ਉਹਨੂੰ ਪ੍ਰੇਰਿਤ ਕਰ ਰਹੇ ਵੀ ਤੂੰ ਭਗਤੀ ਕਰ। ਸਾਡੀ ਜੇ ਅੱਜ ਤੁਹਾਡੀ ਮਾਂ ਨੇ ਤੁਹਾਨੂੰ 5 ਸਾਲ ਦੇ ਪ੍ਰੇਰਿਤ ਨਹੀਂ ਕੀਤਾ, ਹੈ ਨਹੀਂ ਤੁਸੀਂ ਮੇਰੇ ਲੈਕਚਰ ਤੋਂ ਬਾਅਦ ਆਪਣੀ ਮਾਂ ਨੂੰ ਕੋਸਣ ਲੱਗ ਜਾਣਾ। ਮਾਂ ਗੁਰੂ ਹੈ, ਮਾਂ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਹਾਂ ਅਸੀਂ ਮਨ 'ਚ ਸਿੱਖਿਆ ਜ਼ਰੂਰ ਧਾਰਨ ਕਰ ਸਕਦੇ ਹਾਂ। ਜੇ ਪਰਮੇਸ਼ਰ ਤੂੰ ਸਾਨੂੰ ਭਾਗ ਲਾਏਗਾ ਤੇ ਤਦ ਸਾਨੂੰ ਇਹ ਸਿੱਖਿਆ ਜ਼ਰੂਰ ਦੇਈ ਕਿ ਅਸੀਂ ਆਪਣੇ 5 ਸਾਲ ਦੇ ਬੱਚੇ ਨੂੰ ਜ਼ਰੂਰ ਕਹੀਏ ਕਿ ਪਰਮੇਸ਼ਵਰ ਦਾ ਨਾਮ ਆਰਾਧਿਆ ਕਰ, ਵਾਹਿਗੁਰੂ ਜਪਿਆ ਕਰ, ਗੁਰ ਸ਼ਬਦ ਦੇ ਉੱਤੇ ਕੁਝ ਵੀ ਨਹੀਂ। ਸ਼ਲੋਕ ਸੰਸਕ੍ਰਿਤੀ ਚ ਪੰਚਮ ਪਾਤਸ਼ਾਹ ਕਹਿੰਦੇ ਨੇ, ਗੁਰਮੰਤਰ ਹੀਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣੈ, ਕੂਕਰਹਿ ਸੂਕਰਹਿ ਗਰਦ ਪਹਿ ਕਾਕਹਿ ਸਰਪਨਹਿ ਤੁਲ ਖਲੈ। ਵੀ ਜਿਹੜਾ ਵਿਅਕਤੀ ਗੁਰਮੰਤਰ ਦਾ ਜਾਪ ਨਹੀਂ ਨਾ ਕਰਦਾ, ਵਾਹਿਗੁਰੂ ਨਹੀਂ ਜਪਦਾ, ਉਹਦਾ ਜਨਮ ਤ੍ਰਿਗ ਹੈ। ਉਹ ਕੂਕਰ ਦੀ ਜੂਨ ਚ ਪਏਗਾ, ਸੂਕਰ ਦੀ ਜੂਨ ਚ ਪਏਗਾ, ਗਰਦ ਪਹਿ ਗਧਿਆਂ ਦੀ ਜੂਨ ਚ ਪਏਗਾ, ਕਾਕਹਿ ਕਾਵਾਂ ਦੀ ਜੂਨ ਚ ਪਏਗਾ, ਤੁਲ ਖਲੈ ਮੂਰਖਾਂ ਦੇ ਬਰਾਬਰ ਹੈ ਜੋ ਵਾਹਿਗੁਰੂ ਸ਼ਬਦ ਨਹੀਂ ਜਪਦਾ। ਵਾਹਿਗੁਰੂ ਸ਼ਬਦ ਦਾ ਖਾਲਸਾ ਜੀ ਜਾਪ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਉਹ ਉਹਨਾਂ ਨੇ ਜੰਗਲ ਚ ਗਏ, ਤਪ ਕੀਤਾ ਤੇ ਅੰਮ੍ਰਿਓ ਨਿਧਾਨ ਅੰਮ੍ਰਿਤ ਰਸ ਪੀਤਾ। ਵਾਹਿਗੁਰੂ ਸ਼ਬਦ ਦੀ ਜੋ ਰਾਮ ਦੀ ਧੁਨੀ ਹਿਰਦੇ ਚ ਗੂੰਜੀ, ਧਰੂ ਭਗਤ ਜੀ ਨੂੰ ਪਰਮੇਸ਼ਵਰ ਪ੍ਰਗਟ ਹੋ ਗਏ ਤੇ ਕਹਿੰਦੇ ਹੁਣ ਮੰਗ ਕੀ ਸੀਗੀ, ਰਾਜ ਲੈਣਾ ਸੀਗਾ। ਪਰ ਜਦੋਂ ਪਰਮੇਸ਼ਵਰ ਦੇ ਸਾਖਸ਼ਾਤ ਦਰਸ਼ਨ ਹੋਏ ਤੇ ਮੰਗ ਹੀ ਖਤਮ ਹੋ ਗਈ। ਮੰਗ ਖਤਮ ਹੋ ਗਈ ਤੇ ਪਰਮੇਸ਼ਵਰ ਨੂੰ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ। ਤੇ ਪਰ ਪਰਮੇਸ਼ਵਰ ਦਾ ਬਿਰਧ ਕੀ ਹੈ, ਪਿੱਛੋਂ ਰਾਜੇ ਸੱਦਿਆ, ਅਬਚਲ ਰਾਜ ਕਰਹੁ ਨਿਤ ਨੀਤਾ। ਪਰਮੇਸ਼ਵਰ ਨੇ ਰਾਜੇ ਨੂੰ ਪ੍ਰੇਰਿਤ ਕਰ ਦਿੱਤਾ, ਉਹਦੀ ਬੁੱਧੀ ਪਲਟਤੀ। ਰਾਜਾ ਉਹਨੂੰ ਜੰਗਲ ਚ ਲੈਣ ਆ ਗਿਆ ਤੇ ਉਹਨੂੰ ਰਾਜ ਤੇ ਬਿਠਾਇਆ। ਹਾਰ ਚੱਲੇ ਗੁਰਮੁਖ ਜਗ ਜੀਤਾ। ਕਹਿੰਦੇ ਬਈ ਜਿਹੜੀ ਉਹਦੀ ਮਤਰੇਈ ਮਾਂ ਸੀ, ਉਹਦਾ ਪੁੱਤਰ ਮਰ ਗਿਆ ਕਿਸੇ ਕਾਰਨ ਕਰਕੇ, ਉਹ ਹਾਰ ਗਈ ਔਰ ਗੁਰਮੁਖ ਭਗਤ ਪ੍ਰਹਿਲਾਦ ਜੀ ਜਗਤ ਤੋਂ ਜਿੱਤ ਕੇ ਗਏ। ਧਰੂ ਜੀ, ਵਾਹਿਗੁਰੂ ਧਰੂ ਜੀ। ਸੋ ਧਰੂ ਜੀ ਬ੍ਰਹਿਮੰਡ ਦੇ ਅੰਦਰ ਸਭ ਤੋਂ ਵੱਡੇ ਤਾਰੇ ਹੋਏ ਜਿਨ੍ਹਾਂ ਨੇ ਭਗਤੀ ਕੀਤੀ। ਹੁਣ ਖਾਲਸਾ ਜੀ ਸਿਧਾਂਤ ਕੀ ਹੈ? ਸਿਧਾਂਤ ਅੱਜ ਉਹ ਨਹੀਂ ਜਿਹੜੇ ਢੋਲਕੀਆਂ ਛੈਣਿਆਂ ਚਿਮਟਾਂ ਵਾਲੇ ਸਿਧਾਂਤ ਸਮਝਾਉਂਦੇ ਨੇ ਸਾਨੂੰ, ਉਹ ਸਿਧਾਂਤ ਗੁਰੂ ਦੀ ਬਾਣੀ ਦਾ ਨਹੀਂ। ਉਹ ਤੇ ਸਾਡੀ ਨਿੰਦਾ ਸਿਖਾਉਂਦੇ ਨੇ ਸਾਨੂੰ। ਸਾਡੀ ਗੁਰੂ ਕੀ ਬਾਣੀ ਦਾ ਹਿਰਦਾ ਬੜਾ ਵਿਸ਼ਾਲ ਹੈ। ਕਲਗੀਧਰ ਪਾਤਸ਼ਾਹ ਦਾ ਜਦੋਂ ਦਰਬਾਰ ਸਜਦਾ ਸੀ ਨਾ ਸੰਗਤ ਜੀ, ਤੇ ਉਸ ਦੇ ਅੰਦਰ ਨਿਹੰਗ ਸਿੰਘ ਨੀਲੇ ਬਾਣੇ ਚ, ਨਿਰਮਲੇ ਸਾਧੂ ਭਗਵੇਂ ਵਸਤਰਾਂ ਚ, ਔਰੰਜ ਜਿਵੇਂ ਵਸਤਰ ਤੁਸੀਂ ਦੇਖੇ ਹੋਣੇ ਸਾਧੂਆਂ ਦੇ। ਮੈਂ ਸਮਝਦਾ ਕਿ ਸਾਡੇ ਵੈਸਟਰਨ ਬੱਚਿਆਂ ਨੂੰ, ਇੱਧਰ ਦਿਆਂ ਨੂੰ ਭਗਵੇਂ ਦਾ ਨਹੀਂ ਅਰਥ ਪਤਾ ਹੋਏਗਾ। ਤੁਸੀਂ ਗੂਗਲ ਤੇ ਸਰਚ ਕਰਿਓ ਨਿਰਮਲੇ ਸੰਤ, ਤੇ ਉਹ ਨਿਰਮਲੇ ਸੰਤ ਬੈਠੇ ਨੇ, ਸੰਤ ਸਮਾਜ ਬੈਠਾ ਹੈ, ਬੈਰਾਗੀ ਬੈਠੇ ਨੇ, ਉਦਾਸੀ ਬੈਠੇ ਨੇ। ਤੁਸੀਂ ਇੱਕ ਵਾਰੀ ਨੇਤਰ ਬੰਦ ਕਰਕੇ ਉਹ ਦਰਸ਼ਨ ਕਰੋ ਕਿੱਦਾਂ ਦਾ ਦਰਬਾਰ ਹੋਵੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਇੱਕ ਫੁਲਵਾੜੀ ਸੀ, ਗੇਂਦੇ ਦੇ ਫੁੱਲ, ਚਮੇਲੀ ਦੇ ਫੁੱਲ ਤੇ ਗੁਲਾਬ ਦੇ ਫੁੱਲ, ਉਹ ਸਾਰੇ ਫੁੱਲ ਸੀਗੇ ਗੁਰਸਿੱਖ। ਅੱਜ ਅਸੀਂ ਕੀ ਕੀਤਾ, ਆਪਣਾ ਦਾਇਰਾ ਬੜਾ ਛੋਟਾ ਕਰ ਲਿਆ। ਜੋ ਕਲਗੀਧਰ ਨੇ ਵਿਸ਼ਾਲ ਸੋਚ ਦਿੱਤੀ ਸੀ ਨਾ, ਵੀ ਆਰ ਮੇਕਿੰਗ ਇਟ ਨੈਰੋ 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 ਨੈਰੋ। ਗੁਰੂ ਨੇ ਨਾਂ ਦਿੱਤਾ ਸੀ ਸਿੱਖ, ਸਾਰੀ ਉਮਰ ਸਿੱਖਦਾ ਲੈ, ਲਰਨ ਕਰਦਾ ਰਹਿ। ਪਰ ਨਾ ਅਸੀਂ ਆਪਣਾ ਕੀ ਰਖਾ ਲਿਆ ਵੀ ਅਸੀਂ ਤਾਂ ਬਹੁਤ ਬਸ ਹੁਣ ਵੀ ਨਹੀਂ, ਨੋਟ ਟੂ ਲਰਨ ਨਹੀਂ ਥਿੰਗ। ਨਹੀਂ ਖਾਲਸਾ ਜੀ, ਇਹ ਸਿੱਖਣਾ ਅਜੇ ਤਾਂ ਸ਼ੁਰੂ ਹੋਈ ਹੈ, ਇਹ ਤਾਂ ਜਨਮ ਸਿੱਖੀ ਦਾ ਮਿਲਿਆ। ਚਲੀਏ ਅਸੀਂ ਅੱਗੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਏਦਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਜਿਹੜੀ ਦ੍ਰੋਪਦੀ ਸੀਗੀ, ਉਹਦਾ ਭਰੇ ਦਰਬਾਰ ਦੇ ਅੰਦਰ ਉਹਦੇ ਜਿਹੜੇ ਵਸਤਰ ਸੀਗੇ ਉਹ ਨਗਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਨੇ ਪਰਮਾਤਮਾ ਨੂੰ ਆਰਾਧਿਆ। ਮੈਂ ਹੁਣ ਡੀਪ ਨਹੀਂ ਜਾ ਰਿਹਾ ਬਿਕੋਜ਼ ਟਾਈਮ ਵੱਧਦਾ ਜਾ ਰਿਹਾ। ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀ ਲੈ। ਕਰੋੜਾਂ ਹੀ ਉੱਤੋਂ ਨਾ ਭਗਵਾਨ ਕ੍ਰਿਸ਼ਨ ਨੂੰ ਯਾਦ ਕੀਤਾ। ਮੈਂ 1 ਮਿੰਟ ਇਸ ਸਾਖੀ ਦਾ ਦ੍ਰਿਸ਼ਟਾਂਤ ਜ਼ਰੂਰ ਲੈਣਾ ਚਾਹਾਂਗਾ। ਤੁਸੀਂ ਸਾਰਿਆਂ ਨੇ ਸਾਖੀ ਸੁਣੀ ਹੋਈ ਹੈ, ਮੈਂ ਡਿਟੇਲ ਚ ਨਹੀਂ ਜਾਂਦਾ ਸਾਖੀ ਦੀ, ਸਿਰਫ ਸਿਧਾਂਤ ਵੱਲ ਸਟਿਕ ਕਰਨ ਦੀ ਕੋਸ਼ਿਸ਼ ਕਰਦਾ। ਭਗਵਾਨ ਕ੍ਰਿਸ਼ਨ ਨੂੰ ਦ੍ਰੋਪਦੀ ਕਹਿੰਦੀ, ਜਿਹੜੇ ਸਾਡੇ ਇੱਥੇ ਦੇ ਬੱਚੇ ਨੇ ਜਿੰਨੇ ਵੀ ਨੇ, ਸ਼ਾਇਦ ਆਪ ਜੀ ਨੇ ਇੰਨੀ ਡਿਟੇਲ ਚ ਨਹੀਂ ਮਹਾਭਾਰਤ ਪੜ੍ਹੀ ਹੋਣੀ, ਪਰ ਕਲਗੀਧਰ ਪਾਤਸ਼ਾਹ ਨੇ ਮਹਾਭਾਰਤ ਲਿਖਵਾਈ ਸੀਗੀ ਤੇ ਪਰ ਸਰਸਾ ਨਦੀ ਦੇ ਅੰਦਰ ਉਹ ਰੁੜ ਗਈ ਸੀਗੀ। ਪਰ ਕਵੀ ਸੈਨਾਪਤੀ ਜੀ ਦੇ ਕਈ ਉਲੱਥੇ ਮਿਲਦੇ ਵੀ ਨੇ ਪੰਥ ਦੇ ਅੰਦਰ ਪੜ੍ਹਨ ਨੂੰ। ਚਲੋ ਉਹ ਵਿਸ਼ਾ ਨਹੀਂ ਹੈ ਸਾਡਾ।
ਤੇ ਕੋਈ ਵਿਅਕਤੀ ਇਹ ਦੱਸ ਸਕੇਗਾ ਮੈਨੂੰ ਅੱਜ ਦੀ ਕਲਾਸ ਦੇ ਅੰਦਰ ਵੀ ਆਰ 42 ਪਾਰਟਿਸਿਪੈਂਟ ਸਿਟਿੰਗ ਕਿ ਦ੍ਰੋਪਦੀ ਦੀ ਸਾੜੀ ਕਿਸ ਬੰਦੇ ਨੇ ਲਾਈ ਸੀ? ਜਿਹੜਾ ਦੁਰਯੋਧਨ ਸੀਗਾ ਉਹ ਤਾਂ ਮੇਨ ਮਤਲਬ ਇੱਕ ਕਹਿ ਲਈਏ ਆਪਾਂ ਵਿਲਨ ਸੀਗਾ। ਵਿਲਨ ਨੇ ਕਿਸ ਨੂੰ ਕਿਹਾ ਸੀ ਦ੍ਰੋਪਦੀ ਦੀ ਸਾੜੀ ਲਾਉਣ ਨੂੰ? ਤੁਸੀਂ ਇਹ ਸਾਖੀ ਸ਼ਾਇਦ ਨਹੀਂ ਗੋ ਥਰੂ ਹੋਏ, ਕੋਈ ਬੋਲਣਾ ਚਾਹੇ ਅਨਮਿਊਟ ਕਰਕੇ। ਚਲੋ ਮੈਂ ਉਸ ਵੱਲ ਨਹੀਂ ਜਾਂਦਾ, ਜੇ ਤੁਹਾਨੂੰ ਹਲਕਾ ਹਲਕਾ ਆਪਾਂ ਬਿਲਕੁਲ ਪੰਛੀ ਝਾਤ ਜੀ ਦੇ ਦਿੰਦੇ ਆ ਬਿਕੋਜ਼ ਟਾਈਮ ਬਹੁਤ ਘੱਟ ਰਹਿ ਗਿਆ। ਦ੍ਰੋਪਦੀ ਦੀ ਜਦੋਂ ਸਾੜੀ ਦੇ ਉੱਤੇ ਹੱਥ ਪਾਇਆ, ਉਹਦੀ ਇੱਜ਼ਤ ਦੇ ਉੱਤੇ ਹੱਥ ਪਾਇਆ, ਤੇ ਦ੍ਰੋਪਦੀ ਨੇ ਕੀ ਕਿਹਾ ਵੀ ਭਗਵਾਨ ਕ੍ਰਿਸ਼ਨ ਜੀ ਮੇਰੀ ਰੱਖਿਆ ਕਰੋ। ਤੁਸੀਂ ਪੜੋ 7ਵੇਂ ਨੰਬਰ ਦੇ ਉੱਤੇ, ਘਰ ਆਈ ਠਾਕੁਰ ਮਿਲੈ ਪੈਜ ਰਹੀ ਬੋਲੇ ਸਰਮਾਂਦੀ ਨਾਥ ਅਨਾਥਾਂ ਬਾਣ ਧੁਰਾਂ ਦੀ। ਕਹਿੰਦੇ ਹੇ ਅਨਾਥਾਂ ਦੇ ਨਾਥ ਭਗਵਾਨ ਕ੍ਰਿਸ਼ਨ ਮੇਰੀ ਰੱਖਿਆ ਕਰ। ਭਾਈ ਗੁਰਦਾਸ ਜੀ ਦੀ ਬਾਣੀ ਚੋਂ 8 ਨੰਬਰ 10ਵੀਂ ਵਾਰ ਚੋਂ 8 ਨੰਬਰ ਪੌੜੀ ਹੈ, ਤੇ ਜਿਹੜੀ ਸੱਜੇ ਪਾਸੇ ਸਕਰੀਨ ਤੇ ਦਿਖ ਰਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ। ਹੁਣ ਖਾਲਸਾ ਜੀ ਅੱਜ ਸਾਨੂੰ ਕੀ ਕਰਾਇਆ ਜਾ ਰਿਹਾ? ਦੇਖੋ ਸਰਕਾਰਾਂ ਵੱਲੋਂ ਸਾਨੂੰ ਹਿੰਦੂਆਂ ਤੇ ਸਿੱਖਾਂ ਨੂੰ ਲੜਾਇਆ ਜਾ ਰਿਹਾ, ਪਰ ਸਾਡੇ ਗੁਰੂਆਂ ਦੀ ਬਾਣੀ ਕਹਿੰਦੀ ਸੀ ਕਿ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨਬੋ, ਵੀ ਤੂੰ ਚੰਗੀ ਸਿੱਖਿਆ ਗ੍ਰਹਿਣ ਕਰਨੀ। ਮੈਂ ਥੋੜਾ ਜਿਹਾ ਅੱਗੇ ਚੱਲਣ ਦੀ ਕੋਸ਼ਿਸ਼ ਕਰਦਾ। ਏਦਾਂ ਹੀ ਬਿੱਦਰ ਤੇ ਦੁਰਯੋਧਨ ਜੀ ਦਾ ਪ੍ਰਸੰਗ ਹੈ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਕਰ ਧਰੇ ਚੱਕਰ ਬੈਕੁੰਠ ਤੇ ਆਏ ਹਸਦਸ ਹਸਤੀ ਕੇ ਪ੍ਰਾਣ ਉਬਾਰੀ ਜਲੇ। ਹੁਣ ਇਸ ਸਿਧਾਂਤ ਦੇ ਉੱਤੇ ਵੀ ਤੁਸੀਂ ਥੋੜੀ ਜਿਹੀ ਜ਼ਿਕਰ ਕਰੋ, ਨਿਗਾਹ ਮਾਰੋ ਵੀ ਹੈ ਤਾਂ ਸਨਾਤਨ ਧਰਮ ਦਾ। ਇੱਕ ਹਾਥੀ ਸੀਗਾ, you can see in the picture on the left side of the screen, the topmost one, ਉਹ ਐਲੀਫੈਂਟ ਜਿਹੜਾ ਸੀਗਾ ਉਹ ਦਲਦਲ ਦੇ ਅੰਦਰ ਫਸਦਾ ਜਾ ਰਿਹਾ ਸੀਗਾ। ਤੁਸੀਂ ਧਿਆਨ ਨਾਲ ਦੇਖੋ ਸਾਰੇ ਪਿਕਚਰ ਵੱਲ, ਤੇ ਉਸਨੇ ਕੀ ਕੀਤਾ, ਉਹਦੇ ਵੇਟ ਕਰਕੇ ਉਹ ਡਾਊਨ ਜਾਈ ਜਾ ਰਿਹਾ ਸੀ। ਇਹ ਗੁਰੂ ਗ੍ਰੰਥ ਸਾਹਿਬ ਦੀ ਸਾਖੀ ਮੈਂ ਤੁਹਾਨੂੰ ਸੁਣਾ ਰਿਹਾ। ਖੱਬੇ ਪਾਸੇ ਸ਼ਬਦ ਲਿਖਿਆ ਹੋਇਆ, ਦੂਜੀ ਪੰਕਤੀ ਪੜ੍ਹ ਲਓ, ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਣ ਉਬਾਰੀ ਲੋ। ਤੇ ਉਹ ਭਗਵਾਨ ਜਿਹੜੇ ਸੀਗੇ ਉਸਨੇ ਪੁਕਾਰ ਕੀਤੀ, ਫੁੱਲ ਤੋੜਿਆ, ਜਿਵੇਂ ਕਮਲ ਦੇ ਫੁੱਲ ਲੱਗੇ ਹੁੰਦੇ ਆ ਨਾ ਆਪਣੇ ਤਲਾਬ ਦੇ ਉੱਤੇ, ਜਿਵੇਂ ਆਪਣੇ ਇੱਥੇ ਲੇਕਸ ਹੈਗੀਆਂ, ontario ਲੇਕ ਦੇ ਉੱਤੇ ਮੈਂ ਕਈ ਦੇਖੇ ਫੁੱਲ ਜੇ ਤਰਦੇ ਹੋਏ ਸਾਈਡ ਦੇ ਉੱਤੇ, ਤੇ ਉਹ ਫੁੱਲ ਤੋੜ ਕੇ ਉਹਨੇ ਨਾ ਭਗਵਾਨ ਵੱਲ ਉੱਚੀ ਕੀਤਾ ਆਪਣੀ ਸੁੰਡ ਨਾਲ, ਕਿਹਾ ਭਗਵਾਨ ਮੇਰਾ ਵਜਨ ਬਹੁਤ ਹੈ, ਮੈਂ ਬਚ ਨਹੀਂ ਸਕਦਾ। ਪਰ ਥੱਲੋਂ ਨਾ ਉਹਨੂੰ ਇੱਕ ਕ੍ਰੋਕੋਡਾਈਲ, ਇੱਕ ਐਲੀਵੇਟਰ ਉਹਨੂੰ ਫੜ ਕੇ ਨਾ ਥੱਲੇ ਨੂੰ ਆਪਣੀ ਤਾਣਾ ਪਾ ਕੇ ਖਿੱਚ ਰਿਹਾ ਸੀਗਾ। ਉਹ ਕਹਿੰਦਾ ਵੀ ਆ ਮੈਂ ਆਪਣੇ ਵੇਟ ਕਰਕੇ ਵੀ ਥੱਲੇ ਜਾ ਰਿਹਾ, ਇੱਕ ਮੈਨੂੰ ਮਗਰਮੱਛ ਵੀ ਤਾਂ ਨੂੰ ਖਿੱਚੀ ਜਾਂਦਾ, ਹੁਣ ਤੂੰ ਮੈਨੂੰ ਬਚਾ ਲੈ। ਪਰਮਾਤਮਾ ਅੱਗੇ ਗੁਹਾਰ ਪਾਈ ਤੇ ਪਰਮਾਤਮਾ ਅੱਗੇ ਫੁੱਲ ਅਰਪਣ ਕੀਤਾ, ਫੁੱਲ, ਜਸਟ ਅ ਫਲਾਵਰ, ਇਟ ਡਜ਼ਨਟ ਕਾਸਟ ਐਨੀਥਿੰਗ, that was useless, you know, but ਪਰਮਾਤਮਾ ਨੇ ਕੀ ਦੇਖੀ? ਸ਼ਰਧਾ। ਸ਼ਰਧਾ ਦੇਖੀ ਉਹ ਫੁੱਲ ਪਿੱਛੇ, ਉਹਦੀ ਇਕਾਗਰਤਾ ਦੇਖੀ, ਸਾਰੀ ਆਸ ਛੱਡ ਕੇ ਮੈਨੂੰ ਬੁਲਾ ਲਿਆ। ਤੇ ਉਹ ਜਦੋਂ ਉਹਨੇ ਅੱਗੇ ਕੀਤੀ ਤੇ ਪ੍ਰਮਾਤਮਾ ਕਰ ਧਰੇ ਚੱਕਰ ਬੈਕੁੰਠ ਤੇ ਆਏ। ਘਰ ਦੇ ਅੰਦਰ ਸੁਦਰਸ਼ਨ ਚੱਕਰ ਲੈ ਕੇ ਬੈਕੁੰਠ ਸੱਚਖੰਡ ਤੋਂ ਆ ਗਏ। ਗੱਜ ਕਹਿੰਦੇ ਨੇ ਹਾਥੀ ਨੂੰ, ਗੱਜ ਹਸਤੀ ਕੇ ਪ੍ਰਾਣ ਉਬਾਰੀ, ਹਾਥੀ ਦੇ ਪ੍ਰਾਣ ਬਚਾ ਲਏ। ਹੁਣ ਸਿਧਾਂਤ ਕੀ ਹੈ? ਇਹ ਜਿਹੜਾ ਹਾਥੀ ਹੈ ਇਹ ਸੰਸਾਰ ਦਾ, ਉਸ ਸਮੇਂ ਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ, ਉਹ ਸੰਸਾਰ ਹੈ ਸਾਡਾ ਸਾਰਾ, ਜੋ ਹਿੰਦੂ ਧਰਮ ਹੈ। ਜੋ ਕ੍ਰੋਕੋਡਾਈਲ ਹੈ ਥੱਲੇ, ਉਹ ਕੌਣ ਹੈ? ਉਹ ਔਰੰਗਜ਼ੇਬ ਦੀਆਂ ਸ਼ਰਾਂ ਦੀਆਂ ਤਾਰਾਂ ਪਾ ਕੇ ਪਕੜ ਕੇ ਬੈਠਾ ਸੀ। ਦਲਦਲ ਕੀ ਹੈ? ਦਲਦਲ ਸੀਗੇ ਜਿਹੜੇ ਉਸ ਟਾਈਮ ਦੇ ਉੱਤੇ ਵਿਸ਼ੇ ਵਿਕਾਰ ਥੱਲੇ ਨੂੰ ਖਿੱਚਦੇ ਸੀ ਬੰਦੇ ਨੂੰ, ਵੀ ਆਪਣਾ ਧਰਮ ਬਦਲ ਲੈ, ਮੁਸਲਮਾਨ ਹੋ ਜਾ, ਨਹੀਂ ਤੇ ਤੈਨੂੰ ਛੱਡ ਦਾਂਗੇ। ਪਰ ਪੰਡਤ ਕਿਰਪਾ ਰਾਮ ਨੇ ਸ਼ਰਧਾ ਦਾ ਫੁੱਲ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਭੇਟਾ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਕਰ ਧਰੇ ਚੱਕਰ ਬੈਕੁੰਠ ਤੋਂ ਆ ਗਏ। ਗੁਰੂ ਤੇਗ ਬਹਾਦਰ ਸਾਹਿਬ ਨੇ ਮੱਘਰ ਸੁਦੀ ਪੰਚਮੀ 1675 ਨੂੰ ਆਪਣਾ ਪਾਵਨ ਪਵਿੱਤਰ ਸੀਸ ਦੇ ਕੇ ਉਸ ਸੰਸਾਰ ਡੁੱਬਦੇ ਹੋਏ ਨੂੰ ਉਸ ਸ਼ਰਾਂ ਦੀ ਤਾਰਾਂ ਤੋਂ ਬਚਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਸਾਰ ਨੂੰ ਉਬਾਰ ਲਿਆ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ। ਸੋ ਸਾਖੀ ਉਹੀ ਚੱਲ ਰਹੀ ਹੈ, ਸਿਧਾਂਤ ਤੁਹਾਡੇ ਗੁਰੂ ਘਰ ਦਾ ਵੀ ਹੈ। ਜੇ ਤੁਸੀਂ ਉਸ ਨੂੰ ਨਿਗਲੈਕਟ ਕਰ ਦੋਗੇ, ਸਾਖੀਆਂ ਨੂੰ, ਆਪਣੇ ਗੁਰੂ ਗ੍ਰੰਥ ਸਾਹਿਬ ਦੀ ਪੰਕਤੀਆਂ ਨੂੰ ਛੱਡਣ ਲੱਗ ਜਾਓਗੇ, ਤੇ ਤੁਸੀਂ ਬਹੁਤ ਵੱਡੇ ਲਾਸ ਚ ਆ ਜਾਓਗੇ ਖਾਲਸਾ ਜੀ। ਅੱਜ ਸਾਡੂ ਪ੍ਰੋਬਲਮ, ਮੈਂ ਤੁਹਾਨੂੰ ਆ ਗੱਲ ਕਿਉਂ ਦੱਸੀ ਹੈ, ਮੈਂ ਤੁਹਾਨੂੰ ਇਸ ਟਾਈਮ ਬਹੁਤ ਹੋਰ ਵੀ ਗਿਆਨ ਦੀਆਂ ਗੱਲਾਂ ਦੱਸ ਸਕਦਾ, ਬਹੁਤ ਚੀਜ਼ਾਂ ਸੁਣਾ ਸਕਦਾ, ਬਟ ਤੁਸੀਂ ਇੱਕ ਗੱਲ ਪਲੀਜ਼ ਆਪਣਾ ਇੰਟੈਲੈਕਟ ਲੈਵਲ ਵਧਾਓ,
ਆਪ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ। ਕਿਸੇ ਤੇ ਵਿਸ਼ਵਾਸ, ਸੁਪ੍ਰੀਤ ਤੇ ਵਿਸ਼ਵਾਸ ਨਾ ਕਰੋ ਵੀ ਸੁਪ੍ਰੀਤ ਸਾਨੂੰ ਸਹੀ ਸੁਣਾ ਰਿਹਾ ਕਿ ਗਲਤ ਸੁਣਾ ਰਿਹਾ। ਜਸਟ ਫੋਰਗੇਟ ਆਲ दैट। ਤੁਸੀਂ ਆਪ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਕੱਢੋ। ਬਹੁਤ ਸੁੰਦਰ ਟੀਕੇ ਅਵੇਲੇਬਲ ਨੇ। ਸਤਿਕਾਰਯੋਗ gurmatvichar.com ਦੇ ਉੱਤੇ ਵੱਡੇ ਮਹਾਪੁਰਖ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸਾਰੀ ਕਥਾ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਨੈਟ ਤੇ ਪਈ ਹੈ। ਤੁਹਾਨੂੰ ਕੋਈ ਡਾਊਟ ਹੋਏ ਤੁਸੀਂ ਉਹਨਾਂ ਦੀ ਕਥਾ ਸੁਣੋ। ਪੰਥ ਚ ਉਹਨਾਂ ਨੂੰ ਸਭ ਤੋਂ ਵਿਦਵਾਨ ਸ਼ਖਸੀਅਤ ਮੰਨਿਆ ਗਿਆ ਜਿਸ ਟਾਈਮ, ਜਿਨ੍ਹਾਂ ਦੀ ਕਥਾ ਵੀ ਨੈਟ ਤੇ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਇੰਦਰਜੀਤ ਸਿੰਘ ਰਕਬੇ ਵਾਲਿਆਂ ਦੀ ਕਥਾ ਪਈ ਹੈ। ਸਤਿਕਾਰਯੋਗ ਮੇਰੇ ਵਿਦਿਆ ਦਾਤੇ ਗਿਆਨੀ ਸ਼ੇਰ ਸਿੰਘ ਜੀ ਦੀ ਕਥਾ ਨੈਟ ਤੇ ਪਈ ਹੈ। ਤੁਸੀਂ ਵਿਦਵਾਨਾਂ ਨੂੰ ਸੁਣੋ। ਖਾਲਸਾ ਜੀ ਆਪ ਗੁਰਬਾਣੀ ਪੜ੍ਹੋ, ਕਿਸੇ ਭੰਬਲ ਭੂਸੇ ਚ ਨਾ ਪਾਓ ਬਈ ਇਹ ਸਿੱਖਾ ਹਿੰਦੂਆਂ ਦੇ ਗ੍ਰੰਥਾਂ 'ਚ ਲਿਖੇ ਸਾਡੇ 'ਚ ਨਹੀਂ ਹੋ ਸਕਦੀ। ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਭਗਤ ਬਾਣੀ ਗੁਰਬਾਣੀ ਵੱਲ ਤੁਹਾਡੇ ਜੀਵਨ ਨੂੰ ਉੱਤੇ ਲੈ ਕੇ ਜਾਣਾ ਚਾਹ ਰਹੀ ਹੈ। ਦੇ ਵਾਂਟ ਟੂ ਚੇਂਜ ਯੋਰ ਥਾਟਸ, ਦੇ ਵਾਂਟ ਟੂ ਟੇਕ ਯੂ ਟੂ ਦ ਸਪਿਰਿਚੁਅਲਿਟੀ, ਬਟ ਵਾਟ ਵੀ ਆਰ ਡੂਇੰਗ, ਅਸੀਂ ਐਕਸਟਰਨਲ ਚੀਜ਼ਾਂ ਦੇ ਉੱਤੇ ਲੁਭਾਏਮਾਨ ਹੋ ਜਾਂਦੇ ਹਾਂ। ਖਾਲਸਾ ਜੀ ਉਹ ਸਭ ਮਹਾਰਾਜ ਕਹਿੰਦੇ ਵੀ ਸੁਪਨ ਸਮਾਨੰ, ਉਹ ਤੇ ਸੁਪਨ ਹੈ, ਉਹਨੇ ਬਿਨਸ ਜਾਣਾ। ਚਲੋ, ਸੋ ਖਾਲਸਾ ਜੀ ਸਿਧਾਂਤ ਹੈ ਕਿ ਗੁਰੂ ਘਰ ਦੇ ਅੰਦਰ ਆਪਣੀ ਸ਼ਰਧਾ ਵਧਾਓ। ਸਾਖੀ ਸੁਣਨ ਤੋਂ ਮਤਲਬ ਹੈ ਕਿ ਉਹ ਸਾਖੀ ਸਾਨੂੰ ਕੀ ਸਿੱਖਿਆ ਦਿੰਦੀ ਹੈ। ਬੜੇ ਪ੍ਰੇਮ ਵਾਲੇ ਬੱਚੇ ਬੈਠੇ ਹੋ ਤੁਸੀਂ, ਮੈਂ ਸਕਰੀਨ ਤੇ ਦੇਖ ਰਿਹਾ ਸਾਰਿਆਂ ਨੂੰ, ਬੜੇ ਪਿਆਰ ਨਾਲ ਸੁਣ ਵੀ ਰਹੇ ਹੋ, ਪਰ ਪਲੀਜ਼ ਤੁਸੀਂ ਇਹ ਸ਼ਬਦਾਂ ਨੂੰ ਪੜ੍ਹਨਾ ਸ਼ੁਰੂ ਕਰੋ। My 40 minutes will be utilized. I'll get my pay. I'll get the khushi of Guru. If you will, I'll share the PPT with you. Go through it. ਇਹਦੇ ਅਰਥ ਪੜੋ। ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਨੂੰ ਈਮੇਲ ਕਰੋ, ਕਾਲ ਕਰੋ, ਮੈਨੂੰ ਪੁੱਛੋ ਵੀ ਆ ਕਿੱਦਾਂ ਹੋ ਗਿਆ। ਥੱਲੇ ਵਾਲੀ ਸਾਖੀ ਲਿਖੀ ਹੈ ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੈ ਤੂੰ ਬਾਰੀ ਲਿਓ, ਕੀ ਸਾਖੀ ਹੈ? ਗੌਤਮ ਨਾਰ ਅਹਿਲਿਆ ਤਾਰੀ ਪਾਵਨ ਕੇਤਕ ਤਾਰੀ, ਇਹਦੇ ਕੀ ਸਾਖੀ ਹੈ? ਉਹ ਕੀ ਸਾਖੀਆਂ ਨੇ? ਸਾਡੇ ਇਤਿਹਾਸ ਦੇ ਅੰਦਰ ਸਾਖੀਆਂ ਸਾਨੂੰ ਕੌਣ ਪੜ੍ਹਾਏਗਾ? ਹੁਣ ਤੁਹਾਡੇ ਸਾਹਮਣੇ ਸਕਰੀਨ ਤੇ ਉੱਤੇ ਇੱਕ ਸ਼ਬਰੀ ਮਾਂ ਦਿਖ ਰਹੀ ਹੈ। ਉਹਨੇ 37 ਸਾਲ ਜੰਗਲ ਦੇ ਅੰਦਰ ਭਗਵਾਨ ਰਾਮ ਦਾ ਨਾਮ ਜਪਿਆ। 37 ਇਅਰਸ ਉਹਨੇ ਗੁਰਮੰਤਰ ਜਪਿਆ। ਤੇ ਜੇ ਕੋਈ ਗੁਰਮੰਤਰ ਜਪੇ, ਕੀ ਸਾਡੀ ਹਿੰਮਤ ਹੈ ਅਸੀਂ ਉਹਦੀ ਨਿੰਦਾ ਕਰੀਏ? ਅਸੀਂ ਤਾਂ ਆਪ ਨਹੀਂ ਅਜੇ ਅੰਮ੍ਰਿਤ ਵੇਲੇ ਉੱਠਦੇ ਨਿਤਨੇਮ ਕਰਦੇ। ਸਾਡੀ ਕੀ ਹਿੰਮਤ ਹੈ ਕਿਸੇ ਹਿੰਦੂ ਧਰਮ ਦੇ ਬੰਦੇ ਜਿਹੜਾ ਰਾਮ ਦਾ ਨਾਮ ਲੈ ਅਸੀਂ ਨਿੰਦਾ ਕਰੀਏ? ਉਹ ਤਾਂ ਸਾਡੇ ਤੋਂ ਉੱਚਾ ਜੀਵਨ ਵਿੱਚ। ਖਾਲਸਾ ਜੀ ਕਿਸੇ ਦੀ ਨਿੰਦਾ ਨਹੀਂ ਕਰਨੀ ਕਦੇ ਜ਼ਿੰਦਗੀ 'ਚ, ਚਾਹੇ ਉਹ ਨੀਵਾਂ ਚਾਹੇ ਉਹ ਤੁਹਾਡੇ ਤੋਂ ਉੱਚਾ। ਇਹ ਸ਼ਬਰੀ ਜਦੋਂ ਪਹੁੰਚੀ, ਭਗਵਾਨ ਰਾਮ ਜੰਗਲ ਦੇ ਅੰਦਰ ਆਪਣੀ ਘਰਵਾਲੀ ਨੂੰ ਲੱਭ ਰਹੇ ਸੀ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਨਾ, ਰੋਵੈ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ। ਸੀਤਾ ਤੇ ਲਛਮਣ ਵਿਛੜ ਗਏ, ਰਾਮ ਜੀ ਜੰਗਲ 'ਚ ਰੋ ਰਹੇ ਨੇ ਤੇ ਰਸਤੇ ਸ਼ਬਰੀ ਮਾਤਾ ਮਿਲੀ। ਸ਼ਬਰੀ ਮਾਤਾ ਨੇ ਭਗਵਾਨ ਕ੍ਰਿਸ਼ਨ ਦੇ ਅੱਗੇ ਨਾ ਵਾਹਿਗੁਰੂ ਭਗਵਾਨ ਰਾਮ ਦੇ ਅੱਗੇ ਬੇਰ ਰੱਖਣੇ ਚਾਹੇ, ਪਰ ਉਹਨੇ ਕਿਹਾ ਕਿਧਰੇ ਭਗਵਾਨ ਰਾਮ ਬੇਰ ਕੱਚੇ ਨੇ, ਕਿਧਰੇ ਕੋੜੇ ਨਾ ਹੋਣ। ਉਹ ਪਹਿਲੇ ਮੂੰਹ ਨਾਲ ਜੂਠਾ ਕਰਦੀ ਹੈ ਤੇ ਬੇਰ ਭਗਵਾਨ ਨੂੰ ਦੇਈ ਜਾਂਦੀ। ਜੇ ਮੇਰੇ ਵਰਗਾ ਹੁੰਦਾ ਉਹ ਕਹਿੰਦਾ ਲੈ ਟੂਟੀ ਮਾਂਜੀ ਹੈ, ਸਾਨੂੰ ਦੁੱਧ ਦੇਣ ਲੱਗਿਆ, ਗੜਵਾ ਮਾਂਜਿਆ ਚੰਗੀ ਤਰ੍ਹਾਂ। ਪਰ ਖਾਲਸਾ ਜੀ ਉਹ ਮਾਤਾ ਝੂਠੇ ਬੇਰ ਹੀ ਖਵਾਈ ਜਾ ਰਹੀ ਹੈ। ਦੇਖੋ ਉਹਦੇ ਬਾਅਦ ਭਗਵਾਨ ਕ੍ਰਿਸ਼ਨ ਭਗਵਾਨ ਰਾਮ ਖਾਈ ਜਾ ਰਹੇ। ਤੇ ਖਾਲਸਾ ਜੀ ਇਹ ਹੈ ਭਗਤੀ। ਭਗਤ ਨੂੰ ਸਮਝਣ ਵਾਲਾ ਵੀ ਰੱਬ ਹੈ ਤੇ ਭਗਤ ਨੂੰ ਭਗਤ ਬਣਾਉਣ ਵਾਲਾ ਵੀ ਰੱਬ ਹੈ, ਹੋਰ ਕੋਈ ਨਹੀਂ ਬਣਾ ਸਕਦਾ। ਹਰਨਾਕਸ਼ ਹਰਨਾਕਸ਼ ਹਰੇ ਪ੍ਰਾਣ, ਹਰਨਾਕਸ਼ ਦੇ ਪ੍ਰਾਣ ਜਿਹੜੇ ਸੀਗੇ ਨਰਸਿੰਘ ਭਗਵਾਨ ਨੇ ਹਰ ਲਏ। ਇਹ ਕਥਾ ਦਸਮ ਗ੍ਰੰਥ ਦੇ ਅੰਦਰ ਨਰਸਿੰਘ ਅਵਤਾਰ 'ਚ ਲਿਖੀ ਹੈ। ਜੇ ਤੁਸੀਂ ਦਸਮ ਗ੍ਰੰਥ ਨਿਗਲੈਕਟ ਕਰ ਦੋਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਪੰਕਤੀਆਂ ਕਿੱਦਾਂ ਤੁਸੀਂ ਅਰਥ ਕਰੋਗੇ? ਆਪਣੇ ਬੱਚਿਆਂ ਨੂੰ ਕਿਵੇਂ ਅਰਥ ਕਰੋਗੇ? ਆਪਣੇ ਬੱਚਿਆਂ ਨੂੰ ਕਿਵੇਂ ਅਰਥ ਸਿਖਾਓਗੇ? ਹੁਣ ਮੈਂ ਬਿਲਕੁਲ ਲਾਸਟ ਦੇ ਅੰਦਰ ਮੇਰੇ ਕੋਲ ਭਾਈ ਦਿਲਰਾਜ ਸਿੰਘ ਜੀ, ਹਰਸਿਮਰਨ ਕੌਰ ਕਿੰਨਾ ਟਾਈਮ ਰਹਿ ਗਿਆ? ਕਿਉਂਕਿ ਇਟਸ 8:45 from in my time. I'm not able to listen you guys. मैं audible नहीं हूँ ਤੁਸੀਂ। Hello. ਹਾਂਜੀ ਭਾਈ ਸਾਹਿਬ, you can take as much time as you want. 9 ਵਜੇ ਦਾ ਟਾਈਮ ਦਿੱਤਾ ਸੀ ਸਾਨੂੰ। ਓਕੇ ਮੇਰੇ ਕੋਲ 10 ਮਿੰਟ ਹੈਗੇ। ਹਾਂਜੀ ਹੋ ਮੈਂ ਕਨਕਲੂਡ ਕਰਾਂਗਾ, ਕੋਈ 5 ਮਿੰਟ ਆਪਾਂ ਉਹ ਵੀ ਰੱਖਣੇ ਆ ਕੁਐਸਚਨ ਆਨਸਰਸ ਤੇ ਉਹਦੇ ਬਾਅਦ ਹੁਣ ਮੈਂ ਥੋੜਾ ਜਿਹਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਅੰਦਰ ਸਨਾਤਨ ਧਰਮ ਦੀ ਦ੍ਰਿਸ਼ਟੀ 'ਚ ਲੈ ਕੇ ਆਇਆ। ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਹਿੰਦੂ ਧਰਮ ਨਾਲ ਜੋੜਤਾ। ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਤੁਸੀਂ ਭਗਵਾਨ ਰਾਮ ਦੀ ਪੂਜਾ ਸ਼ੁਰੂ ਕਰੋ। ਮੈਂ ਕਹਿੰਦਾ ਵੀ ਕੋਈ ਚੰਗਾ ਬੰਦਾ ਤੁਹਾਨੂੰ ਸਿੱਖਿਆ ਦੇ ਰਿਹਾ, ਉਹਨੂੰ ਕਾਹਤੇ ਤੁਸੀਂ ਲੈਣਾ ਛੱਡਤਾ?
ਜੇ ਮੰਨ ਲਓ ਭਾਈ ਦਿਲਰਾਜ ਸਿੰਘ, ਹਰਸਿਮਰਨ ਕੌਰ ਜਾਂ ਜਸਲੀਨ ਕੌਰ, ਰਣਦੀਪ ਕੌਰ, ਇਹ ਸਾਰਿਆਂ ਅੰਦਰ ਕੋਈ ਗੁਣ ਹੈਗਾ ਚੰਗਾ, ਉਹਨਾਂ ਦੇ ਅੰਦਰ 100 ਔਗੁਣ ਹੋਣਗੇ। why you look at that 100 points, why don't you take that one positive out of that person? ਆਪਾਂ ਕਾਹਤੇ ਨਿੰਦਾ ਚ ਪੈ ਰਹੇ ਹਾਂ ਸਾਰੇ? ਛੋੜ ਦੋ ਖਾਲਸਾ ਜੀ ਨਿੰਦਾ। ਮਹਾਰਾਜ ਕਹਿੰਦੇ ਨੇ ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੈ ਬਸਾਈਏ। ਕਬੀਰ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ। ਬਈ ਜੇ ਤੇਰੀ ਨਿੰਦਾ ਹੋ ਰਹੀ ਹੈ ਤੇ ਤੂੰ ਬੈਕੁੰਠ ਨੂੰ ਜਾਏਗਾ, ਤੇਰੇ ਹਿਰਦੇ ਦੇ ਅੰਦਰ ਨਾਮ ਵਸੇਗਾ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੈ ਬਸਾਈਏ। ਰਿਤੇ ਸੁਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਤੇਰਾ ਹਿਰਦਾ ਸ਼ੁੱਧ ਹੋ ਜਾਵੇਗਾ। ਬਸ ਨਿੰਦਾ ਜੇ ਤੇਰੀ ਹੋ ਰਹੀ ਹੈ ਉਹਨੂੰ ਸੁਣਨਾ, ਤੇਰੀ ਨਿੰਦਾ ਹੋ ਰਹੀ ਹੈ ਕੋਈ ਨਹੀਂ ਹੋਣ ਦੇ, ਤੂੰ ਨਾ ਕਿਸੇ ਦੀ ਕਰ। ਨਿੰਦਾ ਕਿਸੇ ਦੀ ਨਹੀਂ ਕਰਨੀ ਗੁਰੂ ਘਰ ਦੇ ਅੰਦਰ। ਹੁਣ ਟੌਪਿਕ ਸੀਗਾ ਸਾਖੀ, ਜੋ ਮੈਨੂੰ ਹਰਸਿਮਰਨ ਨੇ ਅਲਾਟ ਕੀਤਾ ਸੀ। ਹੁਣ ਉਸ ਦੇ ਅੰਦਰੋਂ ਆਪਾਂ ਸਾਖੀ ਦਾ ਲਿਆ ਟੌਪਿਕ ਅੱਗੇ ਭਗਤ। ਹੁਣ ਕੀ ਭਗਤ ਸਨਾਤਨ ਧਰਮ ਦੇ ਅੰਦਰ ਹੀ ਸੀਗੇ? ਉਹ ਭਗਤ ਖਤਮ ਹੋ ਗਏ ਉਸ ਤੋਂ ਬਾਅਦ ਦੁਆਪਰ ਤੇ ਕਲਯੁਗ ਦੀ ਦੁਆਪਰ ਤੇ ਮੈਂ ਤੁਹਾਨੂੰ ਤ੍ਰੇਤੇ ਦੀ ਸਾਖੀਆਂ ਸੁਣਾਈਆਂ ਕਿ ਕਲਯੁਗ ਦੇ ਅੰਦਰ ਭਗਤ ਨਹੀਂ ਸੀਗੇ? ਖਾਲਸਾ ਜੀ ਸੀਗੇ। ਹੁਣ ਤੁਸੀਂ ਲੈਫਟ ਫੋਟੋ ਵੱਲ ਆ ਜਾਓ। ਸਾਰਿਆਂ ਨੇ ਸੁਣਿਆ ਕਲਗੀਧਰ ਪਾਤਸ਼ਾਹ ਭਾਈ ਕਨਈਆ ਜੀ ਨੂੰ ਕਿਹਾ ਮਹਾਰਾਜ ਸੰਗਤ ਨੇ, ਕਹਿੰਦਾ ਮਹਾਰਾਜ ਉੱਤੇ ਪਾਣੀ ਪਿਆ ਕੇ ਦੁਬਾਰਾ ਜੀਵਿਤ ਕਰ ਦਿੰਦਾ। ਦੁਬਾਰਾ ਜੀਵਿਤ, ਅਸੀਂ ਜਿਨ੍ਹਾਂ ਨੂੰ ਮਾਰਦੇ ਹਾਂ ਜੀਵਿਤ ਕਰਦਾ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਕਨਈਏ ਨੂੰ ਬੁਲਾ ਕੇ ਲਿਆਓ। ਜਦੋਂ ਭਾਈ ਕਨਈਆ ਜੀ ਨੂੰ ਬੁਲਾ ਕੇ ਲਿਆਏ ਤੇ ਭਾਈ ਕਨਈਆ ਜੀ ਨੂੰ ਕਿਹਾ ਬਈ ਤੁਸੀਂ ਜੀਵਿਤ ਕਰਦੇ ਹੋ? ਤੇ ਭਾਈ ਕਨਈਆ ਜੀ ਨੇ ਕਿਹਾ ਮਹਾਰਾਜ ਤੁਹਾਡਾ ਸਰੂਪ ਦਿਸਦਾ, ਤੁਹਾਡਾ ਸਰੂਪ ਦਿਸਦਾ, ਮੈਂ ਕਰਾਂ ਕੀ? ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹਿ ਜਾਣੀ ਹੈ। ਵੀ ਸਭ ਦੇ ਅੰਦਰ ਆਤਮਾ ਹੈ, ਪਰਮਾਤਮਾ ਸਰੂਪ ਹੈ, ਤੁਸੀਂ ਦਿਖਦੇ ਹੋ, ਮੈਂ ਕਰਾਂ ਤਾਂ ਕਰਾਂਗੀ। ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ, ਹੁਣ ਤੁਸੀਂ ਮਿਡਲ ਫੋਟੋ ਵੱਲ ਦੇਖੋ, ਮਹਾਰਾਜ ਨੇ ਮਲਮ ਪੱਟੀ ਵੀ ਨਾਲ, ਹੀ ਗੇਵ ਦ ਬੈਂਡੇਜ, ਹੀ ਗੇਵ ਦ ਟਿੰਚਰ। ਮਹਾਰਾਜ ਨੇ ਮਲਮ ਪੱਟੀ ਨਾਲ ਉਹ ਦਿੱਤੀ ਵੀ ਤੂੰ ਉਹ ਵੀ ਲਾਇਆ ਕਰ। ਅਵਸਥਾ ਦੇ ਹਿਸਾਬ ਨਾਲ ਗੁਰੂ ਉਪਦੇਸ਼ ਕਰਦਾ। ਉਹ ਕੋਈ ਸਾਡੀ ਨਿੰਦਾ ਸੁਣ ਕੇ ਕੋਈ ਮੇਰੇ ਵਰਗਾ ਹੁੰਦਾ, ਉਹ ਕਹਿੰਦਾ ਚੰਗਾ ਮੈਂ ਮਾਰੀ ਜਾਂਦਾ, ਤੂੰ ਜਿਉਂਦੀ ਜਾਂਦਾ, ਕਿਉਂਕਿ ਮੇਰੀ ਸੋਚ ਛੋਟੀ ਹੈ। ਗੁਰੂ ਦੀ ਸੋਚ ਬੜੀ ਵਿਸ਼ਾਲ ਹੈ। ਅੱਜ ਅਸੀਂ ਕਹਿੰਦੇ ਆ ਵੀ ਇਹ ਗੁਰੂ ਕੀ ਬਾਣੀ ਨਹੀਂ ਹੋ ਸਕਦੀ ਚਰਿਤਰੋ ਪਖਿਆਨ, ਇਹ ਤਾਂ ਮੈਨੂੰ ਸਮਝ ਨਹੀਂ ਆ ਰਹੀ। ਤੇਰੀ ਸੋਚ ਛੋਟੀ ਹੈ, ਗੁਰੂ ਕੀ ਕਰੇ ਵਿੱਚ। ਗੁਰੂ ਦੀ ਸੋਚ ਬਹੁਤ ਖਾਲਸਾ ਜੀ ਵੱਡੀ ਹੈ। ਸਾਨੂੰ ਉੱਥੇ ਤੱਕ ਪਹੁੰਚਣਾ ਤੇ ਕਦੀ ਸਾਡਾ ਪੋਸੀਬਲ ਨਹੀਂ ਹੈ, ਪਰ ਗੁਰੂ ਕਿਰਪਾ ਕਰਦੇ ਤਾਂ ਆਪਣੀ ਗੱਲ ਸਮਝਾ ਜ਼ਰੂਰ। ਹੁਣ ਤੁਸੀਂ ਮੈਨੂੰ ਆਹ ਦੱਸਣਾ ਵੀ ਰਾਈਟ ਸਾਈਡ ਤੇ, ਐਕਸਟ੍ਰੀਮ ਰਾਈਟ ਤੇ ਇੱਕ ਫੋਟੋ ਹੈ, ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਦੇ ਲੰਗਰਾਂ ਦੇ ਅੰਦਰ ਲੰਗਰ ਛਕਣ ਆਏ ਨੇ। ਤੁਸੀਂ ਮਾਈਕ ਔਨ ਕਰਕੇ ਦੱਸਣਾ ਵੀ ਕਿਹਦੇ ਲੰਗਰ ਵਿੱਚ ਲੰਗਰ ਛਕਣ ਆਏ। ਹਾਂਜੀ, any one of you from the 38 participants? I will be glad if you will come voluntarily. ਨਹੀਂ ਤੇ ਮੈਨੂੰ ਗੁਰਜੋਤ ਸਿੰਘ ਨਿਹੰਗ, ਗੁਰਜੋਤ ਸਿੰਘ, you can answer anyone if you don't know, that's okay. I was a professor in India at Chandigarh University. For last 6 years I was teaching over there. I was taking online classes. My student used to just off the camera and play the game at back sometimes. I know that they were playing the games, but I never bothered them, but I just call them by name, so just they should return to the class. Okay, so ਉਹ ਭਾਈ ਨੰਦ ਲਾਲ ਜੀ ਦੀ ਫੋਟੋ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦੇਖਿਆ ਵੀ ਹੋਲੇ ਮਹੱਲੇ ਦੇ ਲੰਗਰ ਬਹੁਤ ਲੱਗਦੇ ਨੇ, ਤੇ ਦੇਖ ਕੇ ਚੈੱਕ ਕਰਕੇ ਇਹ ਵੀ ਲੰਗਰ ਕਿੱਦਾਂ ਦੇ ਲੱਗਦੇ ਨੇ। ਮਹਾਰਾਜ ਨੇ ਨਾ ਇੱਕ ਜਿਵੇਂ ਉਹ ਵਪਾਰੀ ਹੁੰਦਾ ਨਾ, ਵਪਾਰੀ, ਉਹ ਵਾਲਾ ਭੇਸ ਬਣਾ ਲਿਆ ਵੀ ਜੇ ਥੱਕਿਆ ਜਾਂ ਕੰਬਲ ਲੈ ਲਿਆ। ਕਲਗੀਧਰ ਪਾਤਸ਼ਾਹ ਪੂਰੀ ਦੁਨੀਆ ਦੇ ਬ੍ਰਹਿਮੰਡ ਦੇ ਮਾਲਕ, ਤੇ ਮਹਾਰਾਜ ਜਦੋਂ ਪਹੁੰਚੇ ਤੇ ਇੱਕ ਲੰਗਰ ਦੇ ਅੰਦਰ ਕਹਿੰਦੇ ਬਾਬਾ ਆਟਾ ਖਤਮ ਹੈ। ਦੂਜੇ 'ਚ ਪਹੁੰਚੇ, ਦੂਜੀ ਜਗ੍ਹਾ ਤੇ ਕਹਿੰਦੇ ਉਹ ਬਾਬਾ ਟਾਈਮ ਹੈ ਕੋਈ, ਤੜਕੇ ਆਈ, ਹੁਣ ਕੋਈ ਟਾਈਮ ਨਹੀਂ ਆਉਣ ਦਾ ਲੰਗਰਾਂ 'ਚ। ਮਹਾਰਾਜ 8 ਤੇ 9 ਲੰਗਰਾਂ 'ਚ ਗਏ, ਇਤਿਹਾਸ ਦੇ ਅੰਦਰ ਜ਼ਿਕਰ ਹੈ 300 ਲੰਗਰ ਲੱਗੇ ਹੋਏ ਸੀਗੇ। ਫਿਰ ਮਹਾਰਾਜ 9ਵੇਂ 10ਵੇਂ ਨੰਬਰ ਤੇ ਭਾਈ ਨੰਦ ਲਾਲ ਦੇ ਲੰਗਰਾਂ 'ਚ ਪਹੁੰਚੇ, ਤੇ ਭਾਈ ਨੰਦ ਲਾਲ ਸਵੇਰ ਦੇ ਸੇਵਾ ਕਰਕੇ ਪਰ ਲੇਟਣ ਨਹੀਂ ਲੱਗੇ ਸੀਗੇ, ਤੇ ਜਾ ਕੇ ਬੂਹਾ ਖੜਕਾਤਾ, ਕਿਹਾ ਭਾਈ ਲੰਗਰ ਛਕਣਾ। ਭਾਈ ਨੰਦ ਲਾਲ ਨੇ ਫਟਾਫਟ ਆਪਣੀ ਪੱਗ ਸੰਭਾਲੀ, ਬੂਹਾ ਖੋਲਿਆ, ਕਿਹਾ ਜੀ ਲੰਗਰ ਤਿਆਰ। ਤੇ ਦੇਖਿਆ ਭਾਈ ਨੰਦ ਲਾਲ ਨੇ ਸਿੱਧਾ ਆਟਾ ਕੱਢਿਆ ਤੇ ਗੁੰਨਣ ਲੱਗ ਪਏ, ਤੇ ਗੁਰੂ ਸਾਹਿਬ ਮਹਾਰਾਜ ਨੇ ਭੇਸ ਬਦਲਿਆ ਸੀ, ਕਿਹਾ ਵੀ ਤੂੰ ਤੇ ਕਿਹਾ ਲੰਗਰ ਤਿਆਰ ਹੈ। ਉਹ ਕਿਹਾ ਮਹਾਰਾਜ ਦਾਲ ਰਿੰਨਦੇ ਕਿੰਨਾ ਟਾਈਮ ਲੱਗਦਾ,
10 ਮਿੰਟ ਦਾਲ ਰਿੰਨ ਜਾਣੀ ਆ, ਆਟਾ ਤਿਆਰ ਆ, ਪਰ ਫੁਲਕੇ ਗਰਮਾ ਗਰਮ ਤਿਆਰ ਨੇ। ਕਲਗੀਧਰ ਪਾਤਸ਼ਾਹ ਕੋਟ ਬ੍ਰਹਮੰਡਾਂ ਦੇ ਸਾਈਂ ਲੰਗਰ 'ਚ ਬਹਿ ਗਏ, ਜਿਨ੍ਹਾਂ ਕੋਲ 1 ਸੈਕਿੰਡ ਲਈ ਉਡੀਕ ਲਈ ਭਗਤ ਉਡੀਕਦੇ ਨੇ, ਕਲਗੀਧਰ ਪਾਤਸ਼ਾਹ ਉਹਨਾਂ ਦੇ ਲੰਗਰਾਂ 'ਚ ਬਹਿ ਕੇ ਲੰਗਰ ਛਕਿਆ। ਖਾਲਸਾ ਜੀ, ਇਹ ਸਾਡੇ ਘਰ ਕੋਈ ਆਂਦਾ ਹੈ ਨਾ, ਸਾਡਾ ਕਲਚਰ ਨਹੀਂ ਹੈ ਵੈਸਟਰਨ, ਆਪਾਂ ਗੋਰਿਆਂ ਦੇ ਕਿਸੇ ਦੇ ਜਾਈਏ, ਮੈਂ ਵੀ ਇੰਡਸਟਰੀ 'ਚ ਜੌਬ ਕਰਦਾ, ਉੱਥੇ ਵੀ ਸਾਨੂੰ ਪਾਣੀ ਵੀ ਨਹੀਂ ਕਈ ਵਾਰੀ ਪੁੱਛਦੇ ਹਨਾ, ਚਾਹੇ ਅਸੀਂ ਜਿੱਦੇ ਮਰਜ਼ੀ ਵੱਡੇ ਅਹੁਦੇ, ਪਰ ਇਹ ਸਾਡਾ ਕਲਚਰ ਨਹੀਂ ਹੈ, ਇਹ ਗੁਰੂ ਕੇ ਸਿੱਖ ਦਾ ਕਲਚਰ ਨਹੀਂ ਹੈ। ਤੁਹਾਡੇ ਘਰ ਕੋਈ ਆਂਦਾ, ਤੁਸੀਂ ਸਭ ਤੋਂ ਪਹਿਲਾਂ ਉਹਨੂੰ ਪ੍ਰਸ਼ਾਦਾ ਪੁੱਛੋ, ਉਹਨੂੰ ਪਾਣੀ ਪਿਆਓ, ਇਹ ਸਾਡਾ ਕਲਚਰ ਹੈ। ਕਲਗੀਧਰ ਪਾਤਸ਼ਾਹ ਤਾਂ ਤੇਰੇ ਹਿਰਦੇ 'ਚ ਆਉਣਗੇ। ਇਹਨਾਂ ਨੇ ਭਾਈ ਨੰਦ ਲਾਲ ਦੇ ਲੰਗਰ ਨਹੀਂ ਛਕਿਆ, ਸਾਖੀ ਮਹਾਪੁਰਖ ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ, ਉਹ ਤੇਰੇ ਨਾਲ ਸਾਂਝੀ ਕੀਤੀ ਮਹਾਰਾਜ ਨੇ ਗੱਲ ਸਿੱਖਾ, ਬਈ ਜਦੋਂ ਮੈਂ ਤੇਰੇ ਹਿਰਦੇ 'ਚ ਆਉਣਾ ਹੈ ਤੇ ਜਦੋਂ ਕੋਈ ਗੁਰਸਿੱਖ ਤੇਰੇ ਘਰ ਆਉਂਦਾ, ਤੂੰ ਉਹਨੂੰ ਸਭ ਤੋਂ ਪਹਿਲੇ ਨੰਬਰ ਤੇ ਪ੍ਰਸ਼ਾਦਾ ਪੁੱਛਣਾ। ਉਹ ਕਹੇ ਮੈਂ ਘਰੋਂ ਰੱਜਿਆ ਆਇਆ, ਤੂੰ ਉਹਨੂੰ ਫੇਰ ਪੁੱਛਣਾ। ਇੱਥੇ ਦਾ ਮਤਲਬ ਤੁਹਾਡਾ ਵੈਸਟਰਨ ਕਲਚਰ ਏਦਾਂ ਵੀ ਆਪਾਂ ਦੂਜੀ ਤੀਜੀ ਵਾਰੀ ਪੁੱਛਦੇ ਨਹੀਂ ਹੈ ਨਾ, ਬਈ ਐਵੇਂ ਕਾਹਨੂੰ ਬੌਦਰ ਕਰਨਾ ਬੰਦੇ ਨੂੰ, ਪਰ ਨਹੀਂ ਖਾਲਸਾ ਜੀ, ਆਪਾਂ ਉਹਨੂੰ ਤੀਜੀ ਵਾਰੀ ਫੇਰ ਪੁੱਛਣਾ, ਕਿਧਰੇ ਉਹ ਸੰਗ ਦਾ ਵਿਚਾਰਾ ਮੰਗੇ ਹੀ ਨਾ, ਹੈ ਨਾ। ਇਸ ਕਰਕੇ ਗੁਰੂ ਘਰ ਦੇ ਅੰਦਰ ਸਾਡੀ ਮਰਿਆਦਾ ਹੈ ਵੀ ਪਹਿਲੇ ਪ੍ਰਸ਼ਾਦਾ ਪੁੱਛਣਾ, ਪਾਣੀ ਪੁੱਛਣਾ, ਉਹਨੂੰ ਆਏ ਗਏ ਨੂੰ ਦੁੱਧ ਪੁੱਛਣਾ, ਸਾਡੀ ਗੁਰੂ ਘਰ ਦੀ ਮਰਿਆਦਾ ਹੈ, ਵੀ ਆਰ ਪ੍ਰਾਊਡ ਆਫ ਇਟ। ਠੀਕ ਹੈ ਜੀ। ਹੁਣ ਅੱਗੇ ਚੱਲੋ, ਥੱਲੇ ਦੇਖੋ ਤੁਸੀਂ ਕਲਗੀਧਰ ਪਾਤਸ਼ਾਹ ਦੇ ਅੱਗੇ ਪ੍ਰੇਮ ਭਗਤਾਂ ਦਾ 80,000 ਦੇ ਇਕੱਠ ਚੋਂ ਮਹਾਰਾਜ ਨੇ ਸੀਸ ਕਿਹਨਾਂ ਤੋਂ ਲੈ ਲਿਆ, ਜਿਨ੍ਹਾਂ ਦੀ ਜਾਤ ਕੁਲ ਦੇ ਅੰਦਰ ਸਰਦਾਰੀ ਨਹੀਂ ਹੈ। ਸਰਦਾਰੀ ਨਾ ਭਈ ਕਦਾਈ, ਕਹਿੰਦੇ ਬਈ ਚਿੜੀ ਉੜੇ ਤੇ ਮੈਂ ਡਰ ਜਾਊਂ, ਕਹਿੰਦੇ ਮਹਾਰਾਜ ਮੈਂ ਹੱਥ 'ਚ ਕਰਦ ਕਿੱਦਾਂ ਪਕੜਾਂਗਾ, ਵੀ ਚਿੜੀ ਉੜੇ ਤੋਂ ਤਾਂ ਮੈਂ ਡਰ ਜੰਨਾ। ਮਹਾਰਾਜ ਕਹਿੰਦੇ ਤੈਨੂੰ ਉਹ ਅੰਮ੍ਰਿਤ ਪਿਆਵਾਂਗੇ ਖੰਡੇ ਬਾਟੇ ਦਾ, ਤੈਨੂੰ ਉਹ ਦਾਤ ਦਵਾਂਗੇ ਅੰਮ੍ਰਿਤ ਦੀ, ਤੇਰੇ ਰੂਹ ਦੇ ਅੰਦਰੋਂ ਕੱਲੇ ਕੱਲੇ ਰੋਮ ਦੇ ਅੰਦਰੋਂ, ਤੇਰੇ ਕੱਲੇ ਕੱਲੇ ਰੋਮ ਦੇ ਅੰਦਰੋਂ ਬੱਬਰ ਸ਼ੇਰ ਭੜਕਾ ਮਾਰਨਗੇ। ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਸਿਧਾਂਤ ਕੀ ਮਿਲਿਆ ਕਿ ਗੁਰੂ ਘਰ ਦੇ ਅੰਦਰ ਗੁਰੂ ਗਰੀਬਾਂ ਨਾਲ ਪਿਆਰ ਕਰਦਾ, ਤੇ ਤੂੰ ਕਿਉਂ ਆਪਣਾ ਵਿਤਕਰਾ ਕਰਦਾ ਹੈ, ਅਮੀਰਾਂ ਨਾਲ ਹੀ ਕਿਉਂ ਬਣਾਉਣਾ ਚਾਹੁੰਦਾ, ਗਰੀਬ ਨਾਲ ਕਿਉਂ ਨਹੀਂ ਬਣਾਉਂਦਾ। ਅਗਲੀ ਸਾਖੀ, ਪੰਡਤ ਸ਼ਿਵਦੱਤ ਸੋਚਦਾ ਸੀਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਰੋਜ਼ ਲੱਡੂ ਚੱਕ ਲੈਂਦੇ ਸੀ ਪਟਨਾ ਸਾਹਿਬ ਨਾ, ਤਖਤ ਸਾਹਿਬ ਦੇ ਬਿਲਕੁਲ ਤੁਸੀਂ ਬਾਹਰ ਨਿਕਲੋਗੇ ਨਾ, ਖੱਬੇ ਪਾਸੇ ਪੰਡਤ ਸ਼ਿਵਦੱਤ ਦਾ ਛੋਟਾ ਜਿਹਾ ਮੰਦਿਰ ਬਣਿਆ ਹੋਇਆ, ਤੇ ਉਹ ਇਹ ਸਮਝਦਾ ਸੀਗਾ ਵੀ ਮੈਂ ਭਗਵਾਨ ਰਾਮ ਨੂੰ ਲੱਡੂ ਖਵਾਉਣਾ। ਕਲਗੀਧਰ ਪਾਤਸ਼ਾਹ 4 ਸਾਲ ਦੀ ਉਮਰ ਲੱਡੂ ਚੱਕਿਆ ਖਾ ਲਿਆ। ਮਾਤਾ ਗੁਜਰੀ ਕੋਲ ਸ਼ਿਕਾਇਤ ਲੈ ਕੇ ਪੰਡਤ ਪਹੁੰਚ ਗਿਆ, ਲੋ ਲਾਖਾ ਹੋਇਆ, ਕਹਿੰਦਾ ਤੁਹਾਡਾ ਪੁੱਤਰ ਮੇਰੇ ਲੱਡੂ ਖਾ ਗਿਆ, 4 ਸਾਲ ਦਾ ਬੱਚਾ ਤੁਹਾਡਾ ਲੱਡੂ ਖਾ ਗਿਆ। ਮਾਤਾ ਨੇ ਬੁਲਾਇਆ ਤੇ ਪੰਡਤ ਨੂੰ ਕੋਲ ਜਾ ਕੇ ਕਿਹਾ, ਤੁਸੀਂ ਤਾਂ ਕਿਹਾ ਸੀਗਾ ਵੀ ਮੇਰੇ ਲੱਡੂ ਖਾ ਲਓ। ਉਹ ਕਹਿੰਦਾ ਮੈਂ ਤੇ ਭਗਵਾਨ ਰਾਮ ਨੂੰ ਕਿਹਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਬਈ ਜੋਤ ਤਾਂ ਉਹੀ ਹੈ, ਕਹਿੰਦਾ ਫਿਰ ਮੈਨੂੰ ਉਸੇ ਰੂਪ ਚ ਦਰਸ਼ਨ ਦਿਓ, ਮੇਰੀ ਸ਼ਰਧਾ ਭਗਵਾਨ ਰਾਮ ਤੇ ਹੈ। ਤੁਸੀਂ ਦੇਖੋ, in that the back reflection is of God Ram and in the front ਗੁਰੂ ਸਾਹਿਬ ਆਪ ਖੜੇ ਨੇ ਤੇ ਪੰਡਤ ਸ਼ਿਵ ਦਾ ਹੱਥ ਜੋੜੀ ਖੜਾ ਹੈ। ਉਹਦੀ ਭਾਵਨਾ ਪੂਰੀ ਕਰ, ਤੇਰੀ ਜੋ ਮਰਜ਼ੀ ਭਾਵਨਾ ਹੋਵੇ ਗੁਰੂ ਨੇ ਪੂਰੀ ਕਰ ਦੇਣੀ, ਬੇਫਿਕਰ ਹੋ ਜੀ। ਠੀਕ ਹੈ। ਸੋ ਖਾਲਸਾ ਜੀ, ਏਦਾਂ ਦੀਆਂ ਬੇਅੰਤ ਸਾਖੀਆਂ ਨੇ। ਇੱਕ ਹੁਣ ਦਾਦੂ ਦੁਆਰੇ ਦੀ ਸਾਖੀ ਹੈ, ਮੇਰੇ ਕੋਲ ਟਾਈਮ ਥੋੜਾ ਸ਼ਾਰਟ ਹੈ, ਮੈਂ ਉਹ ਸਕਿਪ ਕਰ ਰਿਹਾ। ਕਲਗੀਧਰ ਪਾਤਸ਼ਾਹ ਦੇ ਮੁਸਲਮਾਨ ਸਿੱਖ ਹੋਏ ਨੇ ਗਨੀ ਖਾਂ ਤੇ ਨਬੀ ਖਾਂ, ਮਹਾਰਾਜ ਨੇ ਉਹਨਾਂ ਨੂੰ ਜੋ ਬਖਸ਼ਿਸ਼ਾਂ ਦਿੱਤੀਆਂ, ਅੱਜ ਵੀ ਪਟਾ ਉਹਨਾਂ ਦੇ ਘਰ ਹੈ। ਮਹਾਰਾਜ ਕਹਿੰਦੇ ਜੋ ਇਨਕੀ ਸੇਵਾ ਕਰੋਗੋ ਸੋ ਹਮਾਰੀ ਖੁਸ਼ੀ ਹੋਏਗੋ, ਮਤਲਬ ਜੋ ਇਹਨਾਂ ਦੀ ਸੇਵਾ ਕਰੇਗਾ ਉਹ ਮੇਰੀ ਸੇਵਾ ਕਰੇ। ਸੋ ਉਹ ਗੁਰੂ ਕੇ ਸਿੱਖ ਨੇ। ਸਾਡਾ ਗੁਰੂ ਘਰ ਦਾ ਸਿਧਾਂਤ ਹੈ, ਵੱਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਗੁਰੂ ਹਰਗੋਬਿੰਦ ਸਾਹਿਬ ਮਾਤਾ ਭਾਗ ਭਰੀ ਦੇ ਘਰ ਚੋਲਾ ਲੈਣ ਚਲੇ। ਇੱਕ ਬੁੱਢੀ ਮਾਤਾ, ਸੋਚੋ ਤੁਸੀਂ ਆਪਣੇ ਤੇ ਗੱਲ ਲਓ ਵੀ ਸਾਡੀ ਮਾਤਾ ਹੋਵੇ, ਸਾਡੀ ਦਾਦੀ ਹੋਵੇ, ਉਹ ਪ੍ਰੇਮ ਦੇ ਨਾਲ ਕੈਨੇਡਾ ਦੇ ਅੰਦਰ, US ਦੇ ਅੰਦਰ ਆਰਾਮ ਦੇ ਨਾਲ ਇੱਕ ਕੋਈ ਕੱਪੜਾ ਸੀ ਰਹੀ ਹੋਵੇ, ਤੇ ਉਹ ਮਾਤਾ ਫੁਰਨਾ ਕਰਕੇ ਬੈਠ ਜਾਵੇ ਵੀ ਕਲਗੀਧਰ ਪਾਤਸ਼ਾਹ ਪਾਣ ਆਉਣਗੇ। ਅਸੀਂ ਆਪਣੇ ਮਨ ਦੇ ਅੰਦਰ, ਸਾਡੀ ਸ਼ਰਧਾ ਨਹੀਂ ਨਾ, ਅਸੀਂ ਕਹਾਂਗੇ ਵੀ ਮਹਾਰਾਜ ਥੋੜੀ ਇੱਥੇ ਆ ਸਕਦੇ, ਮਹਾਰਾਜ ਥੋੜੀ ਇੱਥੇ ਚੋਲਾ ਲੈਣ ਆਣਗੇ। ਉਦਾਂ ਹੀ ਤਦ ਲੋਕ ਸੋਚਦੇ ਸੀਗੇ, ਕਿਉਂਕਿ ਆਣ ਜਾਣ ਦਾ ਸਾਧਨ ਨਹੀਂ ਨਾ ਸੀਗਾ। ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਆਪਣੇ ਪਾਵਨ ਪਵਿੱਤਰ ਤਖਤ ਸਾਹਿਬ ਤੋਂ ਘੋੜੇ ਤੇ ਚੜ ਕੇ ਕਸ਼ਮੀਰ ਗਏ, ਮਾਤਾ ਭਾਗ ਭਰੀ ਦਾ ਚੋਲਾ ਲਿਆ, ਤੇ ਉਹ ਦੇਖੋ ਲੈਫਟ ਸਾਈਡ ਤੇ ਬੋਟਮ ਮੋਸਟ ਫੋਟੋ ਹੈ, ਮਹਾਰਾਜ ਚੋਲਾ ਆਪ ਲੈ ਰਹੇ। ਮਤਲਬ ਗੁਰੂ ਗਰੀਬਾਂ ਦੇ ਲਈ ਕਿਤੇ ਵੀ ਜਾ ਸਕਦਾ, ਤੂੰ ਟੈਨਸ਼ਨ ਨਾ ਲਈ ਵੀ ਤੇਰੇ ਕਾਜ ਲਈ ਗੁਰੂ ਖੜੇਗਾ। ਗੁਰੂ ਤੇਰੇ ਕਾਜ ਲਈ ਜ਼ਰੂਰ ਖੜੇਗਾ, ਤੂੰ ਸ਼ਰਧਾ ਰੱਖ ਬਸ, ਬਟ ਡੋਲੀ ਨਾ, ਮਨ ਨੂੰ ਆ ਨਾ ਕहीं ਸੈਕਿੰਡ ਥਾਟ ਨਾ ਲਿਆਈ ਮਨ ਚ। ਜਦੋਂ ਦਵੈਤ ਆਏਗੀ
ਸਿੱਖਾਂ ਕੰਮ ਖਤਮ ਹੋ ਜਾਊ। ਲੈਫਟ ਸਾਈਡ ਤੇ ਟੌਪ ਮੋਸਟ ਫੋਟੋ ਦੇਖੋ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਸੰਗਤ ਆਈ। ਮੈਂ ਲਾਸਟ ਸਾਖੀ ਹੈ, ਇਹਨੂੰ ਇਹਦੇ ਬਾਰੇ ਐਂਡ ਅਪ ਕਰ ਰਿਹਾ। ਇਹ ਸਾਖੀ ਮੈਂ ਬਹੁਤ ਜ਼ਰੂਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਇਹ ਸਾਡੇ ਕੱਟੜਵਾਦ ਬਹੁਤ ਵਧਾ ਰਿਹਾ ਹੈ, ਮੈਂ ਉਸ ਨੂੰ ਥੋੜਾ ਯਤਨ ਕਰ ਰਿਹਾ ਵੀ ਕੱਟੜਵਾਦ ਘਟੇ ਤੇ ਸਾਡੇ ਚ ਪ੍ਰੇਮ ਵਧੇ। ਠੀਕ ਹੈ, ਮੈਂ ਵੀ ਝੂਠਾ ਨਹੀਂ ਖਾਂਦਾ, ਮੈਂ ਵੀ ਬੜਾ ਕੱਟੜ ਹਾਂ, ਪਰ ਉਹ ਕੱਟੜਵਾਦ ਮੈਂ ਇੰਨਾ ਨਾ ਵਧਾ ਦਾਂ ਕਿ ਸਾਹਮਣੇ ਦਾ ਦਿਲ ਟੁੱਟ ਜਾਏ। ਕੱਟੜਵਾਦ ਹੋਣਾ ਬਹੁਤ ਅੱਛੀ ਗੱਲ ਹੈ, ਤੁਸੀਂ ਆਪਣੇ ਸੁਚਮਤਾ ਨਾਲ ਗ੍ਰੰਥ ਰੱਖਦੇ ਹੋ, ਤੁਸੀਂ ਸੁਚਮਤਾ ਨਾਲ ਬਾਣੀ ਪੜ੍ਹਦੇ ਹੋ, ਅੰਮ੍ਰਿਤ ਵੇਲੇ ਉੱਠਦੇ ਹੋ, ਨਮਸਕਾਰ ਹੈ, ਤੁਹਾਡੇ ਤੋਂ ਵੱਡਾ ਕੋਈ ਗੁਰਸਿੱਖ ਨਹੀਂ ਹੈ, ਬਲਿਹਾਰ ਹੈ ਤੁਹਾਡੇ। ਪਰ ਤੁਹਾਡੇ ਕੱਟੜਵਾਦ ਕਰਕੇ ਕਿਸ ਦਾ ਦਿਲ ਟੁੱਟ ਜਾਵੇ, ਉਹ ਨਾ ਖਾਲਸਾ ਜੀ ਕਦੇ ਕਰਿਓ। ਸਾਡੀ ਕੱਟੜਵਾਦ ਕਰਕੇ ਕਿਸੇ ਦੇ ਮਨ ਨੂੰ ਚੋਟ ਹੋ ਜਾਵੇ, ਜੇ ਬੰਦੇ ਦਾ ਦਿਲ ਢਹਿ ਗਿਆ ਤੇ ਸਮਝ ਬੰਦੇ ਦੇ ਦਿਲ 'ਚ ਤਾਂ ਪਰਮਾਤਮਾ ਵਸਦਾ ਹੈ। ਖਾਲਕ ਖਲਕ, ਖਲਕ ਮਹਿ ਖਾਲਕ, ਉਹ ਤਾਂ ਇੱਕ ਮਿਕ ਹੋਇਆ ਪਿਆ ਪਰਮਾਤਮਾ ਦਿਲ ਦੇ ਅੰਦਰ। ਤੂੰ ਕਾਹਤੇ ਦਿਲ ਤੋੜਦਾ ਕਿਸੇ ਦਾ? ਰਹੋ ਵਿਚਾਰ। ਗੁਰੂ ਹਰਗੋਬਿੰਦ ਸਾਹਿਬ ਕੋ ਸੰਗਤ ਸ਼ਹਿਦ ਲੈ ਕੇ ਆਈ। ਜਦੋਂ ਸ਼ਹਿਦ ਲੈ ਕੇ ਪਹੁੰਚੀ, ਸ਼ਹਿਦ, ਯੂ ਅੰਡਰਸਟੈਂਡ ਹਨੀ, ਸਾਰੇ ਸਮਝਦੇ ਆ, ਆਪਣੇ ਸਾਰੇ ਜਿੰਨੀ ਸੰਗਤ ਸੁਣ ਰਹੀ ਹੈ। ਕਿਸੇ ਨੂੰ ਇਹ ਸਾਖੀ ਪਤਾ ਹੈ? ਕੋਈ ਦੱਸਣਾ ਚਾਹੇਗਾ ਸਾਖੀ? ਭਾਈ ਕੱਟੂ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਦੀ ਸਾਖੀ ਹੈ। ਕੋਈ ਸੰਗਤ ਚੋਂ ਦੱਸਣਾ ਚਾਹੇ? I can take a sip of water if you allow. Okay, so ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋ ਸੰਗਤ ਆਉਂਦੀ ਹੈ ਤੇ ਰਸਤੇ ਦੇ ਅੰਦਰ ਭਾਈ ਕੱਟੂ ਸ਼ਾਹ ਦਾ ਘਰ ਹੁੰਦਾ। ਗੱਲ ਬੜੀ ਸੁਣਨ ਵਾਲੀ ਹੈ, ਸਿਧਾਂਤ ਵਾਲੀ ਗੱਲ ਹੈ, ਤੁਸੀਂ ਜੀਵਨ 'ਚ ਜ਼ਰੂਰ ਆਪਣੇ ਇਹਨੂੰ ਅਪਣਾ ਲਿਓ। ਬਸ ਇਹਨੂੰ ਅੱਜ ਬੰਨ ਕੇ ਜਾਇਓ, ਜਿੰਨੀ ਮਤਲਬ 50 ਮਿੰਟ ਕਥਾ ਕਰੀ ਭਾਵੇਂ ਛੱਡ ਦਿਓ, ਆਹ ਸਾਖੀ ਨਾ ਭੁੱਲਿਓ। ਇਹ ਸਾਖੀ ਸੁਣ ਲੋਗੇ, ਗੁਰੂ ਦੀ ਸਿੱਖੀ ਹਿਰਦੇ 'ਚ ਰਹੇਗੀ। ਭਾਈ ਕੱਟੂ ਸ਼ਾਹ ਦੇ ਘਰ ਰੁਕੇ। ਭਾਈ ਕੱਟੂ ਸ਼ਾਹ ਅੰਮ੍ਰਿਤ ਵੇਲੇ ਉੱਠਿਆ, ਸਾਰਿਆਂ ਦੇ ਲਈ ਠੰਡਾ ਜਲ, ਗਰਮੀਆਂ ਸੀ ਨਾ, ਖੂਹ ਤੋਂ ਠੰਡਾ ਜਲ ਬਾਲਟੀਆਂ ਭਰ ਕੇ ਲਿਆਇਆ। ਭਾਈ ਗੁਰਦਾਸ ਜੀ ਵਾਰ ਚ ਆਂਦਾ, ਪੰਜ ਬਾਰ ਗੰਗ ਜਾਏ ਬਾਰ, ਪੰਜ ਪ੍ਰਾਗ ਨਹਾਏ, ਤੈਸਾ ਪੁਨੇਕ ਗੁਰਸਿੱਖ ਕੋ ਨਵਾਏਗਾ। ਤੂੰ 5 ਵਾਰੀ ਗੰਗਾ ਚਲਾ ਜਾ, 5 ਵਾਰੀ ਇਲਾਹਾਬਾਦ ਪ੍ਰਯਾਗ ਤੇ ਜਿੱਥੇ 3 ਨਦੀਆਂ ਮਿਲਦੀਆਂ, ਗੰਗਾ ਜਮਨਾ ਸਰਸਵਤੀ, ਉੱਥੇ ਚਲਾ ਜਾ। 5 ਬਾਰ ਗੰਗ ਜਾਏ ਬਾਰ, ਪੰਜ ਪ੍ਰਾਗ ਨਹਾਏ, ਤੈਸਾ ਪੁਨੇਕ ਗੁਰਸਿੱਖ ਕੋ ਨਵਾਏਗਾ। ਤੂੰ ਗੁਰਸਿੱਖ ਨੂੰ ਨਵਾ ਦੇ, ਤੈਨੂੰ ਬਰਾਬਰ ਪੁੰਨ ਮਿਲੇ। ਤੇ ਉਹ ਗੁਰਸਿੱਖ ਨੇ ਸਾਰਿਆਂ ਨੂੰ ਨਵਾਇਆ ਧਵਾਇਆ ਤੇ ਉਹਨੇ ਦੇਖਿਆ ਵੀ ਬੜੀ ਮਹਿਕ ਆ ਰਹੀ ਹੈ। there is a very sweet fragrance throughout his abode. ਉਹਨੇ ਦੇਖਿਆ ਵੀ ਮੇਰੇ ਘਰ, ਮੇਰੀ ਕੁਟੀਆ ਦੇ ਅੰਦਰ ਬੜੀ ਫ੍ਰੈਗਨੈਂਸ ਆ ਰਹੀ ਹੈ। ਉਹਨੇ ਕਿਹਾ ਵੀ ਕੀ ਚੀਜ਼ ਹੈ? ਉਹਨਾਂ ਨੇ ਕਿਹਾ ਵੀ ਇਹ ਅਸੀਂ ਸਪੈਸ਼ਲ ਗੁਰੂ ਹਰਗੋਬਿੰਦ ਸਾਹਿਬ ਲਈ ਸ਼ਹਿਦ ਹੰਨੀ ਲੈ ਕੇ ਜਾ ਰਹੇ। ਜਦੋਂ ਇੰਨੀ ਗੱਲ ਸੁਣੀ, ਉਹਨੇ ਕਿਹਾ ਵੀ ਮੈਂ ਚੱਕ ਸਕਦਾ? ਅੱਗੋਂ ਮੇਰੇ ਵਰਗਾ ਕੋਈ ਕੱਟੜ ਸੀ, ਉਹਨੇ ਫਟਾਫਟ ਖੋਲਿਆ ਉਹ ਜਿਹੜਾ ਕੁੱਜਾ ਸੀ ਨਾ ਮਿੱਟੀ ਦਾ, ਯੂ ਅੰਡਰਸਟੈਂਡ ਦੈਟ ਬਾਉਲ which is containing the honey in that. ਉਹਨੇ ਆਪਣੇ, ਮੈਂ ਕਿਹਾ ਚਲੋ ਚੱਲ, ਇਹ ਮੀਰੀ ਪੀਰੀ ਦੇ ਮਾਲਕ ਦੇ ਲਈ ਹੈ, ਤੇਰੇ ਲਈ ਨਹੀਂ ਹੈ। ਤੂੰ ਕੀ ਗਰੀਬ ਜਿਹਾ? ਉਸਨੂੰ ਮਤਲਬ ਦੁਤਕਾਰਤਾ। ਗੁਰੂ ਹਰਗੋਬਿੰਦ ਸਾਹਿਬ ਕੋਲ ਪਹੁੰਚੀ ਸੰਗਤ, ਮੱਥਾ ਟੇਕਿਆ ਤੇ ਮਹਾਰਾਜ ਅੱਗੇ ਸ਼ਹਿਦ ਰੱਖਿਆ ਤੇ ਕਿਹਾ, ਮਹਾਰਾਜ ਸਾਡੀ ਸਾਰੀ ਸੰਗਤ ਦੀ ਭਾਵਨਾ ਹੈ ਵੀ ਤੁਸੀਂ ਇਹ ਸ਼ਹਿਦ ਚੱਖ ਲਓ। ਮਹਾਰਾਜ ਕਹਿੰਦੇ ਵੀ 7 ਬਚਨ, ਸੰਗਤ ਗੁਰੂ ਸਮਾਨ ਹੈ। ਮਹਾਰਾਜ ਨੇ ਆਪਣੀ ਬੇਟੀ ਦੇ ਵਿਆਹ ਦੇ ਉੱਤੇ ਸ਼ਰਾਪ ਦੇ ਦਿੱਤਾ ਸੀ। ਜਦੋਂ ਮਾਤਾ ਦਮੋਦਰੀ ਕੋਲ, ਮਾਤਾ ਦਮੋਦਰੀ ਜੀ ਦੇ ਕੋਲ ਸੰਗਤ ਆ ਗਈ ਤੇ ਗੁਰੂ ਹਰਗੋਬਿੰਦ ਸਾਹਿਬ 4 ਵਜੇ ਦਾ ਟਾਈਮ ਸੀ ਸ਼ਾਮ ਦਾ। ਮੈਂ 1 ਸੈਕਿੰਡ ਬਾਹਰ ਗਿਆ, ਸਿਰਫ 1 ਸੈਕਿੰਡ ਲਈ ਆਪਣੇ ਟੌਪਿਕ ਤੋਂ। ਤੇ ਜਦੋਂ ਮਾਤਾ ਦਮੋਦਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਾਈਫ ਦੇ ਕੋਲ ਸਿੱਖ ਪਹੁੰਚਿਆ, ਕਿਹਾ ਵੀ ਬੇਟੀ ਦੇ ਵਿਆਹ ਦੀ ਮਠਿਆਈ ਭੇਜ ਦਿਓ। ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਸੁਨੇਹਾ ਭੇਜਿਆ, ਮਾਤਾ ਦਮੋਦਰੀ ਨੇ, ਵਿਆਹ ਦੀ ਮਠਿਆਈ ਨਹੀਂ ਭੇਜਾਂਗੀ। ਗੁਰੂ ਹਰਗੋਬਿੰਦ ਸਾਹਿਬ ਕੋ ਸਿੱਖ ਪਹੁੰਚਦਾ ਹੈ, ਸੰਗਤ ਬੈਠੀ ਹੈ, ਦੂਰੋਂ ਆਈ ਥੱਕੀ ਹੋਈ। ਮਹਾਰਾਜ ਨੇ ਕਿਹਾ ਬਈ ਮਾਤਾ ਨੇ ਮਨਾ ਕਰਤਾ ਮਠਿਆਈ ਦੇਣ ਤੋਂ, ਲੰਗਰ ਅਜੇ ਬਣਿਆ ਨਹੀਂ ਸੀ, 4 ਵਜੇ ਦਾ ਟਾਈਮ ਲਾ ਲਓ। ਤੇ ਮਾਤਾ ਕਹਿੰਦੇ ਵੀ ਆਹ ਮਠਿਆਈ ਫਿਰ ਬਰਾਤੀ ਵੀ ਨਹੀਂ ਖਾਣਗੇ, ਤੁਰਕ ਖਾਣਗੇ। ਜਿਹੜੀ ਮੇਰੇ ਸਿੱਖਾਂ ਦੇ ਲਈ ਨਹੀਂ ਹੈ, ਉਹ ਫਿਰ ਮੇਰੇ ਆਪਣੇ ਘਰ ਦੇ ਲਈ ਵੀ ਨਹੀਂ ਹੈ। ਆਪਣੇ ਘਰ ਨੂੰ ਸ਼ਰਾਪ ਦੇ ਦਿੱਤਾ। ਸੋ ਖਾਲਸਾ ਜੀ, ਉਹ ਤੁਹਾਡਾ ਗੁਰੂ ਹੈ, ਉਹ ਐਸਾ ਗੁਰੂ ਹੈ, ਉਹਦੇ ਅੰਦਰ ਮੋਹ ਨਹੀਂ ਹੈ ਵੀ ਮੇਰੀ ਬੇਟੀ ਦੇ ਵਿਆਹ ਦੇ ਲਈ ਚੀਜ਼ ਹੈ ਤੇ ਉਹ ਰੱਖੀ ਜਾਏ ਸੰਭਾਲ ਕੇ। ਕਹਿੰਦੇ ਪਹਿਲੀ ਚੀਜ਼ ਸੰਗਤ ਲਈ ਹੈ। ਜਦੋਂ ਮਹਾਰਾਜ ਨੇ ਉਹ ਕੁੱਜੇ ਚੋਂ ਚਮਚ ਭਰਿਆ ਤੇ ਉਸ ਚੋਂ ਬਦਬੂ ਆਏ, ਕੀੜੇ ਪੈ ਗਏ ਸਾਰੀ ਸ਼ਹਿਦ ਵਿੱਚ। ਮਹਾਰਾਜ ਕਹਿੰਦੇ ਵੀ ਕੀੜਿਆਂ ਵਾਲੀ ਸ਼ਹਿਦ ਲੈ ਕੇ ਆਏ ਹੋ। ਐਂਡ ਯੂ ਆਲ ਆਰ ਐਜੂਕੇਟਿਡ, ਹਨੀ ਇੱਕ ਐਸੀ ਪ੍ਰੈਜ਼ਰਵੇਟਿਵ ਚੀਜ਼ ਹੈ, ਉਹ ਕਦੇ ਖਰਾਬ ਨਹੀਂ ਹੁੰਦੀ। ਤੁਸੀਂ ਹਨੀ ਨੂੰ 1 ਸਾਲ ਰੱਖ ਲਓ, ਕਦੀ ਸ਼ਹਿਦ ਖਰਾਬ ਨਹੀਂ ਹੋਏਗੀ। ਪਰ ਕਿਉਂਕਿ ਗੁਰੂ ਕੇ ਸਿੱਖ ਨੂੰ ਨਹੀਂ ਦਿੱਤੀ,
ਉਹਦੇ ਕੀੜੇ ਪੈ ਗਏ। ਤੇ ਮਹਾਰਾਜ ਨੇ ਕਿਹਾ, ਉਹ ਕਹਿੰਦੇ ਮਹਾਰਾਜ ਵੀ ਸਾਡੇ ਤੇ ਅੱਜ ਤੱਕ ਨਹੀਂ ਪਿੰਡ ਚ ਏਦਾਂ ਹੋਇਆ, ਸ਼ਾਇਦ ਨਹੀਂ ਖਰਾਬ ਹੋਈ। ਮਹਾਰਾਜ ਕਹਿੰਦੇ ਰਸਤੇ 'ਚ ਕਿਹਦਾ ਦਿਲ ਤੋੜ ਆਏ ਹੋ? ਕਿਹਾ ਮਹਾਰਾਜ ਕੱਟੂ ਕਿਆ ਨੇ ਮੰਗੀ ਸੀ। ਮਹਾਰਾਜ ਕਹਿੰਦੇ ਉਹ ਕੱਟੂ ਕਿਆ ਨੇ ਨਹੀਂ ਮੰਗੀ ਸੀ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਵੀ ਉਹ ਕੱਟੂ ਨੇ ਨਹੀਂ, ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਇਦ ਮੰਗੀ ਸੀ, ਤਾਂ ਤੁਸੀਂ ਖਵਾਈ ਨਹੀਂ, ਹੁਣ ਕੀ ਖਵਾਉਂਦੇ ਹੋ? ਹੁਣ ਤਾਂ ਮੈਂ ਖਾਣਾ ਸਭ ਕੁਝ ਖਾ ਕੇ ਬੈਠਾ, ਰੱਜਿਆ ਪੁੱਜਿਆ ਬੈਠਾ। ਸਿਧਾਂਤ ਕੀ ਹੈ? ਜਿਹੜਾ ਤੇਰੇ ਘਰ ਪ੍ਰਸ਼ਾਦਾ ਬਣਿਆ, ਕੋਈ ਸਿੱਖ ਨੂੰ ਛਕਾਤਾ ਤੇ ਸਮਝ ਤੂੰ ਕਲਗੀਧਰ ਪਾਤਸ਼ਾਹ ਦੇ ਮੂੰਹ 'ਚ ਪਾਇਆ। ਇਸ ਗੱਲ ਨੂੰ ਧਿਆਨ ਰੱਖੀ, ਉਹ ਤੂੰ ਜਿਹੜਾ ਪ੍ਰਸ਼ਾਦਾ ਕਲਗੀਧਰ ਪਾਤਸ਼ਾਹ ਦੇ ਮੂੰਹ ਪਾਇਆ, ਗੁਰਸਿੱਖਾਂ ਵਰਤੋਂ, ਸਿੱਖਾਂ ਨੂੰ ਲੋਚਾ ਸੋਰ ਖੁਸ਼ੀ ਆਵੇ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਪੁਰਸ਼, ਉਹ ਉਹਨਾਂ ਦੇ ਵੱਡੇ ਇੱਥੇ ਉਹਨਾਂ ਦੇ ਥਾਂ ਤੇ ਗੱਦੀ ਤੇ ਕਥਾ ਕਰਦੇ ਰਹੇ। ਕੈਨੇਡਾ ਵੀ ਜਵਾਲਾ ਤੋਂ ਆਉਂਦੇ, ਬਾਬਾ ਜਵਾਲਾ ਸਿੰਘ ਜੀ ਦੀ ਸੰਗਤ ਆਂਦੀ ਰਹੀ। ਉਹ ਮਹਾਪੁਰਸ਼ ਇਹ ਜ਼ਰੂਰ ਕਹਿੰਦੇ ਸੀ, ਪਹਿਲੇ ਸਭ ਤੋਂ ਪਹਿਲੇ ਪ੍ਰਸ਼ਾਦਾ ਪੁੱਛਿਆ, ਤੇ ਗੁਰੂ ਨੂੰ ਨਹੀਂ ਪੁੱਛਿਆ ਤੇ ਮਹਾਰਾਜ ਨੇ ਕੀੜੇ ਪਾਤੇ। ਇਹ ਖਾਲਸਾ ਜੀ ਸਾਡਾ ਵੀ ਇਹੀ ਹਾਲ ਹੈ। ਅੱਜ ਅਸੀਂ ਵੀ ਗੁਰੂ ਸਾਹਿਬ ਮਹਾਰਾਜ ਨੂੰ ਛੱਡ ਕੇ, ਗੁਰੂ ਸਾਹਿਬ ਦੇ ਸਿੱਖਾਂ ਨੂੰ ਛੱਡ ਕੇ ਸਿਰਫ ਆਪਣੇ ਤੱਕ ਸੀਮਿਤ ਹੋ ਗਏ ਹਾਂ। ਮਾਈ ਫੈਮਿਲੀ, ਮਾਈ ਰਿਲੇਟਿਵਸ। ਵਾਈ? all Khalsa Panth is family, all has God inside the heart. Why are you making discriminations? ਇੱਥੇ ਦਾ law ਹੈ ਨਾ, ਤੁਸੀਂ ਕਿਸੇ ਨੂੰ discriminate ਕਰਕੇ ਦਿਖਾਓ on the basis of color, on the basis of caste, they will give you a handsome ticket. So ਉਵੇਂ ਤੈਨੂੰ ਵੀ ਗੁਰੂ ਨੇ ਸਜ਼ਾਵਾਂ ਲਾਣੀਆਂ, ਕਿਉਂ ਕਾਹਤੇ ਨਹੀਂ ਸਮਝਦਾ ਗੱਲ? ਉਵੇਂ ਗੁਰੂ ਦੇ ਦਰਬਾਰ 'ਚ ਵੀ ਉਦਾਂ ਹੀ ਨਿਆਏ ਹੋਣਾ। ਇਸ ਕਰਕੇ ਆਪਾਂ ਪਿਆਰ ਕਰੀਏ ਸਾਰੀ ਮਨੁੱਖਤਾ ਦੇ ਨਾਲ। ਮੈਂ ਇੰਨਾ ਇੱਕ ਸ਼ਬਦ ਕਹਿੰਦਾ, ਮੈਂ ਬਹੁਤ ਹਜੇ ਮਤਲਬ ਕਹਿਣਾ ਚਾਹੁੰਦਾ ਸੀ, ਪਰ ਆਈ ਥਿੰਕ ਇਟ ਇਜ਼ ਇਨਫ ਫॉर ਟੁਡੇ ਬਿਕਾਜ਼ ਟਾਈਮ ਇਜ਼ ਅ ਲਿਮਿਟ। ਤੇ ਇਹ ਸਾਰੀ ਜਿਹੜੀ ਜਿੰਨੀ ਅਸੀਂ ਸਾਖੀਆਂ ਸੁਣੀਆਂ ਨਾ, ਉਹਦਾ ਪ੍ਰਤਾਪ ਪਤਾ ਕੀ ਹੈ? ਅੱਜ ਲੋਕੀ ਕਹਿੰਦੇ 2% ਆ ਸੀ। ਖਾਲਸਾ ਜੀ ਅੱਜ ਆਕਸੀਜਨ ਦਾ ਲੰਗਰ ਕੇਵਲ ਇੱਕ 2% ਵਾਲਾ ਗੁਰੂ ਕਾ ਖਾਲਸਾ ਗੱਜਦਾ ਹੈ। ਅੱਜ ਉਹ ਲੰਗਰ ਜਿਹੜੀ ਤੁਸੀਂ ਬਾਟਮ ਮੋਸਟ ਫੋਟੋ ਦੇਖ ਰਹੇ ਹੋ ਨਾ ਰਾਈਟ ਸਾਈਡ ਤੇ, ਉਹ ਇੱਕ ਐਸਾ ਪਿੰਡ ਹੈਗਾ ਜਿੱਥੇ ਰੋਟੀ 2 ਦਿਨ ਨਹੀਂ ਮਿਲੀ ਸੀ, ਪਰ ਗੁਰੂ ਕੇ ਸਿੱਖਾਂ ਨੂੰ ਪਤਾ ਲੱਗ ਗਿਆ ਰੋਟੀ ਨਹੀਂ ਮਿਲੀ। ਗੁਰੂ ਕੇ ਸਿੱਖ ਬਾਲਟੀਆਂ ਭਰ ਭਰ ਕੇ ਰੋਟੀ ਲੈ ਗਏ ਉੱਥੇ, ਕਹਿੰਦੇ ਆ ਮੇਰੇ ਪਾਤਸ਼ਾਹ ਦਾ ਲੰਗਰ ਹੈ। ਕਿਸੇ ਦੀ ਇੱਜ਼ਤ ਰੁਲ ਰਹੀ ਸੀ, ਕੋਈ ਪਾਣੀ ਸੁਸਾਈਡ ਕਰ ਰਿਹਾ ਸੀ, ਗੁਰੂ ਕੇ ਸਿੱਖਾਂ ਨੇ ਆਪਣੀ ਪੱਗਾਂ ਖੋਲ ਖੋਲ ਕੇ ਬਚਾਇਆ। ਕਿੱਥੇ ਆਕਸੀਜਨ ਨਹੀਂ ਮਿਲ ਰਿਹਾ ਸੀ, ਗੁਰੂ ਕੇ ਸਿੱਖਾਂ ਨੇ ਆਪਣਾ ਦਸਵੰਧ ਲਾ ਦਿੱਤਾ। ਕਿੱਥੇ ਜਹਾਜ਼ਾਂ ਦੇ ਅੰਦਰ ਪਲੇਨ ਕ੍ਰੈਸ਼ ਹੋ ਰਹੇ ਸੀਗੇ, ਗੁਰੂ ਕੇ ਸਿੱਖਾਂ ਨੇ ਉਹ ਬਚਾਏ। ਕਿਸਾਨੀ ਮੋਰਚੇ ਦੇ ਅੰਦਰ ਯੋਧਿਆਂ ਨੇ ਦਮ ਨਹੀਂ ਛੱਡਿਆ। ਕਿਉਂ? ਕਿਉਂਕਿ ਵਾਰਸ ਕਿਹਨਾਂ ਦੇ ਆ? ਵਾਰਸ ਉਹਨਾਂ ਦੇ ਆ ਜਿਨ੍ਹਾਂ ਨੇ 84 ਦੇ ਅੰਦਰ ਯੋਧਿਆਂ ਨੇ ਡਟ ਕੇ ਲੜੇ। ਵਾਰਸ ਕਿਹਨਾਂ ਦੇ ਆ? ਜਿਨ੍ਹਾਂ ਨੇ ਚਮਕੌਰ ਦੀ ਗੜੀਆਂ ਜੰਗ ਕਰੇ, ਫਤਿਹਗੜ੍ਹ ਦੀ ਨੀਹਾਂ ਸ਼ਹੀਦ ਹੋਏ ਨੇ, ਉਹਨਾਂ ਦੇ ਵਾਰਸ ਹਾਂ ਸੀ ਸਾਰੇ। ਤੇ ਐਦਾਂ ਕਿੱਦਾਂ ਡਟ ਕੇ ਪਿੱਛੇ ਹੋ ਜਾਵਾਂਗੇ? ਸੋ ਸਾਡਾ ਜਿਹੜਾ ਖਾਲਸਾ ਹੈ ਉਹ ਸਤਿਕਾਰਯੋਗ ਹੈ, ਗੁਰੂ ਕੀ ਸੰਗਤ ਮਹਾਨ ਹੈ। 10 ਪਾਤਸ਼ਾਹੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਦੀ ਵਾਰਾਂ, ਭਾਈ ਨੰਦ ਲਾਲ ਦੀ ਬਾਣੀ ਤੇ ਭਾਈ ਕਵਿਰਾਜ ਭਾਈ ਸੰਤੋਖ ਸਿੰਘ ਜੀ ਦੀ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਸਾਨੂੰ ਪੜ੍ਹਨਾ ਚਾਹੀਦਾ ਹੈ। ਮੈਂ ਤੁਹਾਡੇ ਸਾਰੀ ਸੰਗਤ ਤੋਂ ਮਾਫੀ ਮੰਗਦਾ, ਮੈਂ 2-4 ਮਿੰਟ ਫालतू ਵੀ ਲੈ ਗਿਆ, 9 ਵਜੇ ਤੋਂ ਉੱਤੇ ਹੋ ਗਿਆ ਟਾਈਮ ਮੇਰੇ ਇੱਥੇ। ਤੇ ਤੁਹਾਡੀ ਕੋਈ ਕੁਐਰੀਜ਼ ਹੈ ਤੇ ਮੈਂ ਵੈਲਕਮ ਕਰਦਾ, ਤੇ ਮੈਂ ਬੜੀ ਮਾਫੀ ਚਾਹਨਾ ਜੇ ਕੋਈ ਓਵਰ ਟਾਈਮ ਮੇਰੇ ਤੋਂ ਹੋ ਗਿਆ ਹੋਵੇ। ਮੈਂ ਸਾਰੀ ਸੰਗਤ ਨੂੰ ਫਤਿਹ ਬੁਲਾਣਾ ਤੇ ਤੁਹਾਡੀ ਕੁਐਰੀਜ਼ ਨੂੰ ਵੈਲਕਮ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। If anyone in the Sangat has a question, feel free to raise your hand. And when you do that, we'll send a request to unmute and you'll be able to ask your question. Bhai Sabji, I had one small question. Yeah, sure, please go ahead. Please go ahead. We hear the shabd trig. Trig da ki arth hai ji? Trig. Trig da ki arth hai ji? ਤ੍ਰਿਗ ਹੁੰਦਾ ਵੀ ਆਪਾਂ ਜੇ ਕਿਸੇ ਨੂੰ ਲਾਂਤ ਪਾਣੀ ਹੋਵੇ, ਜੇ ਅਸੀਂ ਕਿਸੇ ਨੂੰ ਜਿਵੇਂ ਕਿਸੇ ਨੂੰ ਕਰਸ ਕਰਨਾ ਹੋਵੇ ਤਾਂ ਆਪਾਂ ਤ੍ਰਿਗ ਕਹਿੰਦੇ ਹਾਂ। ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨਾ, ਗੁਰੂ ਕੀ ਬਾਣੀ ਦੇ ਸ਼ਬਦ ਨੇ ਵੀ ਉਸ ਪਰਮਾਤਮਾ ਤੋਂ ਬਿਨਾ ਜਦੋਂ ਅਸੀਂ ਜੀਂਦੇ ਆ ਤੇ ਤ੍ਰਿਗ ਹੈ ਉਸ ਤੋਂ ਬਿਨਾ ਜੀਣਾ, ਜਿਹੜਾ ਪਰਮਾਤਮਾ ਦੀ ਗੁਰਬਾਣੀ ਤੋਂ ਬਿਨਾ ਜੀਂਦਾ। ਤ੍ਰਿਗ ਦਾ ਮਤਲਬ ਹੁੰਦਾ ਵੀ ਲਾਂਤਾਂ ਵਾਲਾ ਜੀਵਨ ਹੋ ਗਿਆ। ਹਾਂਜੀ, ਐਨੀਬਡੀ ਐਲਸ?
ਬਹੁਤ ਪ੍ਰੇਮ ਦੇ ਨਾਲ ਸਾਰੀ ਸੰਗਤ ਨੇ ਸੁਣਿਆ, ਦਾਸ ਨੇ ਸਾਰਿਆਂ ਦੇ ਦਰਸ਼ਨ ਕੀਤੇ ਹੈ, ਸੰਗਤ ਵਿੱਚ ਬਹੁਤ ਪ੍ਰੇਮ ਦੇ ਨਾਲ ਸਾਰੇ ਪਰਿਵਾਰ ਵੀ ਗੁਰਮੁਖ ਪਿਆਰੇ ਬੈਠੇ ਹੈ, ਬਹੁਤ ਪ੍ਰੇਮ ਨਾਲ ਸਾਰਿਆਂ ਨੇ ਸੁਣਿਆ। ਤੁਸੀਂ ਕੋਈ ਵੀ ਡਾਊਟ ਹੈ ਪਲੀਜ਼ ਆਪਣਾ ਪੁੱਛ ਲਓ। ਆਈ ਗੈਸ ਸਾਰਿਆਂ ਨੂੰ ਕਲੀਅਰ ਹੋ ਗਿਆ, ਮੈਂ ਸਮਝਦਾ। ਫਿਰ ਆਪਾਂ ਵਾਈਂਡ ਅਪ ਕਰ ਦਈਏ ਜਾਂ ਕੋਈ ਕੁਐਸਚਨ ਪੁੱਛਣਾ ਚਾਹੇਗਾ? ਓਕੇ, ਹਾਂਜੀ, ਕੋਈ ਹੈ ਕੋਈ ਕੁਐਸਚਨ? ਹਾਂਜੀ, okay, I guess there is no unmute from your side, so let us wind up. ਤੇ ਦਾਸ ਸੁਪ੍ਰੀਤ ਸਿੰਘ ਹੈ, ਮੈਂ ਬਰੈਂਪਟਨ ਰਹਿਣਾ, ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗਿਆਨੀ ਸ਼ੇਰ ਸਿੰਘ ਜੀ ਤੋਂ ਵਿੱਦਿਆ ਲਈ ਹੈ। ਮੈਂ ਦੁਨਿਆਵੀ ਪੜ੍ਹਾਈ ਦੇ ਅੰਦਰ ਬੀਟੈਕ ਇਨ ਮਕੈਨੀਕਲ ਇੰਜੀਨੀਅਰਿੰਗ, ਐਮਟੈਕ ਇਨ ਮਕੈਨੀਕਲ ਇੰਜੀਨੀਅਰਿੰਗ ਐਂਡ PhD ਇਨ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ। ਉਹ ਸਾਰੀ ਪੜ੍ਹਾਈ ਪੰਜਾਬ ਤੋਂ ਕੀਤੀ ਹੈ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਲਗੀਧਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਹੁਤ ਸੀਸ ਤੇ ਹੱਥ ਰੱਖਿਆ। ਗਿਆਨੀ ਸ਼ੇਰ ਸਿੰਘ ਜੀ ਤੋਂ, ਗਿਆਨੀ ਇੰਦਰਜੀਤ ਸਿੰਘ ਜੀ ਹੋਰਾਂ ਤੋਂ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਮਿਲਿਆ, ਮਹਾਨ ਵਿਦਵਾਨਾਂ ਤੋਂ। ਤੇ ਤੁਹਾਡੀ ਸਾਰੀ ਸੰਗਤ ਦੀ ਅਸੀਸ ਦੇ ਨਾਲ ਦਾਸ ਬੋਲ ਪਾਉਂਦਾ ਹੈ। ਤੁਹਾਡੇ ਸਾਰਿਆਂ ਦਾ ਧੰਨਵਾਦ ਹੈ। ਤੇ ਮੈਂ ਸਾਰੇ ਦਾਸ ਦੀ ਵੀ ਉਮਰ ਕੋਈ ਜ਼ਿਆਦਾ ਨਹੀਂ ਹੈ, ਆਈ ਐਮ ਜਸਟ 33, ਤੇ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਉਮਰ ਕਰਕੇ ਸ਼ਾਇਦ ਕਈਆਂ ਤੋਂ ਵੱਡਾ ਹੋਵਾਂ, ਪਰ ਮੈਂ ਤੁਹਾਡੇ ਸਾਰਿਆਂ ਸੰਗਤ ਤੋਂ ਬਹੁਤ ਛੋਟਾ। ਮੈਂ ਤੁਹਾਡੇ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਅੱਜ, ਬਈ ਲਾਸਟ ਕੰਕਲੂਡ ਕਰ ਰਿਹਾ, ਕੋਈ ਕਥਾ ਨਹੀਂ ਕਰਨ ਲੱਗਿਆ, ਕੋਈ ਲੈਕਚਰ ਨਹੀਂ ਕਰਨ ਲੱਗਿਆ, ਵੀ ਤੁਸੀਂ ਪਲੀਜ਼ ਪੜ੍ਹਿਆ ਕਰੋ ਜਦੋਂ ਤੁਹਾਨੂੰ ਟਾਈਮ ਮਿਲੇ ਨਾ, ਜਸਟ ਰੀਡ ਵਨ ਲਾਈਨ, ਰੀਡ ਵਨ ਪੇਜ। ਮੈਂ ਗਿਆਨੀ ਇੰਦਰਜੀਤ ਸਿੰਘ ਜੀ ਕੋਲ ਗਿਆ, ਉਹ ਤਾਂ ਮਤਲਬ ਉਹਨਾਂ ਨੂੰ ਗੁਰਬਾਣੀ ਬਹੁਤ ਜ਼ਿਆਦਾ ਕੰਠ ਹੈ। ਗਿਆਨੀ ਸ਼ੇਰ ਸਿੰਘ ਜੀ ਕੋਲ ਚਰਨਾਂ 'ਚ ਰਹਿ ਕੇ ਪੜ੍ਹਿਆ, ਉਹਨਾਂ ਨੂੰ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹੁਤ ਸਰਲ ਕੰਠ। ਉਹ ਲੋਕ ਅੱਜ ਵੀ ਨਾ ਪਾਠ ਕਰਦੇ ਨੇ, ਸਹਿਜ ਪਾਠ, ਅੱਜ ਵੀ। ਯੂ ਥਿੰਕ ਕਿ ਉਹ ਲੋਕ ਕਿੰਨੇ ਮਤਲਬ ਅੱਜ ਵੀ ਉਹਨਾਂ ਨੂੰ ਪ੍ਰੇਮ ਹੈ। ਮੈਂ ਕਦੀ ਬਾਬਾ ਜੀ ਥੱਕੇ ਹੋ ਨਾ, ਆਪਾਂ ਲੇਟੇ ਚਲੇ ਜਾਈਏ। ਲਾਸਟ ਮੈਂ ਤੁਹਾਨੂੰ ਸਿਰਫ 2-3 ਮਹੀਨੇ ਪਹਿਲਾਂ ਦੀ ਗੱਲ ਦੱਸ ਰਿਹਾ, ਇਟਸ ਨਵੰਬਰ ਦੀ। ਮੈਂ ਤੇ ਬਾਬਾ ਜੀ ਉਹਨਾਂ ਦੇ ਵਿਦਿਆ ਗੁਰੂ ਦੇ ਘਰ ਗਏ, ਗਿਆਨੀ ਪੰਚਮ ਪ੍ਰਕਾਸ਼ ਜੀ ਦੇ, ਜੋ ਕਿ ਚੜ੍ਹਾਈ ਕਰ ਗਏ ਨੇ। ਤੇ ਬਾਬਾ ਜੀ ਆਰਾਮ ਕਰ ਰਹੇ ਸੀ, ਤੇ ਮੈਂ ਕਿਹਾ ਬਾਬਾ ਜੀ ਮੈਂ ਆਪ ਜੀ ਨੂੰ ਪਾਠ ਸੁਣਾਉਣਾ ਚਾਹੁੰਦਾ, ਸ਼ਲੋਕ ਸੰਸਕ੍ਰਿਤੀ ਦਾ। ਤੇ ਉਹ ਕਹਿੰਦੇ ਹਾਂ ਹਾਂ। ਉਹ ਉੱਠ ਕੇ ਖੜੇ ਹੋ ਗਏ, ਤੇ ਮੈਨੂੰ ਬਾਅਦ ਚੋਂ ਸਿੰਘ ਨੇ ਗੱਡੀ ਦੱਸਿਆ ਵੀ ਬਾਬਾ ਜੀ ਤਾਂ ਸਵੇਰੇ ਦੇ 2:30 ਵਜੇ ਉੱਠੇ ਹੋਏ ਸੀ, ਤੇ ਉਹਨਾਂ ਨੂੰ ਆਰਾਮ ਕਰਨ ਦਾ ਟਾਈਮ ਸੀ, ਉਠਾ ਦਿੱਤਾ। ਬਟ ਉਹ ਲੋਕ ਕਦੀ ਨਹੀਂ ਬੋਲਦੇ ਵੀ ਅਸੀਂ, ਪਲੀਜ਼ ਤੁਸੀਂ ਪੜ੍ਹੋ, ਵੱਧ ਤੋਂ ਵੱਧ ਗੁਰਬਾਣੀ ਪੜ੍ਹੋ। ਗੁਰਬਾਣੀ ਨੇ ਸਾਡੇ ਵਿਕਾਰ ਕੱਟਣੇ ਨੇ, ਗੁਰਬਾਣੀ ਨੇ ਸਾਡਾ ਜੀਵਨ ਬਣਾਉਣਾ ਹੈ, ਗੁਰਬਾਣੀ ਨੇ ਸਾਨੂੰ ਸਭ ਕੁਝ ਦੇਣਾ। ਵੱਧ ਤੋਂ ਵੱਧ ਸਾਰੇ ਜਿੰਨੇ ਸੰਤ ਮਹਾਂਪੁਰਸ਼ ਬਣੇ ਨੇ ਗੁਰਬਾਣੀ ਕਰਕੇ ਬਣੇ ਨੇ। ਪੜ੍ਹੋ, ਪਲੀਜ਼ ਪੜ੍ਹੋ, ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਗ੍ਰੰਥ ਪੜ੍ਹੋ, ਤਾਂ ਕਿ ਸਾਨੂੰ ਕੋਈ ਵੀ ਐਰਾ ਗੈਰਾ ਉੱਠ ਕੇ ਸਾਡੇ ਗ੍ਰੰਥਾਂ ਦੇ ਨਿੰਦਾ ਨਾ ਕਰ ਸਕੇ। ਤੁਹਾਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਸਿੱਖ ਜਿਹੜੀ ਨਿਸ਼ਠਾ ਰੱਖੇ 52 ਹੁਕਮਨਾਮਿਆਂ ਚੋਂ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਰੱਖੇ। ਪਰ ਹੋਰ ਜਿੰਨੀ ਮਰਜ਼ੀ ਭਾਸ਼ਾਵਾਂ ਪੜ੍ਹੇ, ਜਿੰਨੇ ਮਰਜ਼ੀ ਗ੍ਰੰਥ ਪੜ੍ਹੇ, ਉਹਨੂੰ ਕੋਈ ਰੋਕ ਟੋਕ ਨਹੀਂ ਹੈ। ਸੋ ਮਾਈ ਲਾਸਟ ਮੈਸੇਜ, maximum you can read Gurbani, please go for it, don't waste your time, it's very very precious, the human life। ਆਪਾਂ ਕਰੋਨਾ 'ਚ ਦੇਖ ਹੀ ਲਿਆ। ਸੋ ਇਹ ਵਰਡਸ ਕਹਿੰਦਾ ਹੋਇਆ ਮੈਂ, ਤੁਹਾਡੀ ਕਿਸੇ ਦੀ ਕੁਐਰੀਜ਼ ਨਹੀਂ ਆਈ, ਮੈਂ ਆਪਣੀ ਈਮੇਲ ID ਸ਼ੇਅਰ ਕੀਤੀ ਹੈ ਇੱਥੇ, ਜੇ ਕਿਸੇ ਨੂੰ ਕੋਈ ਹੋਇਆ ਕੁਐਰੀ ਤਾਂ ਉਹ ਮੈਨੂੰ ਕਾਲ ਕਰ ਲੈਣਾ। ਜਸਟ ਹਰਸਿਮਰਨ, ਕੈਨ ਯੂ ਸ਼ਿਫਟ ਟੂ ਦ ਫਰਸਟ ਸਲਾਈਡ? ਭਾਈ ਸਾਹਿਬ ਜੀ, ਚੈਟ ਵਿੱਚ ਇੱਕ ਕੁਐਸਚਨ ਆਇਆ ਤੁਹਾਡੇ ਲਈ। ਹਾਂਜੀ ਪਲੀਜ਼। ਪੁੱਛਦੇ ਆ ਕਿ ਜਿਵੇਂ ਕਿ ਰਾਮਚੰਦਰ ਜੀ ਜਾਂ ਕਈ ਸਨਾਤਨ ਧਰਮ ਦੇ ਅਵਤਾਰਾਂ ਦੇ ਮੂਹਰੇ ਹੱਥ ਜੋੜ ਕੇ ਮੱਥਾ ਟੇਕਣਾ ਚਾਹੀਦਾ ਜੀ, ਜੇ ਫੋਟੋ ਲੱਗੀ ਹੋਵੇ? ਹਾਂਜੀ, ਠੀਕ ਹੈ, ਬਹੁਤ ਦਰੁਸਤ ਸਵਾਲ ਹੈ। ਜਿੰਨੇ ਵੀ, ਮੈਂ ਤੁਹਾਨੂੰ ਜਦੋਂ ਡਿਊਰਿੰਗ ਲੈਕਚਰ ਵੀ ਗੱਲ ਕਹੀ ਸੀਗੀ, ਬਈ ਜਿੰਨੇ ਵੀ ਅਵਤਾਰ ਗੁਰੂ ਪੀਰ ਨੇ, ਬਈ ਇੱਕ ਸਾਡੇ ਕੋਲ, ਮੈਂ ਪਹਿਲਾਂ ਇੱਕ ਗੁਰੂ ਇਤਿਹਾਸ ਤੋਂ ਇੱਕ ਦ੍ਰਿਸ਼ਟਾਂਤ ਦੇ ਕੇ ਤੁਹਾਡਾ ਆਨਸਰ ਕਰਨਾ ਚਾਹਾਂਗਾ। ਇਹ ਕਿਹਨਾਂ ਨੇ ਪੁੱਛਿਆ, ਨਾਮ ਦੱਸੋ ਜੀ? ਦਮਨਰਾਜ ਸਿੰਘ। ਦਮਨਰਾਜ ਸਿੰਘ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਹਜ਼ੂਰ ਸਾਹਿਬ ਜਾ ਰਹੇ ਸੀਗੇ, ਦਾਦੂ ਦੁਆਰੇ ਤੋਂ ਥੋੜਾ ਜਿਹਾ ਪਹਿਲੇ ਨਾ ਕਲਗੀਧਰ ਪਾਤਸ਼ਾਹ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ। ਤੇ ਉਹਨਾਂ ਨੇ, ਹੁਣ ਜਦੋਂ ਅਸੀਂ ਪਾਠ ਦਾ ਭੋਗ ਪਾਉਂਦੇ ਹਾਂ, ਅਸੀਂ ਏਦਾਂ ਮੱਥਾ ਨਹੀਂ ਟੇਕ ਦਿੰਦੇ, ਬਾਅਦ ਚੋਂ ਫਤਿਹ ਬੁਲਾ ਦਿੰਦੇ ਹਾਂ। ਤੇ ਮਹਾਰਾਜ ਨੇ ਆਪਣੇ ਸ਼ਸਤਰ ਦੇ ਨਾਲ, ਤੀਰ ਦੇ ਨਾਲ, ਮਹਾਰਾਜ ਨੇ ਥੱਲੇ ਨੂੰ ਮੱਥਾ ਟੇਕਤਾ, ਤੇ ਉਹ ਮੱਥੇ ਨੂੰ ਲਾ ਲਿਆ, ਵੀ ਫਤਿਹ ਬੁਲਾਤੀ, ਅਰਦਾਸ ਕਰਤੀ। ਸੁਖਮਨੀ ਸਾਹਿਬ ਦਾ ਪਾਠ ਸ਼੍ਰੀ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਕਥਾ ਹੈ। ਮਹਾਰਾਜ ਹਜ਼ੂਰ ਸਾਹਿਬ ਤੋਂ ਮਾਲਵੇ ਤੋਂ, ਬਠਿੰਡੇ ਤੋਂ, ਦਮਦਮਾ ਸਾਹਿਬ ਤੋਂ ਹਜ਼ੂਰ ਸਾਹਿਬ ਜਾ ਰਹੇ ਨੇ। ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਮਹਾਰਾਜ ਨੂੰ ਰੋਕ ਲਿਆ,
ਕਿਹਾ ਮਹਾਰਾਜ ਸਿੱਖ ਨੂੰ ਹੁਕਮ ਨਹੀਂ ਹੈ ਕਿੱਥੇ ਝੁਕਣ ਦਾ, ਤੁਸੀਂ ਝੁਕ ਗਏ ਹੋ ਤੇ ਮਹਾਰਾਜ ਤੁਹਾਨੂੰ ਤਨਖਾਹ ਲੱਗੇ, ਅਲਾਉਡ ਨਹੀਂ ਹੈ ਸਾਨੂੰ ਮੱਥਾ ਟੇਕਣਾ ਕਿਸੇ ਨੂੰ। ਕਲਗੀਧਰ ਪਾਤਸ਼ਾਹ ਨੇ ਕਿਹਾ 7 ਬਚਨ ਖਾਲਸਾ ਮੈਨੂੰ ਤਨਖਾਹ ਲਾਏ, ਤੇ ਜਦੋਂ ਖਾਲਸਾ ਤਨਖਾਹ ਲਾਣ ਲੱਗਾ ਤੇ ਉਹਨਾਂ ਨੇ ਮਹਾਰਾਜ ਤੇ 5 ਦਮੜੇ ਲਾਏ, ਤੇ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਨੂੰ ਬੇਨਤੀ ਕੀਤੀ ਵੀ 5 ਦਮੜੇ ਅਸੀਂ ਦਵਾਂਗੇ, ਪਰ ਮਹਾਰਾਜ ਕਹਿੰਦੇ ਵੀ ਜਿਹਦਾ ਜਿਹਦਾ ਅਹੁਦਾ ਹੋਵੇ ਨਾ ਉਹਨੂੰ ਥੋੜੀ ਵੱਡੀ ਤਨਖਾਹ ਲਾਈ ਦੀ ਹੈ, ਤੇ ਤੁਸੀਂ ਸਾਨੂੰ ਨਾ 5 ਨਹੀਂ, ਤੁਸੀਂ ਸਾਨੂੰ 25,000 ਦਮੜੇ ਤਨਖਾਹ ਲਾਓ। ਤੇ ਕਲਗੀਧਰ ਪਾਤਸ਼ਾਹ ਨੇ ਜਿੱਥੇ ਉਹ ਰੁਕੇ ਸੀ ਨਾ ਉੱਥੇ ਹੀ ਮਹਾਰਾਜ ਨੇ ਬੜੀ ਸੁੰਦਰ ਧਰਮਸ਼ਾਲਾ, ਲੰਗਰ ਹਾਲ ਸਭ ਕੁਝ ਚਲਵਾਇਆ, ਪਰ ਮਹਾਰਾਜ ਨੇ ਆਪਣੇ ਹਿਰਦੇ ਦੀ ਗੱਲ ਨਹੀਂ ਦੱਸੀ। ਮਹਾਰਾਜ ਨੇ ਸਿੱਖਾਂ ਨੂੰ ਜਦੋਂ ਹਜੂਰ ਸਾਹਿਬ ਪਹੁੰਚੇ ਤਾਂ ਉਹ ਗੱਲ ਖੋਲੀ। ਮਹਾਰਾਜ ਕਹਿੰਦੇ ਵੀ ਮੈਂ ਗੁਰੂ ਖਾਲਸੇ ਦਾ ਸਿਦਕ ਪਰਖਿਆ, ਕਿਉਂ? ਕਿਉਂਕਿ ਉੱਥੇ ਸ਼ਸਤਰ ਜਿੱਥੇ ਲਾਇਆ ਸੀ ਉੱਥੇ ਮਸੀਤ ਸੀ, ਉੱਥੇ ਸ਼ਸਤਰ ਜਿੱਥੇ ਮਹਾਰਾਜ ਨੇ ਟੱਚ ਕਰਕੇ ਮੱਥੇ ਨਾਲ ਲਾਤਾ ਸੀ, ਤੇ ਉਹ ਸਿੰਘਾਂ ਨੇ ਤਨਖਾਹ ਲਾਈ। ਤੇ ਜਿਹੜੀ ਬਾਹਰਲੀ ਕਿਰਿਆ ਹੈ, ਜਿਹੜੀ ਬਾਹਰਲੀ ਕਿਰਿਆ ਹੈ, ਉਹ ਕਈ ਵਾਰੀ ਸਾਡੀ ਅੰਦਰ ਦੀ ਜੋ ਕਿਰਿਆ ਮਹਾਰਾਜ ਦੇ ਅੰਦਰ ਸੁਖਮਨੀ ਸਾਹਿਬ ਚੱਲ ਰਿਹਾ ਸੀ ਕਿਸੇ ਨੂੰ ਨਹੀਂ ਪਤਾ ਸੀਗਾ, ਪਰ ਮਹਾਰਾਜ ਨੇ ਤਨਖਾਹ ਐਕਸੈਪਟ ਕੀਤੀ। ਜੇ ਕਈ ਵਾਰੀ ਤੁਹਾਡੇ ਅੱਗੇ ਕੋਈ ਫੋਟੋ ਆ ਜਾਂਦੀ ਹੈ, ਤੁਹਾਡੇ ਅੱਗੇ ਕੋਈ ਆ ਜਾਂਦਾ ਹੈ, ਉਸ ਨੂੰ ਅਸੀਂ ਹੱਥ ਜੋੜ ਕੇ ਨਮਸਕਾਰ ਕਰ ਰਹੇ ਹਾਂ, ਉਸ ਨੂੰ ਰਿਸਪੈਕਟ ਦੇ ਰਹੇ ਹਾਂ, ਦੈਟ ਇਜ਼ ਨਾਟ ਰੋਂਗ। ਬਟ ਸਾਡੇ ਜਿਹੜੇ ਇਸ਼ਟ ਨੇ, ਅਸੀਂ ਜਿਨ੍ਹਾਂ ਤੇ ਸ਼ਰਧਾ ਰੱਖਣੀ, ਅਸੀਂ ਜਿਨ੍ਹਾਂ ਤੋਂ ਮੰਗਣਾ ਹੈ, ਉਹ ਅਸੀਂ 10 ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗਣਾ। ਅਸੀਂ ਉਹਨਾਂ ਨੂੰ ਜੋ ਰਿਸਪੈਕਟ ਦੇ ਰਹੇ ਹਾਂ, ਦੈਟ ਇਜ਼ ਨਾਟ ਰੋਂਗ, ਵੈਦਰ ਯੂ ਫੋਲਡ ਯੋਰ ਹੈਂਡਸ, ਔਰ ਸਮਟਾਈਮਸ ਕਈ ਵਾਰੀ ਅਸੀਂ ਆਪਣੇ ਬੱਚਿਆਂ ਨੂੰ ਉਹ ਗੱਲ ਦੱਸਦੇ ਹਾਂ, ਤੇ ਉਹ ਚੀਜ਼ ਕਰਨੀ ਗਲਤ ਨਹੀਂ ਹੈ। ਬਟ ਅਸੀਂ ਜਿਹੜੀ ਆਪਣੀ ਮੰਗ ਰੱਖਣੀ, ਹੁਣ 10ਵੇਂ ਪਾਤਸ਼ਾਹ ਨੇ ਰਾਮਾ ਅਵਤਾਰ ਕਿਉਂ ਲਿਖਿਆ? ਸਿਧਾਂਤ ਦੇਣ ਦੇ ਲਈ, ਵੀ ਤੂੰ ਆਹ ਚੀਜ਼ ਪੋਜ਼ਿਟਿਵ ਲੈ ਲਈ, ਹੁਣ ਠੀਕ ਹੈ। ਉਹਦੇ ਬਾਅਦ ਮਹਾਰਾਜ ਨੇ ਲਾਸਟ ਚ ਲਿਖਤਾ 24 ਅਵਤਾਰ ਚਰਿਤ੍ਰੋਪਖਿਆਨ ਦੇ ਅੰਦਰ, ਕ੍ਰਿਸ਼ਨ ਬਿਸ਼ਨ ਨਾ ਕਬਹੂ ਕਿਉਂ। ਆਈਡੋਲੋਜੀ ਕੀ ਸੀਗੀ? ਵੀ ਉਹਨਾਂ ਨੂੰ ਧਿਆ ਨਹੀਂ ਰਿਹਾ, ਇਸ਼ਟ ਨਹੀਂ ਬਣਾ ਰਿਹਾ, ਪਰ ਉਹਨਾਂ ਨੂੰ ਨਿੰਦ ਨਹੀਂ ਰਿਹਾ, ਉਹਨਾਂ ਦਾ ਸਿਧਾਂਤ ਕਲੈਕਟ ਕਰ। ਤੁਹਾਡੇ ਕੁਐਸਚਨ ਦਾ ਆਨਸਰ ਭਾਈ ਸਾਹਿਬ ਜੀ, ਬਈ ਅਸੀਂ ਉਹਨਾਂ ਨੂੰ ਨਮਸਕਾਰ ਕਰ ਸਕਦੇ ਹਾਂ, ਉਹਨਾਂ ਨੂੰ ਰਿਸਪੈਕਟ ਦੇ ਸਕਦੇ ਹਾਂ। ਅਸੀਂ ਮੈਂ ਹੁਣ ਆਫਿਸ ਜਾਣਾ, ਮੇਰਾ ਪਲਾਂਟ ਮੈਨੇਜਰ ਹੈ, ਉਹ ਮੈਨੂੰ ਮਿਲਦਾ ਹੈ ਕਈ ਵਾਰੀ, ਉਹ ਦੇਖਦਾ ਵੀ ਇਹ ਬਾਣੇ ਚ ਆਉਂਦਾ, ਉਹ ਮੈਨੂੰ ਕਈ ਵਾਰੀ ਏਦਾਂ ਮਿਲਦਾ, ਤੇ ਮੈਂ ਵੀ ਉਹਨੂੰ ਏਦਾਂ ਕਰ ਦਿੰਦਾ। ਹੀ ਇਜ਼ ਕੈਨੇਡੀਅਨ, ਉਹਨੂੰ ਲੱਗਦਾ ਵੀ ਆਹ ਬੰਦੇ ਇਹਨਾਂ ਨੂੰ ਏਦਾਂ ਰਿਸਪੈਕਟ ਦੇਈਦੀ ਆ, ਆਪਾਂ ਵੀ ਉਹਨਾਂ ਨੂੰ ਪਰਮੇਸ਼ਰ ਸਮਝ ਕੇ ਹੱਥ ਜੋੜ ਦੇਈਦੇ ਨੇ। ਤੁਸੀਂ ਉਹਨਾਂ ਦੇ ਅੰਦਰ ਵੀ ਦਰਸ਼ਨ ਕਿਹਦੇ ਕਰਨੇ ਆ? ਕਲਗੀਧਰ ਪਾਤਸ਼ਾਹ ਦੇ, ਜੇ ਕੋਈ ਫੋਟੋ ਤੁਹਾਡੇ ਅੱਗੇ ਆ ਵੀ ਜਾਂਦੀ ਹੈ। ਹਾਂਜੀ, ਨੈਕਸਟ ਕੁਐਸਚਨ ਤੁਸੀਂ ਪੁੱਛ ਲਓ, ਮੈਂ ਤਾਂ ਕੋਈ ਸਟ੍ਰਿਕਟ ਟੀਚਰ ਹੀ ਨਹੀਂ ਹੈਗਾ, ਆਈ ਐਮ ਵੈਰੀ ਲੀਨੀਅੰਟ। ਓਕੇ, ਆਈ ਗੈਸ ਵਾइंड अप कर दीजिए। हाँ जी, ठीक है जी, so that brings us to the end of today's session. I'm going to try summarizing some of the key points that Bhai Sahib said in the presentation. I'll summarize the first 2 Sakya and the lessons that we drew from them, so then we can attach them to the rest of camp as well. So for the first Sakya, it was about Sudamaji, and Sudamaji was a childhood friend of Krishnji, and Sudamaji ended up in poverty, and their wife one day asked them to go to Krishnji and ask them for Tan, right? Because Krishnji was the king of Dwarka, so they asked for wealth. And when Sudamaji went to Krishnji at Dwarka, right, Krishnji got off their throne to meet them at the door, and they did Dandal, they did Matate to Sudamaji and brought them up on the throne. And when they did this, Sudamaji had a bag of rice with them, and that was all they had. So they hid it under a pillow. And Krishnji asked, "What did you just hide? What was that?" And they saw that it was a bag of rice. And Sudamaji first offered 1 handful of rice. And when they did that, Krishnji gave them the Raj of land, right? They didn't tell them that. They didn't tell them that they were going to give this Raj. But seeing the daya of Sudamaji, that even though they had nothing, they still offered the rice, they first gave Tati the Raj, right, of the entire world. When the second handful was given, they give Raj of the Swarga as well, right, of the heavens and beyond. And they were about to get a 3rd handful, and they would have given their own throne, but Krishnji's wife stopped them, right? Sudamaji never asked for anything, even though they were supposed to, and Krishnji never told them that they were giving them anything. But when Sudamaji came home, he had palaces, his kids were running around in all of this wealth, and essentially, even though they were sent to ask for Tan, they didn't ask for anything, but Krishnji gave them all 4 padarats in return for that rice. Also, so the lesson that we derived from that was seva is everything, right? Of bhagats, of each other, of sangat, that we're not meant to do ninda of anyone. We're not supposed to slander anyone.
because at the end of the day, Pai Sabji also mentioned the concept of Gurpai, right? Sometimes when we take Amrit from the same bhatta, when we learn Santya from our peers and classmates, that we have respect for them. And for that reason, we respect everyone in our circle, in our family, in our society, and we never do any nindya of a garib, no matter how high or low we get. We come across with humility, and we always keep bhagats above us at all times. Yeah, exactly. The second Sakhi was of Dhruv Bhagat, and essentially Dhruv was the son of a king. There were two wives to that king, and he sat in his father's lap, but the first mother took him away. And Dhruv came crying to his mother and said, "Are you a servant or are you a queen?" Right? They didn't even let me sit Yeah, in my father king's lap. And his mother said that I am a queen, but I didn't do bhakti. And when Dhruv asked what bhakti is, the Mataji said that bhakti is how you get Raj, right? And it makes the lowest individual the purest individual. So listening to them, Dhruvji went into the jungle. They wanted to do bhakti. And while they were there, Nada the Muni was like, there are all these animals, there are all these dangers. This isn't a place for you. For a 5-year-old child, you should go back. But Dhruvji said, no, my mom told me to do this bhakti, so that's what I'm going to do. And Pai Sabji said, that's how important it is to pass on this lesson to our children when they're young, that let them know the power of bhakti so they engage in it and they're committed to it. Because anyone who does Gur Mantra Jap, right, whoever doesn't do Gur Mantra Jap, their jivan is trig, as in it's cursed and it's not a life worth living. So Dhruvji did tap in the jungle, and they wanted Raj initially, but when they got darshan of Parmeshwar, they said they want nothing. And eventually the king's other son passed away, and the king came into the jungle, took Dhruvji and made him the king. And all they did was their tap, all they did was their bhakti. So those were the main two sakya. I'm going to try keeping it short. I have notes for all of these, so we'll try compiling them into a short version for all of you, and we'll also share the PowerPoint. So we have the Gurbani Panktiyan. And what I want to end off with is Pai Sabji also mentioned the importance of reading Gurbani and how we should connect on an individual level. So Kalda Jeda schedule Pasaran in the Sayake 5 Vaje Savere Eastern time, we're going to start with Simran, and then Paune 6 Vaje we're going to start with Nityanem. So we'd like you all to join us. Sankti Rup, which we'll have our Nityanem together. We'll increase the power within the Sangat, within this camp, by indulging in Bani together. And we also encourage you all to read Bani on your own. Aise karke kal da time we put it early, we put it at 5 a.m. So it's not just Nityanem, Pandra Bani and the Nityanem that we do together. We do more Bani together. We'll read Asadiwa together. We'll read as much Bani as we can in that time before we start the day, because that is how we're gonna make this Jivan safal. So moving on from there, I'm just gonna reiterate tomorrow's schedule. 5 Vaje Savere Eastern time, Simran shuru ho jana. Te Paune 6 Vaje Eastern Nityanem. Once Nityanem is completed, we're gonna do Bani Jap until 8:15. Sawa 8 Vaje Savere de Ardas te Hukamnama. ਉਸ ਤੋਂ ਬਾਅਦ 9 ਤੋਂ 11 ਵਜੇ ਤੱਕ we're going to have a break so the West Coast can also get up. And at 11 a.m. we're going to have Hukamnama Sahib Katha by Bhai Upkar Singh, and we're going to have our welcome introductions for the rest of the participants. 11:30 vajੇ we'll have Bibi Amrit Kaur ji, who will have her session in English. A lot of you may know Bibi Amrit Fan ji from Toronto, and you know that they are a teacher, so the way they teach is also very interactive and engaging. So if you have younger siblings who have trouble understanding Punjabi, Amrit Panji will be a great way to have them listen in English. Then lunch from or dinner from 1 o'clock to 2 p.m. Otobyada Geni Sher Singh ji at 2 p.m. 2 ਵਜੇ ਦੁਪਹਿਰ ਦੇ Eastern time, 11 ਵਜੇ ਸਵੇਰ ਦੇ Pacific time.